ਭਾਖੜਾ ਪ੍ਰਬੰਧਕੀ ਬੋਰਡ ਦੇ ਵਿੱਚ ਜਿਹੜਾ ਬਦਲਾਅ ਕੀਤਾ, ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਇਹਦੇ 'ਚ ਹੋ ਸਕਦਾ? ਇਸ ਕਾਨੂੰਨ ਦੇ ਜ਼ਰੀਏ ਭਾਰਤ ਦੀ ਕੇਂਦਰੀ ਸਰਕਾਰ ਜਿਹੜਾ ਉੱਥੇ ਦਾ ਕੁਦਰਤੀ ਰਿਸੋਰਸ ਹੈ ਉਹਦਾ ਕੰਟਰੋਲ ਆਪਣੇ ਹੱਥ ਲੈ ਰਹੀ ਹੈ। ਇਹਦਾ ਮਤਲਬ ਇਹ ਆ ਗਿਆ ਹੈ ਕਿ ਹੁਣ ਸੂਬੇ ਕਮਜ਼ੋਰ ਹੋ ਜਾਣਗੇ ਅਤੇ ਸੂਬਿਆਂ ਦਾ ਕੋਈ ਹੱਕ ਨਹੀਂ ਰਹਿ ਜਾਊਗਾ। 13 ਦੇ 13 ਮੈਂਬਰ, ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਹੈ, ਚਾਹੇ ਉਹ ਕਾਂਗਰਸ ਪਾਰਟੀ ਦੇ MP ਹੈ, ਈਵਨ ਪਰਨੀਤ ਕੌਰ ਸਾਹਿਬਾ ਜਿਹੜੇ ਹੈ ਸਾਡੇ ਸੀਨੀਅਰ ਸੰਸਦ ਮੈਂਬਰ ਹੈ, ਹੁਣ ਅਮਰਿੰਦਰ ਸਿੰਘ ਜੀ ਭਾਜਪਾ ਨਾਲ ਬੈਠੇ ਹੈ, ਅਤੇ ਉਹ ਈਵਨ ਢੀਂਡਸਾ ਸਾਹਿਬ ਰਾਜ ਸਭਾ ਮੈਂਬਰ ਹੈ। ਅਤੇ ਕਿੱਥੇ ਸਨ ਇਹ ਬੰਦੇ ਜਦੋਂ ਇਹ ਕਾਨੂੰਨ ਬਣ ਰਹੇ ਸੀ? ਇਹ ਉਹਦੇ ਵਿੱਚ ਹਿੱਸੇਦਾਰ ਸੀਗੇ। ਬਾਅਦ 'ਚੋਂ ਵੀ ਇਹ ਉਹਦੇ ਹੱਕ 'ਚ ਬੋਲਦੇ ਰਹੇ। ਜਦੋਂ ਲੋਕਾਂ ਨੇ ਇਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕਰ ਦਿੱਤਾ, ਇਹਨਾਂ ਦਾ ਵਿਰੋਧ ਹੋਣ ਲੱਗ ਗਿਆ, ਉਦੋਂ ਇਹ ਹੋ ਗਏ ਜੀ ਅਸੀਂ ਤਾਂ ਇਸ ਬਿੱਲ ਦੇ ਖਿਲਾਫ ਸੀ। ਹੁਣ ਇਹੀ ਤਾਂ ਸਵਾਲ ਹੈ ਵੀ ਅੱਜ ਤੁਸੀਂ ਸਟੇਟਮੈਂਟ ਦੇ ਰਹੇ ਹੋ, ਜਿਸ ਦਿਨ ਲੋਕ ਸਭਾ 'ਚ ਪੇਸ਼ ਹੋ ਰਿਹਾ ਸੀਗਾ ਤੁਸੀਂ ਵੀ ਉੱਥੇ ਸੀਗੇ। ਜੇ ਅਸੀਂ ਸਿੱਧੇ ਸ਼ਬਦਾਂ 'ਚ ਹੁਣ ਦੱਸਣਾ ਹੋਵੇ ਲੋਕਾਂ ਨੂੰ ਵੀ ਪਹਿਲਾਂ ਭਾਖੜਾ ਬੋਰਡ ਦਾ ਪੰਜਾਬ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਲਾ ਲਓ, ਅਸੀਂ ਪੰਜਾਬ ਦੀ ਗੱਲ ਪਹਿਲਾਂ ਕਰ ਲੈਂਦੇ ਹਾਂ, ਕਿੰਨਾ ਕੁ ਫਾਇਦਾ ਸੀਗਾ ਜੇ ਹੁਣ ਸੈਂਟਰ ਦੇ ਅਧਿਕਾਰ ਜਿਹੜੇ ਉਹਨੇ ਖੋਲ੍ਹੇ ਆ, ਜਿਹੜਾ ਹੁਣ ਤਬਦੀਲੀ ਹੋਈ ਹੈ ਉਹਦੇ ਨਾਲ ਪੰਜਾਬ ਦਾ ਨੁਕਸਾਨ, ਜਿਸ ਕੋਈ ਪ੍ਰੈਕਟੀਕਲੀ ਰੂਪ 'ਚ ਹੀ ਦੇਖੀਏ ਕੋਈ ਪਾਣੀ ਦਾ ਨੁਕਸਾਨ ਹੋਊਗਾ, ਕੀ ਹੋਊਗਾ ਉਹਦੇ ਕਿਵੇਂ? ਤੁਸੀਂ ਗੱਲ 12,000 EMPLOYE ਹੈ ਭਾਖੜੇ ਦਾ, ਉਹਨਾਂ ਦੀ ਭਰਤੀ 'ਤੇ ਅਸਰ ਪਏਗਾ। ਫਿਰ 696 ਜਾਂ 695 ਉਹਨਾਂ ਦਾ A ਗ੍ਰੇਡ ਦੇ ਉਹ ਹੈ ਭਰਤੀਆਂ ਵੈਕੈਂਸੀਆਂ A ਲੈਵਲ ਦੀਆਂ, ਉਹ ਸਿੱਧੀਆਂ ਕੇਂਦਰ ਸਰਕਾਰ ਦੇ ਹੱਥ ਚਲੀਆਂ ਗਈਆਂ। 15 ਕੁ ਸਾਲ ਤੋਂ ਇਹਨਾਂ ਨੇ ਆਪਣਾ ਜਿਹੜਾ ਕੋਟਾ ਸੀਗਾ, ਬੈਕਲੌਗ ਸੀਗਾ, BBMB ਨੂੰ ਪੂਰਾ ਹੀ ਨਹੀਂ ਕੀਤਾ ਬਾਦਲ ਸਾਹਿਬ ਨੇ ਨਾ ਕੈਪਟਨ ਸਾਹਿਬ ਨੇ। 2018 ਵਿੱਚ ਵੀ ਉਹਨਾਂ ਨੇ ਚੇਅਰਮੈਨ ਹਿਮਾਚਲ ਦਾ ਲਾਇਆ ਸੀਗਾ, ਉਦੋਂ ਵੀ ਪੰਜਾਬ ਸਰਕਾਰ ਨੇ ਉਸ ਦਾ ਵਿਰੋਧ ਨਹੀਂ ਸੀ ਕੀਤਾ। ਇੱਕ ਪ੍ਰੈਸ ਕਾਨਫਰੰਸ ਕਰਕੇ 2 ਬਿਆਨ ਦੇ ਦਿੱਤੇ ਜੀ ਅਸੀਂ ਇਹਦੀ ਨਿੰਦਾ ਕਰਦੇ ਹਾਂ, ਜਾਂ ਉਹ ਕੋਈ ਮਾਇਨੇ ਨਹੀਂ ਰੱਖਦਾ। ਸਰਕਾਰ ਨੇ ਕੱਲ੍ਹ ਨੂੰ ਡੈਮ ਵੀ ਪ੍ਰਾਈਵੇਟ ਕਰਨੇ ਹੈ, ਨਿੱਜੀ ਹੱਥਾਂ 'ਚ ਦੇ ਦੇਣਾ ਹੈ, ਅਤੇ ਕੱਲ੍ਹ ਨੂੰ ਜਿਹੜਾ ਹੈ ਨੈਚੁਰਲ ਜਿਹੜਾ ਸਟੇਟ ਦਾ ਰਾਈਪੇਰੀਅਨ ਹੱਕ ਬਣਦਾ ਸੀਗਾ ਉਹ ਵੀ ਜਾਂਦਾ ਲੱਗਣਾ, ਚਾਹੇ ਉਹ ਪਾਵਰ ਹੈ, ਚਾਹੇ ਉਹ ਇਲੈਕਟ੍ਰੀਸਿਟੀ ਹੈ। ਪੰਜਾਬ ਦਾ ਜੋ ਰਹਿੰਦਾ ਖੁੰਦਾ ਹੱਕ ਹੈ ਉੱਤੇ ਵੀ ਕੱਲ੍ਹ ਨੂੰ ਅਸਰ ਪੈ ਸਕਦਾ। 20% ਵੀ ਅਜੇ ਜ਼ਮੀਨ 'ਤੇ ਸਾਡੀ ਦਰਿਆਈ ਪਾਣੀ 'ਤੇ ਨਹੀਂ ਗਈ, ਜ਼ਮੀਨ ਹੇਠਲਾ ਪਾਣੀ ਸਾਡਾ ਖਤਮ ਹੈ, ਜਿਹੜਾ ਸਾਡਾ ਡੈਮ ਸੀਗਾ ਉਹ ਸੈਂਟਰ ਕੋਲ ਚਲਾ ਗਿਆ, ਅਤੇ ਪੰਜਾਬ ਦਾ ਭਵਿੱਖ ਤੇ ਸਿੱਧੇ ਸ਼ਬਦਾਂ ਦੇ ਵਿੱਚ ਖਾਸ ਕਰਕੇ ਜਿਹੜੀ ਕਿਸਾਨੀ ਹੈ ਉਹ ਤਾਂ ਖਤਮ ਕਿਨਾਰੇ ਹੋ ਸਕਦੀ ਹੈ। 3 ਦਰਿਆ ਜਿੱਥੇ ਵਗਦੇ ਹੋਣ ਉੱਥੇ 16% ਤੋਂ ਹੇਠ ਰਕਬਾ ਜਿਹੜਾ ਹੈ ਦਰਿਆਈ ਪਾਣੀ ਦੇ ਹੇਠ ਆਉਂਦਾ ਹੋਵੇ, ਜਿਹੜਾ ਤਾਂ ਵਧਾਉਣਾ ਸੀਗਾ ਉਹ ਤਾਂ ਵਧਿਆ ਨਹੀਂ, ਉਲਟਾ ਕੀ ਆ ਸਾਡੇ 'ਤੇ ਜਿਹੜਾ ਆਹ ਬੋਰਵੈਲ ਦਾ ਉਹ ਪਾਤਾ, ਬੋਝ ਪਾ ਦਿੱਤਾ। ਸਾਡਾ ਜਿਹੜਾ ਅਰਬਾਂ ਖਰਬਾਂ ਦਾ ਰਿਸੋਰਸ ਸੀਗਾ, ਚਾਹੇ ਬਿਜਲੀ ਸੀਗੀ ਪੰਜਾਬ ਦੀ, ਜੇ ਭਾਖੜੇ ਦੀ ਸਾਰੀ ਬਿਜਲੀ ਸਾਡੀ ਪ੍ਰੋਡਕਸ਼ਨ ਸੀਗੀ, ਜੇ ਸਾਨੂੰ ਮਿਲਦੀ ਤਾਂ ਮੈਨੂੰ ਲੱਗਦਾ ਕਿ ਆਹ ਕ੍ਰਾਈਸਿਸ ਹੋਣਾ ਹੀ ਨਹੀਂ ਸੀਗਾ, ਇਲੈਕਟ੍ਰੀਸਿਟੀ ਕ੍ਰਾਈਸਿਸ ਨਹੀਂ ਹੋਣਾ ਸੀਗਾ, ਇੱਥੇ ਕੋਈ ਥਰਮਲ ਪ੍ਰੋਜੈਕਟ ਨਹੀਂ ਸੀ ਲੱਗਣੇ। ਜਿਹੜੀ ਪੰਜਾਬ ਦੇ ਵਿੱਚ 20 ਜਾਂ 30 ਸਾਲ ਜਿਹੜਾ ਖੜਕੂਵਾਦ ਦਾ ਇੱਕ ਲਹਿਰ ਸੀਗਾ, ਉਹ ਸਿੱਧਾ ਆਪਾਂ ਕਹਿ ਦਈਏ ਕੋਈ ਸੈਪਰੇਟਿਸਟ ਲਹਿਰ ਨਹੀਂ ਸੀਗੀ, ਉਹ ਪਾਣੀ ਅਤੇ ਆ ਦਰਿਆਈ ਪਾਣੀ ਦੇ ਮਸਲਿਆਂ ਤੋਂ ਹੀ ਸ਼ੁਰੂ ਹੋਇਆ ਸੀਗਾ, ਫੈਡਰਲਿਜ਼ਮ ਦੇ ਮਸਲਿਆਂ ਤੋਂ, ਵੱਧ ਅਧਿਕਾਰਾਂ ਦੇ ਮਸਲਿਆਂ ਤੋਂ ਸ਼ੁਰੂ ਹੋਇਆ ਸੀਗਾ। ਉਹ ਪੰਜਾਬ ਭੋਗ ਚੱਕਿਆ ਉਸ ਚੀਜ਼ ਦਾ, ਸੰਤਾਪ ਵੀ ਭੋਗ ਲਿਆ। ਹੁਣ ਪੰਜਾਬ ਨੂੰ ਤਾਂ ਇੱਕ ਟਾਈਮ ਇਹਨਾਂ ਨੇ ਦੱਸਤਾ ਜੀ ਇਹ ਦੇਸ਼ ਦਰੋਹੀ ਸੀਗੇ ਤਾਂ ਅਸੀਂ ਇਹਨਾਂ ਨੂੰ ਮਾਰਿਆ ਕੁੱਟਿਆ। ਹੁਣ ਜਦੋਂ ਬਾਕੀਆਂ ਦੀ ਜਦੋਂ ਪ੍ਰੋਪਰਟੀ ਹੈ ਨਾ ਸਿੱਧਾ ਇੱਕ ਪ੍ਰਾਈਵੇਟ ਹੱਥਾਂ ਵਿੱਚ ਆਉਣੀ ਹੈ, ਪੂੰਜੀਪਤੀਆਂ ਦੇ ਹੱਥ 'ਚ ਆਉਣੀ ਹੈ, ਤਾਂ ਜਿਹੜਾ ਦੇਸ਼ ਹੱਲੇ ਵੀ ਭੁੱਖਮਰੀ ਦਾ ਸ਼ਿਕਾਰ ਹੈ, ਉੱਥੇ ਦੇ ਅਸਲ ਲੋਕਾਂ ਨੂੰ, ਆਮ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਕੀ ਹੋ ਰਿਹਾ। ਅਤੇ ਆਉਣ ਵਾਲੇ ਦੌਰ ਦੇ ਵਿੱਚ ਜੇ ਇਹੀ ਦੌਰ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਵੀ ਸਿਵਲ ਵਾਰ ਹੋ ਜਾਏਗੀ ਇੱਥੇ। ਭਾਰਤ ਸਰਕਾਰ ਨੇ, ਮੋਦੀ ਹਕੂਮਤ ਨੇ ਪਿਛਲੇ ਦਿਨੀ ਇੱਕ ਫੈਸਲਾ ਕੀਤਾ ਹੈ, ਭਾਖੜਾ ਡੈਮ ਦੀ ਪ੍ਰਬੰਧਕੀ ਬੋਰਡ ਦੇ ਵਿੱਚ ਇੱਕ ਅਜਿਹਾ ਬਦਲਾਅ ਕੀਤਾ ਹੈ ਕਿ ਪੰਜਾਬ ਦੇ ਭਵਿੱਖ ਦੇ ਉੱਤੇ ਬੜਾ ਵੱਡਾ ਅਸਰ ਪਏਗਾ। ਸਿੱਖ ਚਿੰਤਕ, ਪੰਜਾਬ ਦੇ ਚਿੰਤਕ ਸੋਸ਼ਲ ਮੀਡੀਆ ਰਾਹੀਂ ਆਪਣੇ ਖਾਤਿਆਂ ਰਾਹੀਂ ਇਸ ਗੱਲ ਦੀ ਜਿਹੜੀ ਉਹ ਹੂਕ ਜਿਹੜੀ ਹੈ ਮਾਰ ਰਹੇ ਕਿ ਪੰਜਾਬ ਦੇ ਚਿੰਤਕ ਸਿੱਖ ਇਕੱਠੇ ਹੋਣ ਅਤੇ ਮੋਦੀ ਹਕੂਮਤ ਨੂੰ ਇਸ ਗੱਲ ਦੇ ਖਿਲਾਫ ਜਿਹੜੀ ਆ ਉਹ ਜਵਾਬਦੇਹੀ ਪੇਸ਼ ਕਰਨ। ਸਾਡੇ ਨਾਲ ਨੌਜਵਾਨ ਗੰਗਵੀਰ ਰਾਠੌਰ ਮੌਜੂਦ ਨੇ ਜਿਹੜੇ ਇਸ ਮਸਲੇ ਦੀ ਕਾਫੀ ਸਮਝ ਰੱਖਦੇ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਗੰਗਵੀਰ ਜੀ KTV 'ਤੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੰਗਵੀਰ ਜੀ, ਸਭ ਤੋਂ ਪਹਿਲਾਂ ਅਸੀਂ ਅਜੇ ਤਾਜ਼ਾ ਪੰਜਾਬ ਦੇ ਲੋਕਾਂ ਨੇ, ਹਰਿਆਣੇ ਦੇ ਜਾਇਆ ਨੇ, ਜਾਂ ਇਹ ਕਹਿ ਲਓ ਵੀ ਸਿੱਖਾਂ ਨੇ ਇੱਕ ਬੜਾ ਵੱਡਾ ਸੰਘਰਸ਼ ਜਿੱਤ ਕੇ ਮੁੜੇ ਹਾਂ ਅਸੀਂ ਕੁਝ ਮਹੀਨੇ ਪਹਿਲਾਂ, ਕਿਸਾਨ ਸੰਘਰਸ਼।
ਉਹਦੀ ਜਿੱਤ ਦੇ ਜਸ਼ਨ ਜਾਂ ਹੱਲਾ ਬੋਲ ਜੈਕਾਰੇ ਨਾਅਰੇ ਕਾਫੀ ਅਜੇ ਤੱਕ ਵੱਜ ਰਹੇ ਆ। ਬੀਤੇ ਦਿਨ ਵੀ ਕਿਸਾਨ ਲੀਡਰਾਂ ਦਾ ਸਨਮਾਨ ਜਿਹੜੇ ਉਹਨਾਂ ਨਾਲ ਜੁੜੇ ਹੋਈਆਂ ਸੰਸਥਾਵਾਂ ਜੁੜੀਆਂ ਹੋਈਆਂ ਪਾਰਟੀਆਂ ਉਹਨਾਂ ਦੇ ਲੋਕ ਕਰ ਰਹੇ ਆ। ਔਰ ਉਹਨਾਂ ਦਿਨਾਂ ਦੇ ਵਿੱਚ ਭਾਰਤੀ ਹਕੂਮਤ ਨੇ ਇੱਕ ਬੜਾ ਵੱਡਾ ਇਹ ਐਲਾਨ ਕੀਤਾ ਹੈਗਾ, ਮਤਲਬ ਭਾਖੜਾ ਪ੍ਰਬੰਧਕੀ ਬੋਰਡ ਦੇ ਵਿੱਚ ਜਿਹੜਾ ਬਦਲਾਅ ਕੀਤਾ। ਸਭ ਤੋਂ ਪਹਿਲਾਂ ਇਹਦੇ ਨੁਕਸਾਨ ਨੂੰ ਬਹੁਤ ਸਾਰੇ ਜਿਹੜਾ ਯੂਥ ਹੈ ਜਾਂ ਅਸੀਂ ਵੀ ਇਵਨ ਕਿ ਸ਼ਾਇਦ ਮੀਡੀਆ ਜਿਹੜਾ ਪੰਜਾਬ ਪੱਖੀ ਮੀਡੀਆ ਹੀ ਆਪਦੇ ਆਪ ਨੂੰ ਕਿਤੇ ਨਾ ਕਿਤੇ ਸਮਝਦੇ ਹੋਈਏ ਜਾਂ ਲੋਕ ਸਾਡੇ ਤੋਂ ਆਸ ਲਾਉਂਦੇ ਹੋਣ, ਅਸੀਂ ਸਮਝ ਨਹੀਂ ਸਕੇ ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਇਹਦੇ 'ਚ ਹੋ ਸਕਦਾ। ਦੇਖੋ, ਜਿੱਥੇ ਤੱਕ ਇਹ ਨੁਕਸਾਨ ਦੀ ਗੱਲ ਹੈ, ਇਹ ਨੁਕਸਾਨ ਜੇ ਮੋٹے ਤੌਰ ਤੇ ਦੇਖਿਆ ਜਾਵੇ, ਜਿਹੜੇ ਖੇਤੀ ਬਿੱਲਾਂ ਦੇ ਲਾਗੂ ਹੋਣ ਤੋਂ ਬਾਅਦ ਨੁਕਸਾਨ ਹੋਣ ਦੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਸਨ, ਇਹ ਨੁਕਸਾਨ ਉਹਨਾਂ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਇਸ ਕਾਨੂੰਨ ਦੇ ਜ਼ਰੀਏ ਭਾਰਤ ਦੀ ਕੇਂਦਰੀ ਸਰਕਾਰ ਭਾਰਤ ਦੇ ਵਿੱਚ ਹਰੇਕ ਜਿਹੜਾ ਰਿਸੋਰਸ ਹੈ, ਜਿਹੜਾ ਉੱਥੇ ਦਾ ਕੁਦਰਤੀ ਰਿਸੋਰਸ ਹੈ, ਉਹਦਾ ਕੰਟਰੋਲ ਆਪਣੇ ਹੱਥ ਲੈ ਰਹੀ ਹੈ। ਇਹਦਾ ਮਤਲਬ ਇਹ ਆ ਗਿਆ ਹੈ ਕਿ ਹੁਣ ਸੂਬੇ ਕਮਜ਼ੋਰ ਹੋ ਜਾਣਗੇ ਅਤੇ ਸੂਬਿਆਂ ਦਾ ਕੋਈ ਹੱਕ ਨਹੀਂ ਰਹਿ ਜਾਊਗਾ। ਅਤੇ ਇਹ ਡਾਇਰੈਕਟ ਕੇਂਦਰੀਕਰਨ ਦੀ ਪੋਲਿਸੀ ਹੈ ਜੋ ਬਾਕੀ ਸੂਬਿਆਂ 'ਤੇ ਲਾਗੂ ਹੋਈ ਹੈ। ਅਤੇ ਇਹਦੇ ਨਾਲ ਮੈਨੂੰ ਲੱਗਦਾ ਵੀ ਸੂਬਿਆਂ ਦਾ ਇੱਕ ਜਿਹੜਾ ਹੋਂਦ ਹੈ, ਜਾਂ ਆਪਾਂ ਕਹਿ ਦਈਏ ਕਿ ਉਹਨਾਂ ਦੀ ਡਾਈਵਰਸਿਟੀ ਜਾਂ ਉਹਨਾਂ ਦੀ ਇੱਕ ਪੋਲੀਟੀਕਲ ਆਈਡੈਂਟੀਟੀ ਵੀ ਹੈ, ਉਹਦੇ ਵਿੱਚ ਜੋ ਉਹਨਾਂ ਦੇ ਹੱਕ ਸੀਗੇ ਜਾਂ ਸੰਵਿਧਾਨ ਦੇ ਵਿੱਚ ਸੂਬਿਆਂ ਨੂੰ ਜੋ ਹੱਕ ਦਿੱਤੇ ਗਏ ਸੀਗੇ, ਉਹਦੇ ਕੋਲੋਂ ਕੇਂਦਰ ਸਰਕਾਰ ਨੇ ਇਹ ਸਾਰੇ ਹੱਕ ਖੋਲ੍ਹੇ ਗਏ ਹੈ। ਅਤੇ ਹੁਣ ਭਾਰਤ ਦੇ ਵਿੱਚ ਕੇਂਦਰੀਕਰਨ ਦੀ ਨੀਤੀਆਂ ਲਈ ਸਿੱਧਾ ਖੁੱਲ੍ਹਮ ਖੁੱਲ੍ਹਾ ਰਾਹ ਹੋ ਗਿਆ ਹੈ। ਦੇਖੋ, ਪੰਜਾਬ ਨਾਲ ਤਾਂ ਕੇਂਦਰੀਕਰਨ ਦੀ ਜਿਹੜੀ ਸਾਜ਼ਿਸ਼ ਹੈ ਉਹ ਤਕਰੀਬਨ 70 ਸਾਲ ਤੋਂ ਚੱਲਦੀਆਂ ਹੀ ਆ ਰਹੀਆਂ ਸੀਗੀਆਂ। ਜਿਵੇਂ BBMB ਦੀ ਜਿਹੜੀ ਫੋਰਮੇਸ਼ਨ ਹੈ, ਇਹ ਹੈ ਹੀ ਇਲੀਗਲ ਸੀਗੀ, ਜਾਂ ਪੰਜਾਬ ਦੇ ਰਿਸੋਰਸਿਸ ਸਾਰੇ ਖੋਲ੍ਹੇ ਗਏ। ਪਰ ਹੁਣ ਖੁੱਲ੍ਹਮ ਖੁੱਲ੍ਹਾ ਕੇਂਦਰ ਸਰਕਾਰ ਨੇ ਆਪਣਾ ਖਦਸ਼ਾ ਜ਼ਾਹਰ ਕਰ ਦਿੱਤਾ ਹੈ, ਆਪਣਾ ਸੋਚ ਦਿਖਾ ਦਿੱਤੀ ਹੈ ਕਿ ਉਹ ਬਾਕੀ ਥਾਂ ਵੀ ਇਹ ਕਰਨਗੇ। ਸਿਰ ਪੰਜਾਬ ਹੀ ਨਹੀਂ, ਬਾਕੀ ਸਾਰੇ ਡੈਮਾਂ ਦਾ ਕੰਟਰੋਲ, ਵੱਡੇ ਡੈਮਾਂ ਦਾ ਕੰਟਰੋਲ ਜਿਹੜਾ ਹੈ ਹੁਣ ਕੇਂਦਰ ਸਰਕਾਰ ਆਪਣੇ ਹੱਥ ਲੈਣ ਜਾ ਰਹੀ ਹੈ। ਤਾਂ ਭਾਰਤ ਇੱਕ ਅਜਿਹਾ ਮੁਲਕ ਸੀ, ਸਾਰੇ ਰਾਜਾਂ ਦੀ ਵੰਨ ਸੁਵੰਨਤਾ ਸੀ, ਸਾਰੇ ਰਾਜਾਂ ਕੋਲ ਆਪਣੇ ਅਧਿਕਾਰ ਸੀ, ਸਾਰਿਆਂ ਦਾ ਮਤਲਬ ਵੱਖਰਾ ਤੌਰ ਤਰੀਕਾ ਸੀ, ਵਿਚਰਨ ਦੀ ਗੱਲਬਾਤ ਵੱਖਰੀ ਸੀ। ਜਦੋਂ ਉਹਨਾਂ ਨੂੰ ਕੋਈ ਲੱਗਦਾ ਵੀ ਸਾਡੇ ਰਾਜ ਦੇ ਨਾਲ ਭਾਰਤੀ ਹਕੂਮਤ ਸੈਂਟਰ ਸਰਕਾਰ ਵਧੀਕੀ ਕਰਦੀ ਹੈ, ਤਾਂ ਉਹਨਾਂ ਨੂੰ ਇਤਿਹਾਸ ਗਵਾਹ ਵੀ ਸਿੱਧੇ ਹੋ ਖਲੋਂਦੇ ਸੀ ਵੀ ਨਹੀਂ ਜੀ, ਇਹ ਸਾਡੇ ਅਧਿਕਾਰ ਆ, ਤੁਸੀਂ ਨਹੀਂ ਕਰ ਸਕਦੇ। ਤਾਂ ਜੇ ਹੁਣ ਸਿੱਧੇ ਤੌਰ 'ਤੇ ਉਹਨਾਂ ਨੇ ਪਹਿਲਾਂ ਹੋਰ ਵੀ ਡੈਮ ਦੇ ਪ੍ਰਬੰਧ ਆਪਦੇ ਹੱਥੀਂ ਲਏ, ਉੱਥੇ ਉਹ ਰਾਜ ਨਹੀਂ ਬੋਲੇ, ਤਾਂ ਪੰਜਾਬ ਥੋੜ੍ਹਾ ਕੁਸਕਣ ਲੱਗਿਆ ਸੀ। 2 ਦਿਨਾਂ ਤੋਂ ਦੇਖ ਰਹੇ ਹਾਂ, ਮੀਟਿੰਗਾਂ ਵੀ ਹੋ ਰਹੀਆਂ ਕਈ ਥਾਈਂ, ਜਿੱਦਾਂ ਅਸੀਂ ਮੀਡੀਆ ਦੀ ਗੱਲਬਾਤ ਕੀਤੀ ਹੈ, ਜਿੰਨਾ ਕਿਸ ਕੋਲ ਸ਼ਾਇਦ ਪਹੁੰਚ ਜਾਊ ਗੱਲਬਾਤ ਕਰ ਰਹੇ ਆ। ਤਾਂ ਤੁਹਾਨੂੰ ਲੱਗਦਾ ਵੀ ਇਹ ਐਡੇ ਵੱਡੇ ਪੱਧਰ 'ਤੇ ਇਹ ਵੀ ਲਹਿਰ ਖੜੀ ਹੋ ਜਾਊਗੀ? ਜਿੱਦਾਂ ਤੁਸੀਂ ਤਾਂ ਬਹੁਤ ਵੱਡੀ ਤੁਲਨਾ ਕੀਤੀ ਵੀ ਖੇਤੀ ਕਾਨੂੰਨ ਜਿਹੜੇ ਸੀਗੇ ਸ਼ਾਇਦ ਉਹ ਵੀ ਇੰਨੇ ਖਤਰਨਾਕ ਨਹੀਂ ਸੀਗੇ ਜਿੰਨਾ ਇਹ ਜਿਹੜਾ BBMB ਦੇ ਵਿੱਚੋਂ ਪੰਜਾਬ ਦਾ ਜਿਹੜਾ ਅਧਿਕਾਰ ਖੋਹ ਲੈਣ ਦੀ ਗੱਲ ਕੀਤੀ ਹੈਗੀ। ਦੇਖੋ, ਜੇਕਰ ਤਾਂ ਲੋਕ ਜਾਣਦੇ ਹਨ ਕਿ ਫੈਡਰਲਿਜ਼ਮ ਕੀ ਹੈ ਅਤੇ ਭਾਰਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਜਾਂ ਫੈਡਰਲ ਜੇ ਸੂਬਿਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਜੇ ਲੱਗਦਾ ਕਿ ਸਾਰੇ ਸੂਬੇ ਮਿਲ ਕੇ ਅਤੇ ਬਰਾਬਰੀ ਦੇ ਹਿਸਾਬ ਨਾਲ ਅਤੇ ਇੱਕ ਸੰਘੀ ਢਾਂਚੇ ਵਿੱਚ ਰਹਿਣ, ਤਾਂ ਮੈਨੂੰ ਲੱਗਦਾ ਵੀ ਉਹ ਇੱਕ ਹੁਣ ਸੁਪਨਾ ਹੀ ਰਹਿ ਜਾਣਾ। ਅਤੇ ਜੇ ਲੋਕ ਵਾਕਈ ਚਿੰਤਤ ਹਨ ਤਾਂ ਉਹਨਾਂ ਨੂੰ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਦੇਖੋ, ਖੇਤੀ ਬਿੱਲਾਂ ਕਰਕੇ ਪੰਜਾਬ ਬੋਲਿਆ ਸੀਗਾ, ਕਿਉਂਕਿ ਪੰਜਾਬ ਦਾ ਸਾਰਾ ਅਰਥਚਾਰਾ ਖੇਤੀ 'ਤੇ ਨਿਰਭਰ ਕਰਦਾ ਸੀਗਾ, ਅਤੇ ਤਾਂ ਅੰਦੋਲਨ ਨੂੰ ਵੀ ਪੰਜਾਬ ਨੇ ਹੀ ਲੀਡ ਕੀਤਾ ਹੈ। ਪਰ ਇਹ ਤਾਂ ਹੁਣ ਕੀ ਹੈ ਵੀ ਪੰਜਾਬ ਤਾਂ ਪਹਿਲਾਂ ਹੀ ਸ਼ਿਕਾਰ ਸੀਗਾ, ਪੀੜਤ ਸੀਗਾ, ਪੰਜਾਬ ਦੇ ਤਾਂ ਪਹਿਲੇ ਆਲਰੇਡੀ ਖੋਏ ਗਏ ਸੀ। ਹੁਣ ਜਿਹਦੇ ਕੋਲ ਰਹਿੰਦੇ ਖੁੰਦੇ ਵੀ ਪ੍ਰੋਜੈਕਟ ਹੈਗੇ ਆ ਬਾਕੀ ਸਟੇਟਾਂ ਕੋਲ, ਉਹਨਾਂ ਨੂੰ ਸੋਚਣਾ ਪੈਣਾ ਹੈ। ਹੁਣ ਇਸ ਮਸਲੇ 'ਤੇ ਮੈਂ ਇੱਕ ਚੀਜ਼ ਦੱਸਦਾ, ਇਹ ਕਾਨੂੰਨ ਇੱਕ ਰਾਜ 'ਚ ਨਹੀਂ ਆਇਆ, ਇਹ 2 ਅਗਸਤ 2019 ਦੇ ਵਿੱਚ ਲੋਕ ਸਭਾ 'ਚ ਪਾਸ ਹੋਇਆ। ਤਾਂ ਉਸ ਵੇਲੇ ਅੱਜ ਹੁਣ ਬਿਆਨ ਆ ਰਹੇ ਆ ਨਾ ਵੀ ਕਾਂਗਰਸ ਵੱਲੋਂ ਵੀ ਬਿਆਨ ਆ ਰਹੇ ਹੈ, ਅਕਾਲੀਆਂ ਵੱਲੋਂ ਵੀ। ਹੁਣ ਸਾਡੇ ਅਕਾਲੀ ਜਿਹੜੇ ਸੀਗੇ ਮੇਨ, ਸੁਖਬੀਰ ਸਿੰਘ ਬਾਦਲ ਜੀ ਉਸ ਵਜ਼ਾਰਤ ਦਾ ਹਿੱਸਾ ਸਨ, ਸਾਡੀ ਬੀਬਾ ਭੈਣ ਜੀ ਹਰਸਿਮਰਤ ਕੌਰ ਬਾਦਲ ਉਸ ਵਜ਼ਾਰਤ ਵਿੱਚ ਮੰਤਰੀ ਸਨ। 2019 'ਚ ਜਿਹੜਾ ਅਗਸਤ 2019 'ਚ ਜਿਹੜਾ ਉਹ ਪਾਸ ਹੁੰਦਾ ਹੈ, ਜੇਕਰ ਪੰਜਾਬ ਦੇ 13 MPਆਂ 'ਚੋਂ ਈਵਨ ਜਿੱਦਾਂ ਭਗਵੰਤ ਮਾਨ ਸਾਹਿਬ ਹੈ ਦੂਸਰੀ ਵਾਰ ਇਹ ਵੀ MP ਸੀਗੇ ਬਣੇ, ਇਹ ਵੀ ਲੋਕ ਸਭਾ 'ਚ ਬੈਠੇ ਸੀਗੇ, ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕੀ ਬਿੱਲ ਸੀ, ਕਿਹੜਾ ਪਾਸ ਹੋਇਆ। ਜਾਂ ਮਨੀਸ਼ ਤਿਵਾਰੀ ਜੀ ਬੈਠੇ ਸੀਗੇ, ਰਵਨੀਤ ਸਿੰਘ ਬਿੱਟੂ ਜੀ ਸੀਗੇ, ਡਿੰਪਾ ਜੀ ਸੀਗੇ, ਫਿਰ ਇੱਦਾਂ ਸਾਡੇ ਰਾਜ ਸਭਾ 'ਚ ਜਿਹੜੇ ਬੈਠੇ ਹੈ, ਗੁਜਰਾਲ ਸਾਹਿਬ ਬੈਠੇ ਹੈ, ਜਾਂ ਮੈਡਮ ਅੰਬਿਕਾ ਸੋਨੀ ਬੈਠੇ ਹੈ, ਇਹ ਕਿੱਥੇ ਸਨ? ਰਾਜ ਸਭਾ 'ਚ ਵੀ ਬਿੱਲ ਜਿਹੜਾ ਆਹ ਪਿਛਲੀ ਦਸੰਬਰ 'ਚ ਪਾਸ ਹੋ ਗਿਆ।
ਤੇ ਹੁਣ ਸਵਾਲ ਤਾਂ ਇਹੀ ਹੈ ਵੀ ਜਿਹੜੇ ਰਾਜਨੀਤਿਕ ਲੋਕਾਂ ਨੇ ਗੱਲ ਕਰਨੀ ਸੀ ਉਹ ਕਿੱਥੇ ਸੀਗੇ। ਇਹਦੇ ਮੁਕਾਬਲੇ ਤੁਸੀਂ ਇਹ ਦੇਖ ਲਓ ਵੀ 2019 ਚ ਇਸ ਬਿੱਲ ਖਿਲਾਫ ਜੇ ਚੈਲੰਜ ਕਿਸੇ ਨੇ ਦਿੱਤਾ ਹੈ ਤੇ ਉਹ ਸਾਊਥ ਤੋਂ, ਤਾਮਿਲਨਾਡੂ ਤੋਂ DMK ਦੇ ਇੱਕ ਸਾਂਸਦ ਨੇ ਇਸ 'ਤੇ ਸਵਾਲ ਚੱਕਿਆ ਸੀ ਤੇ ਉਸਨੇ ਇਸ ਕਾਨੂੰਨ ਨੂੰ ਮਦਰਾਸ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਦੂਜੇ ਪਾਸੇ ਪੰਜਾਬ ਦੇ ਜਿਹੜੇ ਲੀਡਰ ਸੀਗੇ ਜਾਂ ਰਹਿਨੁਮਾ ਸੀਗੇ ਜਾਂ ਸਾਡੇ ਪ੍ਰਤੀਨਿਧੀ ਸੀਗੇ, ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਕੁਝ। ਬਿਲਕੁਲ ਤੁਸੀਂ ਇਹ ਗੱਲ ਬੜੀ ਗੁੱਝੀ ਕੀਤੀ ਹੈ, ਕਿਉਂਕਿ ਆਮ ਲੋਕ ਜਿਹੜੇ ਵਿਚਰਦੇ ਹੋਣ, ਸਾਡੇ ਤੱਕ ਤੇ ਗੱਲ ਉਦੋਂ ਪਹੁੰਚੀ ਨਹੀਂ ਨਾ ਜਦੋਂ ਕਾਨੂੰਨ ਅੰਦਰ ਉੱਥੇ ਸੰਸਦ 'ਚ ਬਣ ਗਿਆ, ਪੇਸ਼ ਕੀਤਾ ਬਿੱਲ, ਪਹਿਲਾਂ ਬਿੱਲ ਆਇਆ, ਫਿਰ ਉਹਨਾਂ ਨੇ ਪਾਸ ਕਰਤਾ, ਹੁਣ ਬਿਲਕੁਲ ਲਾਗੂ ਹੀ ਕਰਤਾ। ਜਦੋਂ ਉੱਥੇ ਜਿਹੜੀ ਫੋਰਸ ਹੈਗੀ, ਪੰਜਾਬ ਪੁਲਿਸ ਦਾ ਵੀ ਅਧਿਕਾਰ ਪਾਸੇ ਰਹਿ ਗਿਆ, ਹਿਮਾਚਲ ਪੁਲਿਸ ਦਾ ਵੀ ਸਾਈਡ 'ਤੇ ਰਹਿ ਗਿਆ, ਉਹ ਆਂਦੇ ਵੀ ਉੱਥੇ ਫੋਰਸ ਵੀ ਸਾਡੀ ਲੱਗਣੀ ਵੱਖਰੀ ਹੋਊਗੀ, ਤਾਂ ਉਹਦੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਸੋਸ਼ਲ ਮੀਡੀਆ ਦੇ ਲੋਕ, ਜਦੋਂ ਇੱਕ ਡਰ ਦਾ ਮਾਹੌਲ ਵੀ ਪੈਦਾ ਹੋ ਸਕਦਾ ਆਉਣ ਵਾਲੇ ਸਮੇਂ 'ਚ। ਤਾਂ ਹੁਣ ਜਿਹੜੀਆਂ ਇਹ ਸੋਸ਼ਲ ਮੀਡੀਆ ਰਾਹੀਂ ਟਵਿੱਟਰ 'ਤੇ ਵੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਅਸੀਂ ਇਹ ਚੀਜ਼ ਕਦੇ ਬਰਦਾਸ਼ਤ ਨਹੀਂ ਕਰਾਂਗੇ। ਤੇ ਬਰਦਾਸ਼ਤ ਉਦੋਂ ਕਿਉਂ ਕਰ ਲਈ ਜਦੋਂ ਸਾਰਾ ਕੰਮ ਹੋ ਗਿਆ? ਸੇਮ ਉਹੀ ਸਿਚੁਏਸ਼ਨ ਹੈ ਜਦੋਂ ਖੇਤੀ ਕਾਨੂੰਨ ਤਿਆਰ ਹੋਏ, ਬਣੇ, ਉੱਥੇ ਬਿੱਲ ਆਇਆ, ਪਾਸ ਹੋਏ, ਜਦੋਂ ਬਿਲਕੁਲ ਲਾਂਚ ਕਰਤੇ ਉਹਨਾਂ ਨੇ, ਲਓ ਜੀ ਹੁਣ ਲਾਗੂ ਕਰੋ, ਉਦੋਂ ਆ ਕੇ ਫਿਰ ਲੋਕਾਂ ਦਾ ਨਹੀਂ ਅਸੀਂ ਆਨੇ ਮਾੜੇ ਆ। ਇਹ ਸੇਮ ਸਿਚੁਏਸ਼ਨ ਫਿਰ ਬਣ ਗਈ। ਦੇਖੋ ਇਹੀ ਤਾਂ ਪੰਜਾਬ ਦਾ ਦੁਖਾਂਤ ਹੈ ਨਾ, ਜਦੋਂ ਕੋਈ ਕਾਨੂੰਨ ਬਣਿਆ ਇਹ ਉਹਦੇ ਵਿੱਚ ਹਿੱਸੇਦਾਰ ਸੀਗੇ, ਬਾਅਦ ਚੋਂ ਵੀ ਇਹ ਉਹਦੇ ਹੱਕ 'ਚ ਬੋਲਦੇ ਰਹੇ। ਜਦੋਂ ਲੋਕਾਂ ਨੇ ਇਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਕਰ ਦਿੱਤਾ, ਇਹਨਾਂ ਦਾ ਵਿਰੋਧ ਹੋਣ ਲੱਗ ਗਿਆ, ਉਦੋਂ ਇਹ ਹੋ ਗਏ ਜੀ ਅਸੀਂ ਤਾਂ ਇਸ ਬਿੱਲ ਦੇ ਖਿਲਾਫ ਸੀ। ਹੁਣ ਇਹੀ ਤਾਂ ਸਵਾਲ ਹੈ ਵੀ ਅੱਜ ਤੁਸੀਂ ਸਟੇਟਮੈਂਟ ਦੇ ਰਹੇ ਹੋ, ਜਿਸ ਦਿਨ ਲੋਕ ਸਭਾ 'ਚ ਪੇਸ਼ ਹੋ ਰਿਹਾ ਸੀਗਾ ਤੁਸੀਂ ਵੀ ਉੱਥੇ ਸੀਗੇ, ਵੀ ਤੁਹਾਡੇ 13 ਦੇ 13 ਮੈਂਬਰ, ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਹੈ, ਚਾਹੇ ਉਹ ਕਾਂਗਰਸ ਪਾਰਟੀ ਦੇ MP ਹੈ, ਈਵਨ ਪਰਨੀਤ ਕੌਰ ਸਾਹਿਬਾ ਜਿਹੜੇ ਹੈ ਸਾਡੇ ਸੀਨੀਅਰ ਸੰਸਦ ਮੈਂਬਰ ਹੈ, ਹੁਣ ਅਮਰਿੰਦਰ ਸਿੰਘ ਜੀ ਭਾਜਪਾ ਨਾਲ ਬੈਠੇ ਹੈ, ਤੇ ਉਹ ਈਵਨ ਢੀਂਡਸਾ ਸਾਹਿਬ ਰਾਜ ਸਭਾ ਮੈਂਬਰ ਹੈ। ਅਤੇ ਕਿੱਥੇ ਸਨ ਇਹ ਬੰਦੇ ਜਦੋਂ ਇਹ ਕਾਨੂੰਨ ਬਣ ਰਹੇ ਸੀਗੇ ਜਾਂ ਹੁਣ ਰਾਜ ਸਭਾ 'ਚ ਵੀ ਪਾਸ ਹੋਏ ਆ? ਇਹਨਾਂ ਦਾ ਤਾਂ ਕੋਈ ਰਿਐਕਸ਼ਨ ਹੀ ਨਹੀਂ ਆਇਆ। ਮੀਡੀਆ 'ਚ ਰੌਲਾ ਪੈਂਦਾ, 4 ਦਿਨ ਬੋਲ ਲੈਂਦੇ ਆ ਅਸੀਂ ਜੀ ਵਿਰੋਧ ਕਰਾਂਗੇ। ਵਿਰੋਧ ਦਾ ਮਤਲਬ ਕੀ ਹੈ ਤੁਹਾਡਾ? ਤੁਸੀਂ ਪ੍ਰੋਟੈਸਟ ਕਿਸ ਵੇ 'ਚ ਕਰਨਾ ਚਾਹੁੰਦੇ ਆ? ਜਦ ਤੁਸੀਂ ਤੁਹਾਡੀ ਡਿਊਟੀ ਲੋਕ ਸਭਾ 'ਚ ਸੀਗੀ, ਤੁਸੀਂ ਉੱਥੇ ਤਾਂ ਕੁਝ ਬੋਲੇ ਨਹੀਂ, ਤੁਸੀਂ ਰਾਜ ਸਭਾ 'ਚ ਗੱਲ ਕੀਤੀ ਨਹੀਂ ਹੈ। ਤੁਸੀਂ ਮੀਡੀਆ 'ਚ ਬਿਆਨ ਕਿਸ ਗੱਲੋਂ ਦੇਣਾ ਚਾਹੁੰਦੇ ਆ ਵੀ ਹਾਂਜੀ ਅਸੀਂ ਇਸ ਮਾਮਲੇ 'ਤੇ ਬੋਲੇ ਹਾਂ? ਲੋਕਾਂ ਸੱਚੇ ਹੋਣ ਨੂੰ ਜਦੋਂ ਕੰਮ ਹੋ ਰਿਹਾ ਸੀ। ਤਾਂ ਅਸੀਂ ਇਹਨਾਂ 'ਤੇ ਵੀ ਡਿਟੇਲ ਨਾਲ ਗੱਲ ਕਰਾਂਗੇ, ਪਰ ਪਹਿਲਾਂ ਜੇ ਅਸੀਂ ਸਿੱਧੇ ਸ਼ਬਦਾਂ 'ਚ ਹੁਣ ਦੱਸਣਾ ਹੋਵੇ ਲੋਕਾਂ ਨੂੰ ਵੀ ਪਹਿਲਾਂ ਭਾਖੜਾ ਬੋਰਡ ਦਾ ਪੰਜਾਬ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਲਾ ਲਓ, ਅਸੀਂ ਪੰਜਾਬ ਦੀ ਗੱਲ ਪਹਿਲਾਂ ਕਰ ਲੈਂਦੇ ਹਾਂ, ਕਿੰਨਾ ਕੁ ਫਾਇਦਾ ਸੀਗਾ? ਜੇ ਹੁਣ ਸੈਂਟਰ ਦੇ ਅਧਿਕਾਰ ਜਿਹੜੇ ਉਹਨੇ ਖੋਲ੍ਹੇ ਆ, ਜਿਹੜਾ ਹੁਣ ਤਬਦੀਲੀ ਹੋਈ ਹੈ, ਉਹਦੇ ਨਾਲ ਪੰਜਾਬ ਦਾ ਨੁਕਸਾਨ, ਜਿਸ ਕੋਈ ਪ੍ਰੈਕਟੀਕਲੀ ਰੂਪ 'ਚ ਹੀ ਦੇਖੀਏ, ਕੋਈ ਪਾਣੀ ਦਾ ਨੁਕਸਾਨ ਹੋਊਗਾ, ਕੀ ਹੋਊਗਾ ਉਹਦੇ ਕਿਵੇਂ? ਤੁਸੀਂ ਦੇਖੋ ਭਾਖੜਾ ਬੋਰਡ ਦਾ ਤਾਂ ਐਕਚੁਅਲ ਵਿੱਚ ਤਾਂ ਪੰਜਾਬ ਦੇ ਸਿਰ 'ਤੇ ਇਹ ਫਾਹਾ ਹੀ ਪਾਇਆ ਹੋਇਆ। ਭਾਖੜਾ ਵਿੱਚ ਅਦਰ ਸਟੇਟ ਜਿਹੜੇ ਆ ਸਾਡੇ ਸ਼ਰੀਕ ਸਟੇਟ ਹੈ, ਉਹਨਾਂ ਨੂੰ ਹਿੱਸੇਦਾਰ ਬਣਾਇਆ ਹੋਇਆ। ਜਿਹੜੇ ਨੋਨ ਰਾਈਪੇਰੀਅਨ ਸਟੇਟ ਹੈ ਉਹ ਸਾਡਾ ਪਾਣੀ ਲੈਂਦੇ ਆ, ਤਾਂ ਇਹ ਇੱਕ ਤਰ੍ਹਾਂ ਦਾ ਸਿੱਧਾ ਹੀ ਕੋਲੋਨਾਈਜੇਸ਼ਨ ਦਾ ਉਹ ਸੀਗਾ। ਪਰ ਫਿਰ ਵੀ ਹੁਣ ਜਿਹੜਾ ਕੀ ਸੀਗਾ ਵੀ ਉਹਦੇ ਵਿੱਚ ਜਿਵੇਂ ਕਿ ਚੇਅਰਮੈਨ ਨਹੀਂ ਸੀਗੇ, ਉਹਨਾਂ ਦੇ 3 ਮੈਂਬਰਾਂ ਜਿਹੜੇ ਮੇਨ ਮੈਂਬਰ ਹੁੰਦੇ ਸੀ, ਚੇਅਰਮੈਨ ਤੋਂ ਇਲਾਵਾ 2 ਮੈਂਬਰ ਹੁੰਦੇ ਸੀ, ਉਹ ਪੰਜਾਬ ਹਰਿਆਣਾ ਤੋਂ ਹੁੰਦੇ ਸੀ। ਹੁਣ ਪੰਜਾਬ ਹਰਿਆਣਾ ਉਹ ਮੈਂਬਰ ਨਹੀਂ ਭੇਜ ਸਕਦੇ। ਦੂਸਰੀ ਗੱਲ 12,000 EMPLOYE ਹੈ ਭਾਖੜੇ ਦਾ, ਉਹਨਾਂ ਦੀ ਭਰਤੀ 'ਤੇ ਅਸਰ ਪਏਗਾ। ਉਹ ਪੰਜਾਬ ਅਤੇ ਹਰਿਆਣੇ 'ਚੋਂ ਕਾਡਰ ਜਾਂਦਾ ਸੀ, ਕੋਟਾ ਜਾਂਦਾ ਸੀਗਾ, ਜਿਸ ਸਟੇਟ ਦੇ ਰੇਸ਼ੋ ਦੇ ਹਿਸਾਬ ਨਾਲ ਉੱਥੋਂ EMPLOYE ਭੇਜਦੇ ਸੀ। ਹੁਣ ਸਿੱਧਾ ਇਹਨਾਂ ਦਾ ਨੁਕਸਾਨ ਹੋਣਾ। ਫਿਰ 696 ਜਾਂ 695 ਉਹਨਾਂ ਦਾ A ਗ੍ਰੇਡ ਦੇ ਉਹ ਹੈ ਭਰਤੀਆਂ, ਵੈਕੈਂਸੀਆਂ ਹੈ A ਲੈਵਲ ਦੀਆਂ, ਉਹ ਸਿੱਧੀਆਂ ਕੇਂਦਰ ਸਰਕਾਰ ਦੇ ਹੱਥ ਚਲੀਆਂ ਗਈਆਂ। ਸੋ ਪੰਜਾਬ ਨੇ ਤਾਂ ਮੈਂ ਦੱਸਦਾ ਪਿਆ ਵੀ ਪਿਛਲੇ 15 ਕੁ ਸਾਲ ਤੋਂ ਇਹਨਾਂ ਨੇ ਆਪਣਾ ਜਿਹੜਾ ਕੋਟਾ ਸੀਗਾ, ਬੈਕਲੌਗ ਸੀਗਾ, BBMB ਨੂੰ ਪੂਰਾ ਹੀ ਨਹੀਂ ਕੀਤਾ ਬਾਦਲ ਸਾਹਿਬ ਨੇ, ਨਾ ਕੈਪਟਨ ਸਾਹਿਬ ਨੇ। ਅਤੇ ਹੁਣ ਉਹ ਸਿੱਧਾ ਹੀ ਜਦੋਂ ਈਵਨ 2018 ਵਿੱਚ ਵੀ ਉਹਨਾਂ ਨੇ ਚੇਅਰਮੈਨ ਹਿਮਾਚਲ ਦਾ ਲਾਇਆ ਸੀਗਾ, ਉਦੋਂ ਵੀ ਪੰਜਾਬ ਸਰਕਾਰ ਨੇ ਉਸ ਦਾ ਵਿਰੋਧ ਨਹੀਂ ਸੀ ਕੀਤਾ। ਸੋ ਤੁਹਾਨੂੰ ਦਿਖਦਾ ਹੀ ਪਿਆ ਵੇ ਹੁਣ ਜਿਹੜਾ ਕਾਗਜ਼ੀ ਵਿਰੋਧ ਕਰਕੇ ਕੀ ਕਰ ਸਕਦੇ ਆ ਇਹ, ਜਾਂ ਤਾਂ ਕੁਛ ਇਹ ਹੋਊਗਾ ਵੀ ਹੋਰ ਸੂਬਿਆਂ ਨੂੰ ਲੈ ਕੇ ਕੋਈ ਵੱਡਾ ਅੰਦੋਲਨ ਕਰੀਏ, ਐਮਰਜੈਂਸੀ ਵਰਗਾ ਕੋਈ ਵਿਰੋਧ ਜਤਾਈਏ, ਉਹ ਤਾਂ ਹੋ ਸਕਦਾ। ਇੱਕ ਪ੍ਰੈਸ ਕਾਨਫਰੰਸ ਕਰਕੇ 2 ਬਿਆਨ ਦੇ ਦਿੱਤੇ ਜੀ ਅਸੀਂ ਇਹਦੀ ਨਿੰਦਾ ਕਰਦੇ ਹਾਂ, ਜਾਂ ਉਹ ਕੋਈ ਮਾਇਨੇ ਨਹੀਂ ਰੱਖਦਾ। ਸੋ ਇਹਦੇ ਨਾਲ ਕੀ ਹੈ ਕਿ ਜਿਹੜਾ ਪੰਜਾਬ ਦੇ ਕੰਟੈਕਸਟ ਵਿੱਚ ਇਸ ਕਰਕੇ ਮੈਂ ਬੋਲਦਾ ਕਿ ਇਹਦੇ ਨਾਲ ਪੰਜਾਬ ਨਾਰਥ ਇੰਡੀਆ ਦਾ ਇੱਕ ਉਹ ਅਜਿਹਾ ਸੂਬਾ ਹੈ ਜਿੱਥੇ ਸਿੱਖ ਬਹੁ ਗਿਣਤੀ ਹਨ, ਤਾਂ ਇੱਕ ਤਰ੍ਹਾਂ ਦਾ ਜਿਹੜਾ ਸਿੱਖਾਂ ਦਾ ਅਸਰ ਹੈ ਨਾਰਥ ਇੰਡੀਆ 'ਚ, ਸਿੱਖਾਂ ਦੀ ਜਿਹੜੀ ਪ੍ਰੋਪਰਟੀ ਸੀਗੀ, ਸਿੱਖ ਖਿੱਤੇ ਵਿੱਚ ਜਿਹੜੀ ਪ੍ਰੋਪਰਟੀ ਸੀਗੀ, ਉਹਨੂੰ ਹੌਲੀ ਹੌਲੀ ਜਿਹੜਾ ਹੈ ਨਵੀਂ ਦਿੱਲੀ ਆਪਣੇ ਕਾਬੂ 'ਚ ਕਰ ਰਹੀ ਹੈ। ਇੱਕ ਤਰ੍ਹਾਂ ਦਾ ਇਹ ਇੰਪੀਰੀਅਲਿਜ਼ਮ ਦਾ ਹੀ ਇੰਪੈਕਟ ਹੈ, ਜਾਂ ਇੰਪੀਰੀਅਲਿਸਟ ਸੋਚ ਹੈ ਕਿ ਜਿਹੜਾ ਇੱਕ ਕੁਦਰਤੀ ਜਿਹੜਾ ਵਸੀਲਾ ਹੈ, ਇੱਕ ਖਿੱਤੇ ਕੋ ਕੁਛ ਵੀ ਨਾ ਰਹਿਣ ਦੇਣਾ, ਸਭ ਕੁਝ ਕਾਬੂ ਕਰ ਲੈਣਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹਦਾ ਪੰਜਾਬ ਦੇ
ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਜਿੰਨੀਆਂ ਪੋਲਿਸੀਜ਼ ਬਣਨੀਆਂ, ਪਾਵਰ ਡਿਸਟ੍ਰੀਬਿਊਸ਼ਨ ਦੀ ਬਣਨੀ ਹੈ, ਇਰੀਗੇਸ਼ਨ ਦੇ ਨਵੇਂ ਪ੍ਰੋਜੈਕਟ ਆ, ਉਹ ਆਣ ਨਹੀਂ। ਦੂਸਰੀ ਗੱਲ ਕੀ ਹੈ ਕਿ ਪਹਿਲੀ ਭਾਖੜੇ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜ਼ਰੀਏ ਪੰਜਾਬ ਦੇ ਵਿੱਚ ਜਿਹੜਾ ਹੈ ਇਰੀਗੇਸ਼ਨ ਸਿਸਟਮ ਨੂੰ ਡਿਵੈਲਪ ਨਹੀਂ ਹੋਣ ਦਿੱਤਾ। ਹਾਲੇ ਤੱਕ ਸਾਡਾ 20% ਪਾਣੀ ਜਿਹੜਾ ਨਹਿਰੀ ਜਿਹੜੀ ਸਾਡੀ ਖੇਤੀਬਾੜੀ ਹੈ 20% ਦਰਿਆਈ ਪਾਣੀ ਹੇਠ ਨਹੀਂ ਆਈ। ਦੂਜੇ ਪਾਸੇ ਹਰਿਆਣਾ ਅਤੇ ਰਾਜਸਥਾਨ ਹੈ, ਉਹ ਅਪ ਟੂ 40 ਤੋਂ 45% ਪਾਰ ਕਰ ਗਏ ਹੈ, ਜਿਨ੍ਹਾਂ ਕੋਲ ਦਰਿਆ ਵੀ ਨਹੀਂ ਹੈ। ਸੋ ਇਸ ਕਰਕੇ ਸਾਨੂੰ ਦਿਖਦਾ ਪਿਆ ਵੀ ਜਿਹੜੀ ਸਾਡੀ 15-16% ਖੇਤੀ ਇਹਦੇ ਪਾਣੀ ਦੇ ਅੰਡਰ ਆਉਂਦੀ ਹੈ, ਕੱਲ੍ਹ ਨੂੰ ਉੱਤੇ ਵੀ ਖਦਸ਼ਾ ਖੜਾ ਹੋ ਜਾਣਾ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇਸ ਕਾਨੂੰਨ ਦੇ ਜ਼ਰੀਏ ਜਿਹੜਾ ਨਾ ਸਰਕਾਰ ਨੇ ਕੱਲ੍ਹ ਨੂੰ ਡੈਮ ਵੀ ਪ੍ਰਾਈਵੇਟ ਕਰਨੇ ਹੈ, ਨਿੱਜੀ ਹੱਥਾਂ 'ਚ ਦੇ ਦੇਣਾ, ਅਤੇ ਕੱਲ੍ਹ ਨੂੰ ਜਿਹੜਾ ਹੈ ਨੈਚੁਰਲ ਜਿਹੜਾ ਸਟੇਟ ਦਾ ਰਾਈਪੇਰੀਅਨ ਹੱਕ ਬਣਦਾ ਸੀਗਾ ਉਹ ਵੀ ਜਾਂਦਾ ਲੱਗਣਾ, ਚਾਹੇ ਉਹ ਪਾਵਰ ਹੈ, ਚਾਹੇ ਉਹ ਇਲੈਕਟ੍ਰੀਸਿਟੀ ਹੈ। ਪੰਜਾਬ ਦਾ ਜੋ ਰਹਿੰਦਾ ਖੁੰਦਾ ਹੱਕ ਹੈ ਉੱਤੇ ਵੀ ਕੱਲ੍ਹ ਨੂੰ ਅਸਰ ਪੈ ਸਕਦਾ। ਬਿਲਕੁਲ, ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਗੰਗਵੀਰ ਜੀ ਨੇ ਸਾਨੂੰ ਦੱਸਿਆ। ਤਾਂ ਪੰਜਾਬ ਦੀ ਪਛਾਣ ਜਿਹੜੀ ਹੈ ਪੰਜਾਬ ਦੇ ਪਾਣੀ ਕਰਕੇ ਹੈ। ਪੰਜਾਬ ਦੀ ਜ਼ਮੀਨ ਬੜੀ ਉਪਜਾਊ ਹੈ, ਬੜੀ ਸੋਹਣੀ ਖੇਤੀ ਪੈਦਾ ਹੁੰਦੀ ਆ, ਤੁਸੀਂ ਕੁਝ ਵੀ ਨਾ ਪਾਓ ਤਾਂ ਵੀ ਬੜੇ ਸੋਹਣੇ ਜਿਹੜੀ ਕੁਦਰਤੀ ਖੇਤੀ ਬੜੀ ਸੋਹਣੀ ਹੁੰਦੀ। ਖੈਰ ਹੁਣ ਤੇ ਰੇਹਾਂ ਸਪਰੇਆਂ ਗਿੱਝ ਗਏ ਲੋਕ, ਅਤੇ ਜੇ ਇਹ ਚੀਜ਼ਾਂ ਹੋ ਰਹੀਆਂ ਨੇ ਤਾਂ ਪੰਜਾਬ ਦੀ ਪਛਾਣ ਖਤਮ ਹੋ ਜੂਗੀ। ਅੱਜ ਤੋਂ ਜਿੱਦਾਂ ਮੈਂ ਅੱਜ ਸੋਸ਼ਲ ਮੀਡੀਆ 'ਤੇ ਪੜ੍ਹ ਰਿਹਾ ਸੀ, ਇੱਕ ਪੰਜਾਬ ਦੇ ਚਿੰਤਕ ਸੱਜਣ ਨੇ ਲਿਖਿਆ, ਕਹਿੰਦਾ ਵੀ ਅੱਜ ਤੋਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਨਲਕਾ ਗੇੜਨਾ, ਜਦੋਂ ਨਿੱਕੇ ਨਿੱਕੇ ਹੁੰਦੇ ਖੇਡਦੇ ਸੀ, ਮਾਤਾ ਨੇ ਕਹਿੰਦੇ ਆਓ ਰੋਟੀ ਖਾਓ, ਚਲੋ ਹੱਥ ਧੋਵੋ, ਨਲਕਾ ਗੇੜਨਾ ਅਤੇ ਅੰਮ੍ਰਿਤ ਵਰਗਾ ਪਾਣੀ ਨਿਕਲਣਾ। ਔਰ ਅੱਜ ਨਲਕੇ ਤਾਂ 600 ਫੁੱਟ 'ਤੇ ਹੋ ਗਏ ਆ, ਔਰ ਉਹ ਵੀ ਨਹੀਂ ਮਿਲ ਰਿਹਾ। ਜੇ ਪਾਣੀ ਮਿਲ ਰਿਹਾ ਤਾਂ ਜ਼ਹਿਰ ਮਿਲ ਰਿਹਾ। ਸੰਗਰੂਰ ਲਾਗੇ ਕਾਲਾ ਪਾਣੀ ਆ ਰਿਹਾ ਮੋਟਰਾਂ ਦੇ ਵਿੱਚੋਂ, ਜਿੱਥੇ ਜ਼ਹਿਰੀਲੀਆਂ ਫੈਕਟਰੀਆਂ ਪੈਦਾ ਕੀਤੀਆਂ ਸੀਗੀਆਂ। ਔਰ ਜੇ ਇਹ ਮਤਲਬ ਹੁਣ 20% ਵੀ ਅਜੇ ਜ਼ਮੀਨ 'ਤੇ ਸਾਡੀ ਦਰਿਆਈ ਪਾਣੀ 'ਤੇ ਨਹੀਂ ਗਈ, ਜ਼ਮੀਨ ਹੇਠਲਾ ਪਾਣੀ ਸਾਡਾ ਖਤਮ ਹੈ, ਜਿਹੜਾ ਸਾਡਾ ਡੈਮ ਸੀਗਾ ਉਹ ਸੈਂਟਰ ਕੋਲ ਚਲਾ ਗਿਆ, ਅਤੇ ਪੰਜਾਬ ਦਾ ਭਵਿੱਖ ਤੇ ਸਿੱਧੇ ਸ਼ਬਦਾਂ ਦੇ ਵਿੱਚ ਖਾਸ ਕਰਕੇ ਜਿਹੜੀ ਕਿਸਾਨੀ ਹੈ ਉਹ ਤਾਂ ਖਤਮ ਕਿਨਾਰੇ ਹੋ ਸਕਦੀ ਹੈ। ਇੱਕ ਚੀਜ਼ ਮੈਂ ਇਹਦਾ ਹੋਰ ਦੱਸਦਾ, ਜਿਹੜਾ ਡੈਮ ਸਿਸਟਮ ਹੁੰਦਾ ਹੈ ਉਹ ਆਰਟੀਫਿਸ਼ਲ ਸਿਸਟਮ ਹੈ। ਇੱਕ ਡੈਮ ਦੀ ਉਮਰ ਹੁੰਦੀ ਹੈ, ਉਹ ਹਮੇਸ਼ਾ ਨਹੀਂ ਕਿ ਡੈਮ ਜਿਹੜਾ ਭਾਖੜਾ ਹਮੇਸ਼ਾ ਦੇ ਲਈ ਬਣਿਆ ਰਹੂਗਾ। ਅਤੇ ਉਸ ਕਰਕੇ ਕੀ ਹੈ ਕਿ ਉਹਨੇ ਇੱਕ ਦਿਨ ਆਪਣੀ ਉਮਰ ਭੋਗਣੀ ਹੈ, ਬੰਦ ਵੀ ਹੋਣਾ। ਪਰ ਉਸ ਤੋਂ ਬਾਅਦ ਦਰਿਆ ਤਾਂ ਦਰਿਆ ਹੀ ਆ। ਦਰਿਆ ਦੀ ਹਕੀਕਤ ਕੀ ਹੈ, ਤੁਸੀਂ ਇਹ ਦੇਖ ਲਓ ਵੀ ਸਾਡੇ ਜੇ 3.5 ਲੱਖ ਤੋਂ ਉੱਪਰ ਜੇ ਟਰੈਕਟਰ ਇੱਥੇ ਬੋਰ ਆਏ ਹੋਏ ਉਹ ਕਾਹਦੇ ਲਈ ਹੋਏ ਆ? ਪੰਜਾਬ ਨੂੰ ਤਾਂ ਲੋੜ ਹੀ ਨਹੀਂ ਸੀਗੀ ਵੀ 3 ਦਰਿਆ ਜਿੱਥੇ ਵਗਦੇ ਹੋਣ ਉੱਥੇ 16% ਤੋਂ ਹੇਠ ਰਕਬਾ ਜਿਹੜਾ ਹੈ ਦਰਿਆਈ ਪਾਣੀ ਦੇ ਹੇਠ ਆਉਂਦਾ ਹੋਵੇ। ਜਿਹੜਾ ਤਾਂ ਵਧਾਉਣਾ ਸੀਗਾ ਉਹ ਤਾਂ ਵਧਿਆ ਨਹੀਂ, ਉਲਟਾ ਕੀ ਆ ਸਾਡੇ 'ਤੇ ਜਿਹੜਾ ਬੋਰਵੈਲ ਦਾ ਉਹ ਪਾਤਾ, ਬੋਝ ਪਾ ਦਿੱਤਾ। ਸਾਡਾ ਜਿਹੜਾ ਅਰਬਾਂ ਖਰਬਾਂ ਦਾ ਰਿਸੋਰਸ ਸੀਗਾ, ਚਾਹੇ ਬਿਜਲੀ ਸੀਗੀ ਪੰਜਾਬ ਦੀ, ਜੇ ਭਾਖੜੇ ਦੀ ਸਾਰੀ ਬਿਜਲੀ ਸਾਡੀ ਪ੍ਰੋਡਕਸ਼ਨ ਸੀਗੀ, ਜੇ ਸਾਨੂੰ ਮਿਲਦੀ ਤਾਂ ਮੈਨੂੰ ਲੱਗਦਾ ਕਿ ਆਹ ਕ੍ਰਾਈਸਿਸ ਹੋਣਾ ਹੀ ਨਹੀਂ ਸੀਗਾ, ਇਲੈਕਟ੍ਰੀਸਿਟੀ ਕ੍ਰਾਈਸਿਸ ਨਹੀਂ ਹੋਣਾ ਸੀਗਾ, ਇੱਥੇ ਕੋਈ ਥਰਮਲ ਪ੍ਰੋਜੈਕਟ ਨਹੀਂ ਸੀ ਲੱਗਣੇ। ਸੋ ਪੰਜਾਬ ਨੂੰ ਤਾਂ ਪਹਿਲਾਂ ਹੀ ਇਹਨਾਂ ਨੇ ਇੱਕ ਤਰ੍ਹਾਂ ਦਾ ਜੋ ਚੀਜ਼ ਅੱਜ ਬਾਕੀ ਸਟੇਟਾਂ ਨੂੰ ਜਾਣਨ ਦੀ ਲੋੜ ਹੈ, ਪੰਜਾਬ ਨੂੰ ਤਾਂ ਪਹਿਲਾਂ ਹੀ ਆਈਸੋਲੇਟ ਕਰਤਾ, ਵੱਖਵਾਦ ਦਾ ਨਾਂ ਦੇ ਦਿੱਤਾ। ਜਦੋਂ ਉਹਨੇ ਰਿਸੋਰਸਿਸ ਦੀ ਗੱਲ ਚੱਕੀ ਸੀਗੀ, ਜਿਹੜੀ ਪੰਜਾਬ ਦੇ ਵਿੱਚ 20 ਜਾਂ 30 ਸਾਲ ਜਿਹੜਾ ਖੜਕੂਵਾਦ ਦਾ ਇੱਕ ਲਹਿਰ ਸੀਗਾ, ਉਹ ਸਿੱਧਾ ਆਪਾਂ ਕਹਿ ਦਈਏ ਕੋਈ ਸੈਪਰੇਟਿਸਟ ਲਹਿਰ ਨਹੀਂ ਸੀਗੀ। ਉਹ ਪਾਣੀ ਅਤੇ ਦਰਿਆਈ ਪਾਣੀ ਦੇ ਮਸਲਿਆਂ ਤੋਂ ਹੀ ਸ਼ੁਰੂ ਹੋਇਆ ਸੀਗਾ, ਫੈਡਰਲਿਜ਼ਮ ਦੇ ਮਸਲਿਆਂ ਤੋਂ, ਵੱਧ ਅਧਿਕਾਰਾਂ ਦੇ ਮਸਲਿਆਂ ਤੋਂ ਸ਼ੁਰੂ ਹੋਇਆ ਸੀਗਾ। ਉਹ ਪੰਜਾਬ ਭੋਗ ਚੱਕਿਆ, ਉਸ ਚੀਜ਼ ਦਾ ਸੰਤਾਪ ਵੀ ਭੋਗ ਲਿਆ। ਹੁਣ ਪੰਜਾਬ ਨੂੰ ਤਾਂ ਇੱਕ ਟਾਈਮ ਇਹਨਾਂ ਨੇ ਦੱਸਤਾ ਜੀ ਇਹ ਦੇਸ਼ ਦਰੋਹੀ ਸੀਗੇ, ਤਾਂ ਅਸੀਂ ਇਹਨਾਂ ਨੂੰ ਮਾਰਿਆ ਕੁੱਟਿਆ। ਹੁਣ ਜਦੋਂ ਬਾਕੀਆਂ ਦੀ ਜਦੋਂ ਪ੍ਰੋਪਰਟੀ ਹੈ ਨਾ ਸਿੱਧਾ ਇੱਕ ਪ੍ਰਾਈਵੇਟ ਹੱਥਾਂ ਵਿੱਚ ਆਉਣੀ ਹੈ, ਪੂੰਜੀਪਤੀਆਂ ਦੇ ਹੱਥ 'ਚ ਆਉਣੀ ਹੈ, ਤਾਂ ਜਿਹੜਾ ਦੇਸ਼ ਹੱਲੇ ਵੀ ਭੁੱਖਮਰੀ ਦਾ ਸ਼ਿਕਾਰ ਹੈ, ਉੱਥੇ ਦੇ ਅਸਲ ਲੋਕਾਂ ਨੂੰ, ਆਮ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਕੀ ਹੋ ਰਿਹਾ। ਅਤੇ ਆਉਣ ਵਾਲੇ ਦੌਰ ਦੇ ਵਿੱਚ ਜੇ ਇਹੀ ਦੌਰ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਵੀ ਸਿਵਲ ਵਾਰ ਹੋ ਜਾਏਗੀ ਇੱਥੇ। ਤਾਂ ਜਿੱਦਾਂ ਤੁਸੀਂ ਗੱਲ ਕਹੀ ਵੀ ਜਿਹੜਾ ਅੱਜ ਤੋਂ 20-30 ਸਾਲ ਪਹਿਲਾਂ ਸੰਘਰਸ਼ ਚੱਲਿਆ, ਜਿਹਨੂੰ ਖੜਕੂਵਾਦ, ਸਰਕਾਰ ਉਹਨੂੰ ਕਾਲਾ ਦੌਰ ਆਂਦੀ, ਹਾਲਾਂਕਿ ਸੁਨਹਿਰੀ ਦੌਰ ਸੀ, ਕਈ ਲੱਖ ਮੁੰਡਾ ਮਾਰਤਾ ਝੂਠੇ ਪੁਲਿਸ ਮੁਕਾਬਲੇ ਬਣਾ ਕੇ। ਅਤੇ ਜਿਨ੍ਹਾਂ ਨੇ ਉਦੋਂ ਮੁੰਡਿਆਂ ਦੀਆਂ ਟੌਟੀਆਂ ਕੀਤੀਆਂ, ਜਿਨ੍ਹਾਂ ਨੇ ਉਹ ਮੁੰਡੇ ਮਰਵਾਏ, ਉਹ ਜਿਹੀਆਂ ਸਰਕਾਰਾਂ ਚੁਣੀਆਂ ਔਰ ਜਾਣਬੁੱਝ ਕੇ ਜਿਹੇ ਪੁਲਿਸ ਅਫਸਰ ਨਿਰਧਾਰਿਤ ਕੀਤੇ ਵੀ ਤੂੰ ਆ ਜਾ, ਤੂੰ ਆਗੂ ਲੱਗ। ਉਹਨੂੰ ਪਤਾ ਸੀ ਵੀ ਇਹ ਬੰਦਾ ਜਿਹੜਾ ਕਸਾਈਆਂ ਵਾਂਗ ਮੁੰਡੇ ਮਾਰੂਗਾ। ਅੱਜ ਉਹ ਕਹਿ ਰਿਹਾ ਵੀ ਨਹੀਂ ਜੀ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ, ਪੰਜਾਬ ਦੇ ਹੱਕ ਖੋਏ ਜਾ ਰਹੇ ਆ। ਜੇ ਉਹਨਾਂ ਨੇ ਉਦੋਂ ਸਾਥ ਦਿੱਤਾ ਹੁੰਦਾ ਉਹ ਲਹਿਰ ਦਾ, ਚਲੋ ਬੇਸ਼ੱਕ ਹਥਿਆਰ ਤੇ ਬੜੇ ਬਾਅਦ 'ਚ ਚੁੱਕੇ ਆ ਨਾ, ਸਭ ਤੋਂ ਪਹਿਲਾਂ ਤਾਂ ਵੱਧ ਅਧਿਕਾਰਾਂ ਦੀ ਜੰਗ ਸੀ। ਜੇ ਕਿਤੇ ਉਹਨਾਂ ਨੇ ਸਾਥ ਦਿੱਤਾ ਹੁੰਦਾ ਅੱਜ ਪੰਜਾਬ ਦੀ ਤਸਵੀਰ ਹੋਰ ਹੁੰਦੀ। ਦੇਖੋ ਇਹੀ ਤਾਂ ਪੰਜਾਬ ਦਾ ਦੁਖਾਂਤ ਹੈ। ਹੁਣ ਅੱਜ ਵੀ ਜੇ ਮੈਂ ਗੱਲ ਕਰਦਾ, ਹਾਲਾਂਕਿ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ, ਤਾਂ ਜਦ ਅਸੀਂ ਇਸ ਗੱਲ ਨੂੰ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਬੋਲਣ ਦੀ ਲੋੜ ਹੈ ਵੀ ਪੰਜਾਬ ਦੇ ਵਿੱਚ ਹਿੰਦੂ ਚਿਹਰੇ ਵੱਧ ਤੋਂ ਵੱਧ
ਆਉਣ ਤੇ ਬੋਲਣ, ਪੰਜਾਬ ਦੇ ਰਿਸੋਰਸਿਸ ਬਾਰੇ ਗੱਲ ਕਰਨ। ਤੁਸੀਂ ਹੱਥਾਂ 'ਤੇ ਦੇਖ ਲਓ, ਗਿਣ ਲਓ ਵੀ ਤੁਹਾਡੀ ਹੱਥਾਂ ਦੀਆਂ ਉਂਗਲੀਆਂ ਵੱਧ ਪੈ ਜਾਣਗੀਆਂ। ਉਨੇ ਕੁ ਚਿਹਰੇ ਆਉਂਦੇ ਆ, ਡਾਕਟਰ ਗਾਂਧੀ ਆ ਜਾਂਦੇ ਆ, ਚੰਗੀ ਗੱਲ ਹੈ, ਰਾਕੇਸ਼ ਸ਼ਾਂਤੀ ਦੂਤ ਜੀ ਆਉਂਦੇ ਆ, ਜਾਂ ਹੋਰ 5-7 ਚਿਹਰੇ ਹੋਰ ਆ, ਜਾਂ ਪਿਆਰੇ ਲਾਲ ਗਰਗ ਹੋਣੀ ਬੋਲਦੇ ਆ, ਜਾਂ ਹੋਰ ਲਗਾ ਲਓ। ਸੋ ਇਸ ਕਰਕੇ ਜਿਹੜੀ ਇੱਕ ਪੰਜਾਬ ਦੀ ਵੱਡੀ ਆਬਾਦੀ ਵੀ ਹੈ, ਹੁਣ ਸਿੱਖ ਆਬਾਦੀ ਨੇ ਤਾਂ ਦੇਖੋ ਜ਼ੁਲਮ ਵੀ ਸਹਿ, ਉਹਨਾਂ ਨੇ ਪ੍ਰੋਟੈਸਟ ਵੀ ਕੀਤਾ। ਜੇ ਅੱਜ SYL ਨਹੀਂ ਬਣੀ ਤਾਂ ਉਹ ਬੱਬਰ ਖਾਲਸਾ ਦੇ ਖੜਕੂਆਂ ਦੀ, ਜਹਾਰੂ ਸਿੰਘਾਂ ਦੀ ਉਹ ਕੁਰਬਾਨੀ ਸੀਗੀ, ਜਾਂ ਉਹਨਾਂ ਦੀ ਐਕਟ ਸੀਗਾ, ਜਿਸ ਕਰਕੇ SYL ਰੁਕੀ ਹੈ। ਹਾਲਾਂਕਿ ਆਪਾਂ ਉਸ ਚੀਜ਼ ਨੂੰ ਅੱਤਵਾਦ ਕਹਿ ਸਕਦੇ ਹਾਂ, ਕੋਈ ਕੁਛ ਕਹਿ ਸਕਦਾ, ਪਰ ਹਕੀਕਤ ਤਾਂ ਇਹੀ ਹੈ ਕਿ ਉਹ ਨਹਿਰ ਕਿਸ ਤਰ੍ਹਾਂ ਬੰਦ ਹੋਈ, ਉਹ ਧਰਨਿਆਂ ਦੇਣ ਨਾਲ ਤਾਂ ਨਹੀਂ ਬੰਦ ਹੋਈ ਸੀ, ਨਾ ਹੋਣੀ ਸੀ। ਸੋ ਇਹੀ ਗੱਲ ਹੈ ਵੀ ਹੁਣ ਜਿਹੜੇ ਆਗੂ ਕਹਿ ਰਹੇ ਆ ਵੀ ਅਸੀਂ ਹੋਣ ਨਹੀਂ ਦੇਵਾਂਗੇ, ਉਹ ਕਿਸ ਗੱਲ ਤੋਂ ਕਹਿ ਰਹੇ ਆ, ਕਿਸ ਥਾਂ ਖੜ੍ਹ ਕੇ ਕਹਿ ਰਹੇ ਆ ਵੀ ਅਸੀਂ ਨਹੀਂ ਹੋਣ ਦੇਵਾਂਗੇ? ਕੀ ਉਹ ਸੰਘਰਸ਼ ਲੜਨਗੇ? ਕਿ ਇਹ ਕਿਸ ਤਰ੍ਹਾਂ ਦਾ ਸੰਘਰਸ਼ ਲੜਨਗੇ, ਜਾਂ ਸੰਘਰਸ਼ ਲੜਨ ਦੀ ਕਾਬਲੀਅਤ ਰੱਖਦੇ ਆ? ਦੂਸਰੀ ਗੱਲ, ਜਿਹੜਿਆਂ ਨੂੰ ਸੰਸਦ 'ਚ ਪਤਾ ਹੈ ਵੀ ਕਾਨੂੰਨ ਬਣ ਗਿਆ, ਉੱਥੇ ਉਹ ਬੋਲੇ ਨਹੀਂ। ਹੁਣ ਉਹ ਕਿਸ ਤਰ੍ਹਾਂ ਮਤਲਬ ਉਹ ਦਾਅਵੇਦਾਰੀ ਕਰਦੇ ਆ ਕਿ ਅਸੀਂ ਇਹ ਹੋਣ ਨਹੀਂ ਦੇਵਾਂਗੇ? ਮੈਨੂੰ ਤਾਂ ਦੁਖਾਂਤ 'ਤੇ ਹੀ ਲੱਗਦਾ ਵੀ ਮੰਨ ਲਓ ਕਿ ਕੁਝ ਫਾਲਟ ਲਾਈਨ ਜਿਹੜੀਆਂ ਸੀ ਇੰਦਰਾ ਗਾਂਧੀ ਨੇ ਖੜ੍ਹੀਆਂ ਕੀਤੀਆਂ ਪੰਜਾਬ ਦੇ ਵਿੱਚ, ਜਾਂ ਨਹਿਰੂ ਗੌਰਮੈਂਟ ਨੇ ਖੜ੍ਹੀਆਂ ਕੀਤੀਆਂ, ਜਾਂ ਰਾਜੀਵ ਗਾਂਧੀ ਨੇ ਕੀਤੀਆਂ, ਵੀ ਜਿਹਦੇ ਵਿੱਚ ਸਿੱਖਾਂ ਨੂੰ ਮਾਰਿਆ ਕੁੱਟਿਆ ਗਿਆ, ਉਹਨਾਂ ਦੇ ਵਸੀਲੇ ਖੋਏ ਗਏ। ਸਾਨੂੰ ਲੱਗਦਾ ਵੀ ਅੱਜ ਦੇ ਟਾਈਮ 'ਚ ਚਾਹੇ RSS ਪ੍ਰਚਾਰ ਕਰਦੀ ਹੈ ਜਾਂ ਬਹਾਨਾ ਕਰਦੀ ਵੀ ਅਸੀਂ ਸਿੱਖ ਹਿਤੈਸ਼ੀ ਹਾਂ, ਅਤੇ ਪਰ ਜਦੋਂ ਉਹ ਬੈਕਡੋਰ ਤੋਂ ਉਹੀ ਬੀਬੀ ਇੰਦਰਾ ਗਾਂਧੀ ਦੀਆਂ ਪੋਲਿਸੀਜ਼ ਲੈ ਕੇ ਆ ਰਹੀਆਂ, ਜੋ ਉਹਨੇ ਗਲਤ ਕੀਤਾ ਉਹਨੂੰ ਸੁਧਾਰਨ ਦੀ ਥਾਂ ਤੁਸੀਂ ਉਸੀ ਟਰੈਕ 'ਤੇ ਖੜ੍ਹ ਕੇ ਗੱਲ ਕਰ ਰਹੇ ਹੋ, ਤਾਂ ਮੈਨੂੰ ਸ਼ੱਕ ਹੈ ਵੀ ਤੁਸੀਂ ਸਿੱਖ ਹਿਤੈਸ਼ੀ ਕਿੱਥੇ ਹੋ? ਤੁਸੀਂ ਕਿੱਥੇ ਸਿੱਖ ਹਿਤੈਸ਼ੀ ਹੋ, ਜਾਂ ਕਿੱਥੇ ਤੁਹਾਡਾ ਕਿਹੜਾ ਐਕਟ ਹੈ? ਤੁਸੀਂ ਪੰਜਾਬ 'ਚ ਵੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਜੀ 82% ਵਰਸਸ 18% ਦਾ ਰੌਲਾ ਪਾ ਦਿੱਤਾ। ਇਨਡਾਇਰੈਕਟਲੀ ਜੱਟਾਂ ਦੇ ਬਹਾਨੇ ਸਿੱਖਾਂ 'ਤੇ ਹਮਲਾ ਸੀਗਾ, ਪ੍ਰਚਾਰ ਵੀ ਹੋਇਆ, ਆਫ ਦੀ ਰਿਕਾਰਡ ਗੱਲਾਂ ਵੀ ਹੋਈਆਂ। ਅਤੇ ਹੁਣ ਉਹ ਬੰਦਿਆਂ ਨਾਲ ਹੀ ਉਹ ਕਹਿਣ ਕਿ ਜੇ ਅਸੀਂ ਸਿੱਖ ਹਿਤੈਸ਼ੀ ਹੋ ਗਏ, ਸਰਕਾਰ ਨੂੰ ਤਾਂ ਚਾਹੀਦਾ ਸੀ, ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਚਾਹੀਦਾ ਸੀ ਵੀ ਜੇ ਵਾਕਈ ਉਹ ਸਿੱਖ ਹਿਤੈਸ਼ੀ ਹਨ, ਜੇ ਉਹਨਾਂ ਨੇ ਸਿੱਖਾਂ ਕਰਕੇ ਖੇਤੀ ਬਿੱਲ ਵਾਪਸ ਲਏ ਹਨ, ਤਾਂ ਸਿੱਖਾਂ ਨਾਲ ਬੈਠ ਕੇ ਨੈਗੋਸ਼ੀਏਸ਼ਨ ਕਰਨ ਦੀ ਵੀ ਕਾਬਲੀਅਤ ਰੱਖਦੇ ਅਤੇ ਗੱਲ ਕਰਦੇ, ਅਤੇ ਪੰਜਾਬ ਦੇ ਜਿਹੜੇ ਪੁਰਾਣੇ ਮਸਲੇ ਆ ਉਹਨਾਂ ਨੂੰ ਸੁਲਝਾਉਂਦੇ। ਦੂਸਰੀ ਗੱਲ ਇਹ ਹੈ ਕਿ ਜਿਹੜਾ ਮੈਨੂੰ ਬਹੁਤ ਮਤਲਬ ਇੱਕ ਨਿਰਾਸ਼ਾ ਵੀ ਹੁੰਦੀ ਹੈ ਕਦੀ ਕਦੀ, ਅਤੇ ਸੋਚਦਾ ਵੀ ਹਾਂ ਵੀ ਜਿਹੜਾ ਲਾਸਟ ਸਾਡੇ 20 ਤੋਂ 30 ਸਾਲ ਦੇ ਵਿੱਚ ਇੱਕ ਪੋਲੀਟੀਕਲ ਕਲਾਸ ਖੜ੍ਹੀ ਹੋਈ ਹੈ ਸਾਡੇ, ਜਿੱਦਾਂ ਕਾਲਜਿਸ ਦੇ ਵਿੱਚ, ਯੂਨੀਵਰਸਿਟੀਆਂ ਤੋਂ ਲੀਡਰਸ਼ਿਪ ਨਹੀਂ ਆ ਰਹੀ, ਉਹ ਸਾਡਾ ਸਭ ਤੋਂ ਵੱਡਾ ਦੁਖਾਂਤ ਹੈ। ਹੁਣ ਸਾਡੀ ਯੂਥ ਮਾਈਗ੍ਰੇਟ ਹੋ ਰਹੀ ਹੈ, ਉਹ ਜਿਨ੍ਹਾਂ ਨੇ ਇੱਥੇ ਸਟੇਟ ਨੂੰ ਆਪਣੀ ਜਗੀਰ ਸਮਝਿਆ ਹੋਇਆ, ਉਹਨਾਂ ਲਈ ਤਾਂ ਕੋਈ ਪ੍ਰੋਬਲਮ ਨਹੀਂ ਹੈ, ਇਹ ਉਹਨਾਂ ਲਈ ਤਾਂ ਫਾਇਦਾ ਹੈ। ਹੁਣ ਕਿੰਨੇ ਕੁ ਰਾਜਨੀਤਿਕ ਪਾਰਟੀਆਂ ਦੇ ਵਿੱਚ ਲੀਡਰ ਹਨ ਜਿਹੜੇ ਯੂਨੀਵਰਸਿਟੀਆਂ ਤੋਂ ਆਏ ਆ, ਆਮ ਘਰਾਂ ਤੋਂ ਆਏ ਆ, ਆਮ ਲੋਕਾਂ ਦੇ ਵਿੱਚੋਂ ਆਏ ਆ। ਹੁਣ ਲੀਡਰਸ਼ਿਪ ਕ੍ਰਾਈਸਿਸ ਆ ਗਿਆ। ਜੇ ਕੱਲ੍ਹ ਨੂੰ ਸਰਕਾਰ ਨੇ ਪੰਜਾਬ ਨਾਲ ਗੱਲ ਵੀ ਕਰਨੀ ਹੋਵੇ ਤਾਂ ਉਹ ਕਿਹਨਾਂ ਨਾਲ ਕਰਨਗੇ? ਬਾਦਲ ਸਾਹਿਬ ਨਾਲ ਕਰਨਗੇ, ਅਮਰਿੰਦਰ ਸਾਹਿਬ ਨਾਲ ਕਰਨਗੇ, ਜਾਂ ਜੋ ਹੋਰ ਵੀ ਹੈ, ਜਾਂ ਭਗਵੰਤ ਮਾਨ ਸਾਹਿਬ ਜਿਹੜੇ ਸੰਸਦ 'ਚ ਬੈਠੇ ਹੋਏ, ਜਿਨ੍ਹਾਂ ਨੂੰ ਪਤਾ ਕਾਨੂੰਨ ਬਣ ਰਿਹਾ ਸੀਗਾ, ਇਹ ਮਾਰੂ ਕਾਨੂੰਨ ਬਣ ਰਿਹਾ ਸੀਗਾ, ਉਹਨਾਂ ਦੇ ਕੋਲੋਂ BBMB ਖੋਇਆ ਜਾ ਰਿਹਾ ਸੀਗਾ, ਅਤੇ ਉਸ ਬਾਰੇ ਬੋਲੇ ਹੀ ਨਹੀਂ। ਜਾਂ ਉਹ ਇਹਦਾ ਮਤਲਬ ਇਹ ਹੈ ਕਿ ਉਹ ਲੀਡਰ ਬਣਨ ਦੀ ਕੈਪੇਬਿਲਿਟੀ ਨਹੀਂ ਰੱਖਦੇ, ਜੋ ਵੀ ਮੌਜੂਦ ਲੋਕ ਬੈਠੇ ਹਨ। ਸੋ ਬੈਠ ਕੇ ਪੰਜਾਬੀਆਂ ਨੂੰ ਤੈਅ ਕਰਨਾ ਪਊਗਾ, ਸੋਚਣਾ ਪਊਗਾ ਕਿ ਸਾਡਾ ਭਵਿੱਖ ਕੀ ਹੈ। ਜਿਨ੍ਹਾਂ ਨੇ ਤਾਂ ਇੱਥੇ ਹੀ ਰਹਿਣਾ, ਇੱਥੇ ਹੀ ਮਰਨਾ, ਉਹਨਾਂ ਨੂੰ ਸੋਚਣਾ ਪੈਣਾ ਵੀ ਕੱਲ੍ਹ ਨੂੰ ਕਿੱਦਾਂ ਜੀਣਾ। ਜਾਂ ਤਾਂ ਫਿਰ ਹੱਥ ਜੋੜ ਕੇ ਜੀ ਲਓ, ਜਾਂ ਉਸੇ ਤਰ੍ਹਾਂ ਖੜ੍ਹ ਜਾਓ ਜਿਸ ਤਰ੍ਹਾਂ ਪਹਿਲਾਂ ਡਟੇ ਸੀਗੇ। ਤਾਂ ਪੰਜਾਬ ਦੀ ਚਿੰਤਾ ਬਹੁਤ ਸਾਰੇ ਲੋਕ ਕਰਦੇ ਆ, ਮਤਲਬ ਬਹੁਤ ਸਾਰੇ ਨਹੀਂ ਵੀ ਕਰਦੇ, ਪਰ ਜਿਹੜੇ ਕਰਦੇ ਆ ਉਹ ਬਹੁਤ ਕਰਦੇ ਆ, ਉਹ ਜਾਣ ਤੋਂ ਵੱਧ ਕਰਦੇ ਆ। ਉਹ ਚਾਹੇ ਵਿਦੇਸ਼ਾਂ 'ਚ ਬੈਠੇ ਹੋਣ, ਉਹਨਾਂ ਦਾ ਦਿਨ ਰਾਤ ਨਾ ਚੱਤੋ ਪੈਰ ਧਿਆਨ ਉਹਨਾਂ ਦਾ ਇੱਧਰ ਹੀ ਰਹਿੰਦਾ। ਜਿੱਦਾਂ ਕੋਈ ਔਰਤ ਬੱਚੀ ਉਹ ਵਿਆਹ ਕੇ ਸਹੁਰੇ ਚੱਲ ਜਾਵੇ, ਉਹਨੂੰ ਪੇਕਿਆਂ ਦਾ ਖਿਆਲ ਰਹਿੰਦਾ, ਜਿੰਨੀ ਮਰਜ਼ੀ ਸੁਖੀ ਹੋਵੇ, ਹੈ ਨਾ, ਜੇ ਸਾਊ ਹੋਵੇ ਅਤੇ ਉਹ ਵਿਦੇਸ਼ਾਂ 'ਚ ਬੈਠੇ ਪੰਜਾਬ ਦੀ ਚਿੰਤਾ ਕਰਦੇ ਆ। ਪਰ ਪੰਜਾਬ ਵਾਲੇ ਆਪਦੇ ਇਸ ਧਰਤੀ ਦੀ ਕਿੰਨੀ ਕੁ ਚਿੰਤਾ ਕਰਦੇ ਆ। ਤੁਸੀਂ ਗੰਗਵੀਰ ਜੀ ਇੱਕ ਗੱਲ ਕੀਤੀ ਵੀ ਪੰਜਾਬ ਦੇ ਵਿੱਚ ਗਿਣਤੀ ਦੇ ਉਹ ਹਿੰਦੂ ਚਿਹਰੇ ਆ, ਪਿਆਰੇ ਲਾਲ ਜੀ ਹੈਗੇ ਆ, ਡਾਕਟਰ ਗਾਂਧੀ ਜੀ ਹੈਗੇ ਆ, ਜਿਹੜੇ ਮਤਲਬ ਕੁਛ ਹੱਦ ਤੱਕ ਜਿੰਨਾ ਕੁ ਉਹਨਾਂ ਨੂੰ ਜਾਪਦਾ ਉਹ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਤਾਂ ਜਿਹੜੇ ਬਾਕੀ ਦੇ ਨਹੀਂ ਕਰਦੇ, ਉਹ ਕਹਿੰਦੇ ਲੋਕਤੰਤਰ 'ਚ ਸਭ ਨੂੰ ਹੱਕ ਹੈ, ਇੱਦਾਂ ਉੱਦਾਂ। ਅਤੇ ਦੂਜੇ ਪਾਸੇ ਹੁਣ ਗੱਲ ਇਹ ਵੀ ਪੰਜਾਬ ਦੀ ਤਾਂ ਜਿਹੜੀ ਸਥਾਪਨਾ ਹੀ ਤਾਂ ਹੋਈ ਵੀ ਇੱਕ ਸਿੱਖਾਂ ਦਾ ਵੱਖਰਾ ਸੂਬਾ ਹੋਵੇ। ਜੇ ਮਰਾਠਿਆਂ ਨੂੰ ਮਹਾਰਾਸ਼ਟਰ ਚਾਹੀਦਾ, ਹਰਿਆਣਵਿਆਂ ਨੂੰ ਹਰਿਆਣਾ ਚਾਹੀਦਾ,
ਹਿਮਾਚਲੀਆਂ ਨੂੰ ਹੋਵੇ ਤਾਂ ਪੰਜਾਬੀਆਂ ਨੂੰ ਪੰਜਾਬ ਚਾਹੀਦਾ ਸੀ, ਸਿੱਖਾਂ ਦੀ ਬਹੁਤ ਗਿਣਤੀ ਸੀਗੀ। ਤਾਂ ਹੁਣ ਇਹ ਵੀ ਤਾਂ ਇੱਕ ਬੜਾ ਵੱਡਾ ਹਮਲਾ ਹੋਊਗਾ ਜੇ ਮਤਲਬ ਇੱਕ ਸਿੱਖ ਸਟੇਟ ਆ ਛੋਟੀ ਜੀ, ਉਹਦੇ ਥੋੜ੍ਹੇ ਜਿਹੇ ਜਿਹੜੇ ਅਧਿਕਾਰ ਉਹਨਾਂ ਕੋਲ ਬਚੇ ਖੁਚੇ ਆ, ਉਹ ਪਹਿਲਾਂ ਉਹਨਾਂ ਨੇ 3 ਕਾਨੂੰਨ ਲਿਆਂਦੇ, ਉਹ ਨਹੀਂ ਪ੍ਰਵਾਨ, ਤੁਸੀਂ ਸਿੱਧਾ ਖਲੋਗੇ ਡਟ ਕੇ, ਉਹ ਨਹੀਂ ਉਹਨਾਂ ਨੇ ਹੁਣ ਇੱਧਰ ਦੀ ਉੱਤੋਂ ਦੀ ਕੰਨ ਫੜ ਲਓ। ਤਾਂ ਇਹਦਾ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਸੱਜਣ ਜਿਹੜੇ ਕਹਿੰਦੇ ਵੀ ਪੰਜਾਬ 'ਚ CM ਚਿਹਰਾ ਹਿੰਦੂ ਹੋਵੇ, ਪੰਜਾਬ ਸਾਡਾ, ਸਾਡੇ ਨਾਲ ਧੱਕਾ ਕੀਤਾ ਜਾ ਰਿਹਾ, ਤਾਂ ਉਹ ਪੰਜਾਬ ਦੇ ਹੱਕ 'ਚ ਆਪਣਾ ਫਰਜ਼ ਕਿੰਨਾ ਕੁ ਅਦਾ ਕਰਦੇ ਆ? ਦੇਖੋ, ਜਿਹੜੇ ਕਹਿ ਰਹੇ ਆ ਕਿ ਪੰਜਾਬ ਦਾ CM ਹਿੰਦੂ ਹੋਵੇ, ਮੈਨੂੰ ਲੱਗਦਾ ਹੈ ਵੀ ਹਿੰਦੂ ਹੋਣਾ ਜਾਂ ਸਿੱਖ ਹੋਣਾ ਕੋਈ ਵੱਡੀ ਪਛਾਣ ਨਹੀਂ। ਪਹਿਲੀ ਗੱਲ ਕੀ ਹੈ ਵੀ ਜੇ ਪੰਜਾਬ ਦਾ ਹਿੰਦੂ ਮਾਸਸ ਦੇ ਵਿੱਚ ਕੀ ਪੰਜਾਬ ਲਈ ਖੜਦਾ, ਕੀ ਪੰਜਾਬ ਲਈ ਖੂਨ ਆਪਣਾ ਦਊਗਾ? ਸਿੱਖਾਂ ਨੇ ਦਿੱਤਾ ਤਾਂ ਇਸ ਕਰਕੇ ਉਹਨਾਂ ਦਾ ਹੱਕ ਬਣਦਾ। ਪਰ ਇਸ ਗੱਲ ਨੂੰ ਮੈਂ ਹੋਰ ਤਰ੍ਹਾਂ ਸਮਝਦਾ। ਮੈਂ ਜਦੋਂ 2 ਨੇਸ਼ਨ ਥਿਊਰੀ ਦੇ ਵਿੱਚੋਂ ਜਿਹੜਾ ਬ੍ਰਿਟਿਸ਼ ਇੰਡੀਆ ਦੇ ਵਿੱਚੋਂ 2 ਮੁਲਕ ਉੱਭਰੇ, ਇੱਕ ਮੁਸਲਿਮ ਪਾਕਿਸਤਾਨ, ਹਿੰਦੂ ਇੰਡੀਆ, ਜਿਹੜੀ ਵੰਡ ਹੋਈ ਹੈ ਇਸ ਖਿੱਤੇ ਦੀ ਉਹ ਇਸੀ ਬੇਸ 'ਤੇ ਹੋਈ ਹੈ। ਹੋਰ ਜੋ ਮਰਜ਼ੀ ਕਹੀ ਜਾਣ, ਸੈਕੂਲਰਿਜ਼ਮ ਕੁਛ ਵੀ ਹੈ, ਉਹਦੇ ਵਿੱਚੋਂ ਹੀ ਇੱਕ ਵੰਡ ਇਹ ਵੀ ਸੀਗੀ ਵੀ ਜਿਹੜੇ ਸਿੱਖ ਸੀਗੇ ਉਹ ਹਿੰਦੂ ਇੰਡੀਆ ਨਾਲ ਖੜ੍ਹੇ ਸੀ। ਉਹ ਕਾਰਨ ਇਸ ਸ਼ਰਤ 'ਤੇ ਖੜ੍ਹੇ ਸੀ ਵੀ ਸਿੱਖ ਪੰਜਾਬ। ਜੇ ਹੁਣ ਅਸੀਂ ਕਾਫੀ ਦੇਰ ਬਾਅਦ ਹੁਣ ਆ ਕੇ ਜੀ ਅੱਜ ਕਰੀਏ ਵੀ ਸੈਕੂਲਰ ਹੋਣਾ ਚਾਹੀਦਾ, ਜਾਂ ਸੈਕੂਲਰ ਦਾ ਜਿਹੜਾ ਇੱਕ ਬਹੁਤ ਮਤਲਬ ਕਿ ਭੈੜਾ ਜਿਹਾ ਸ਼ਬਦ ਹੈ। ਮੈਂ ਇਹ ਨਹੀਂ ਕਿ ਧਰਮ ਨਿਰਪੇਖਤਾ ਨੂੰ ਕਿਸ ਹਿਸਾਬ ਨਾਲ ਦੇਖਦਾ, ਮੈਂ ਕਿਹਾ ਵੀ ਇਹਦਾ ਮਤਲਬ ਹੁੰਦਾ ਨਾਸਤਿਕ ਹੋਣਾ। ਨਾਸਤਿਕ ਹੋਣਾ ਦਾ ਮਤਲਬ ਤੁਸੀਂ ਆਪਣੇ ਆਪ 'ਚ ਇੱਕ ਧਿਰ ਨਾਲ ਖੜ੍ਹ ਜਾਂਦੇ ਹੋ। ਹਿੰਦੂ ਇੰਡੀਆ ਤੋਂ ਮੈਨੂੰ ਕੋਈ ਦਿੱਕਤ ਨਹੀਂ ਹੈ, ਬਸ਼ਰਤੇ ਇਹ ਹੈ ਵੀ ਉੱਥੇ ਦੇ ਉਸ ਹਿੰਦੂ ਇੰਡੀਆ ਦੇ ਵਿੱਚ ਬਾਕੀ ਜਿਹੜੀਆਂ ਘੱਟ ਗਿਣਤੀਆਂ ਹਨ ਜਾਂ ਬਾਕੀ ਜਿਹਨਾਂ ਦੇ ਅਕੀਦੇ ਹਨ ਉਹ ਵੀ ਸੁਰੱਖਿਅਤ ਅਤੇ ਉਹਨਾਂ ਨੂੰ ਬਰਾਬਰੀ ਮਿਲਣੀ ਚਾਹੀਦੀ ਹੈ। ਐਦੀ ਮੈਨੂੰ ਪਾਕਿਸਤਾਨ ਜਿਹੜਾ ਮੁਸਲਿਮ ਪਾਕਿਸਤਾਨ ਹੈ ਉਹ ਤੋਂ ਕੋਈ ਦਿੱਕਤ ਨਹੀਂ ਹੈ ਜੇ ਉੱਥੇ ਘੱਟ ਗਿਣਤੀਆਂ ਦੇ ਹੱਕ ਸੁਰੱਖਿਅਤ ਹਨ, ਉਹਨਾਂ ਲਈ ਕੁਛ ਨਾ ਕੁਛ ਹੈ, ਇੱਕ ਬਰਾਬਰੀ ਦੇ ਸਿਟੀਜ਼ਨ ਹੈ। ਅਤੇ ਇਸੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਕੋਈ ਸਿੱਖ ਪੰਜਾਬ ਕਦੀ ਹਿੰਦੂਆਂ ਦੇ ਐਂਟੀ ਹੋਊਗਾ। ਮੇਰੀ ਆ ਫੈਮਿਲੀ ਹੈ, ਸਾਡੇ ਹਿੰਦੂ ਕਲਚਰ ਵੀ ਹੈ ਅਤੇ ਸਿੱਖ ਵੀ ਹੈ। ਮੈਨੂੰ ਤਾਂ ਮੇਰੇ ਨਾਨਕੇ ਬਿਲਕੁਲ ਹਿੰਦੂ ਹਨ, ਉਹਨਾਂ ਨੂੰ ਤਾਂ ਕਦੀ ਕੋਈ ਦਿੱਕਤ ਨਹੀਂ ਆਈ ਵੀ ਸਿੱਖਾਂ ਤੋਂ। ਸੋ ਇਸ ਕਰਕੇ ਜੋ ਜਿਨ੍ਹਾਂ ਦਾ ਹੱਕ ਹੈ ਉਹ ਸਾਨੂੰ ਮੰਨਣਾ ਚਾਹੀਦਾ। ਦੇਖੋ, ਬਹੁਗਿਣਤੀਵਾਦ ਦਾ ਜਦੋਂ ਆ ਜਾਂਦਾ ਨਾ ਮਸਲਾ ਜੀ, ਲੋਕਤੰਤਰ ਹੈ। ਲੋਕਤੰਤਰ ਨੂੰ 2 ਤਰ੍ਹਾਂ ਡਿਫਾਈਨ ਕੀਤਾ ਜਾ ਸਕਦਾ। ਲੋਕਤੰਤਰ ਦੇ ਨਾਲ ਨਾਲ ਦੂਸਰੇ ਪਾਸੇ ਸਾਨੂੰ ਮੈਜੋਰੀਟੇਰੀਅਨ ਸਟੇਟ ਦਾ ਵੀ ਖਤਰਾ ਹੁੰਦਾ। ਜੇ ਮੰਨ ਲਓ ਕਿ 100 ਦੇ ਵਿੱਚੋਂ 80 ਬੰਦੇ ਹਿੰਦੂ ਹੋ ਜਾਣ ਜਾਂ ਮੰਨ ਲਓ ਸਿੱਖ ਹੋ ਜਾਣ, ਤਾਂ ਉੱਥੇ ਜੇ ਸੈਕੂਲਰ ਸ਼ਬਦ ਦਾ ਤਾਂ ਕੋਈ ਉਹੀ ਨਹੀਂ ਰਹਿੰਦਾ, ਮਾਇਨੇ ਨਹੀਂ ਰਹਿੰਦਾ, ਲੋਕਤੰਤਰ ਦਾ ਉਹ ਨਹੀਂ ਰਹਿੰਦਾ। ਜਦ ਤੱਕ ਕਮਿਊਨਲ ਅਵਾਰਡ ਦੇ ਜ਼ਰੀਏ ਜਿਹੜੇ ਬਾਕੀ 20% ਆ ਉਹਨਾਂ ਦੇ ਵੀ ਹੱਕ ਬਰਾਬਰ ਦੇ ਤੌਰ 'ਤੇ ਨਹੀਂ ਦੇਖੇ ਜਾਣਗੇ। ਬ੍ਰਿਟਿਸ਼ ਨੇ ਕਮਿਊਨਲ ਅਵਾਰਡ ਇਸੀ ਕਰਕੇ ਦਿੱਤਾ ਸੀ ਵੀ ਜਿਹੜੇ ਘੱਟ ਗਿਣਤੀਆਂ ਦੇ ਵੀ ਹੱਕ ਸੀਗੇ ਉਹ ਬਰਾਬਰੀ 'ਚ ਖੜ੍ਹ ਜਾਂਦੇ ਸੀ, ਚਾਹੇ ਉਹ ਦਲਿਤਾਂ ਦੇ ਹੱਕ ਸੀ, ਚਾਹੇ ਉਹ ਸਿੱਖਾਂ ਦੇ ਹੱਕ ਸੀ, ਚਾਹੇ ਸੋ ਇਸੀ ਫਾਰਮੂਲੇ 'ਤੇ ਗੱਲ ਹੋਣੀ ਚਾਹੀਦੀ ਹੈ। ਅਤੇ ਭਵਿੱਖ 'ਚ ਵੀ ਸਾਨੂੰ ਇੱਦਾਂ ਹੀ ਦੇਖਣਾ ਚਾਹੀਦਾ। ਸਾਨੂੰ ਕੋਈ ਦਿੱਕਤ ਨਹੀਂ ਹੈ ਵੀ ਹਿੰਦੂ ਇੰਡੀਆ ਬਣੇ, ਪਰ ਉਹਦੇ ਵਿੱਚ ਸਿੱਖ ਪੰਜਾਬ ਦੀ ਇੱਕ ਰਿਸਪੈਕਟ ਹੋਣੀ ਚਾਹੀਦੀ ਹੈ ਅਤੇ ਉਹ ਸਿੱਖਾਂ ਦਾ ਇੱਕ ਦਾਵਾ ਮੰਨਣਾ ਚਾਹੀਦਾ। ਸਾਡੀ ਗੱਲ ਇਹੀ ਹੈ ਵੀ ਜਿਹੜੇ ਇਸ ਧਰਤੀ 'ਤੇ ਜਾਏ ਹਨ, ਜਿਨ੍ਹਾਂ ਦੀ ਇੱਥੇ ਨੈਚੁਰਲ ਦਾਅਵੇਦਾਰੀ ਬਣਦੀ ਹੈ 2 ਨੇਸ਼ਨ ਥਿਊਰੀ ਦੇ ਵਿੱਚੋਂ ਵੀ, ਜਿਹੜੀ 2 ਨੇਸ਼ਨ ਥਿਊਰੀ UP 'ਚ ਜੰਮੀ, ਜਿੱਥੋਂ ਪਾਕਿਸਤਾਨ ਜਾਂ ਇੰਡੀਆ ਦੀ ਗੱਲ ਚੱਲੀ, ਹਿੰਦੂ ਜਾਂ ਉਹਨੇ ਤਾਂ ਕੁਛ ਗਵਾਇਆ ਨਹੀਂ। ਉਹ ਤਾਂ ਜਿਹੜਾ ਉਰਦੂ ਸਪੀਕਿੰਗ ਬੰਦਾ ਪਾਕਿਸਤਾਨ 'ਚ ਬੈਠਾ ਹੈ ਉਹ ਵੀ ਜਾ ਕੇ ਉੱਥੇ ਦਾ ਹਾਕਮ ਬਣ ਗਿਆ ਅਤੇ ਉਹਨੇ ਲੋਕਾਂ ਦੇ ਮੂੰਹ 'ਚ ਉਰਦੂ ਪਾ ਦਿੱਤੀ। ਅਤੇ ਜਿਹੜਾ UP ਦਾ ਹਾਕਮ ਦਿੱਲੀ 'ਤੇ ਆ ਕੇ ਬੈਠ ਗਿਆ, ਉਹਨੇ ਵੀ ਸਾਡੇ ਵਰਗਿਆਂ ਨਾਲ ਤਾਂ ਇਹੀ ਧੱਕਾ ਕੀਤਾ ਵੀ ਤੁਹਾਡੀ ਤਾਂ ਪਹਿਲੀ ਜ਼ਬਾਨ ਹੀ ਜੀ ਹਿੰਦੀ ਹੋਣੀ ਚਾਹੀਦੀ। ਜੇ ਤੁਸੀਂ ਹਿੰਦੀ ਆ ਪੰਜਾਬ 'ਚ ਬੈਠੇ ਹਿੰਦੂ ਹੈ ਤਾਂ ਤੁਹਾਨੂੰ ਹਿੰਦੀ ਬੋਲਣੀ ਚਾਹੀਦੀ ਹੈ ਅਤੇ ਪੰਜਾਬੀ ਜ਼ਬਾਨ ਤੁਹਾਡੀ ਹੋਣੀ ਨਹੀਂ ਚਾਹੀਦੀ। ਇਹਨਾਂ ਨੂੰ ਤਾਂ ਇਹ ਤਾਂ ਜੀ ਸਿੱਖੜਿਆਂ ਦੀ ਜ਼ਬਾਨ ਹੈ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਅਪਰੋਚ ਹੈ ਇਹ ਗਲਤ ਹੈ। ਜਦ ਤੱਕ ਅਸੀਂ ਜਿਹੜੀ ਖੇਤਰੀ ਪਛਾਣਾਂ ਜਿਹੜੀਆਂ ਹੈਗੀਆਂ ਸੀ ਸਾਡੀਆਂ ਖੇਤਰੀ ਪਛਾਣਾਂ ਦੀ ਥਾਂ ਜਿਹੜੀਆਂ ਸਾਡੀਆਂ ਸੱਭਿਆਚਾਰਕ ਪਛਾਣਾਂ ਹੈ, ਉਸ ਚੀਜ਼ 'ਤੇ ਅਸੀਂ ਡਟ ਕੇ ਨਹੀਂ ਖੜ੍ਹਦੇ। ਮੈਨੂੰ ਨਹੀਂ ਲੱਗਦਾ ਵੀ ਜਿਹੜਾ ਅਸੀਂ ਇੱਕ ਡਾਈਵਰਸ ਇੰਡੀਆ ਹੈ ਉਹਨੂੰ ਬਣਾ ਨਹੀਂ ਸਕਦੇ। ਡਾਈਵਰਸ ਇੰਡੀਆ ਕੁਛ ਵੀ ਹੋ ਸਕਦਾ, ਚਾਹੇ ਉਹ ਨਾਸਤਿਕ ਉਹਦੇ ਵਿੱਚ ਵੀ ਹੋ ਜਾਵੇ ਜਾਂ ਸੈਕੂਲਰ ਹੋਵੇ ਜਾਂ ਚਾਹੇ ਉਹ ਹਿੰਦੂ ਵੀ ਹੋਵੇ, ਕੋਈ ਮਸਲਾ ਨਹੀਂ ਹੈ। ਪਰ ਜਦ ਤੱਕ ਬਾਕੀਆਂ ਨੂੰ ਬਰਾਬਰੀ ਦੇ ਹੱਕ, ਦੂਸਰੇ ਕਲਚਰਸ ਨੂੰ ਤੁਸੀਂ ਐਕਸੈਪਟ ਨਹੀਂ ਕਰਦੇ, ਉਹਨਾਂ ਨੂੰ ਬਰਾਬਰੀ ਨਹੀਂ ਦਿੰਦੇ, ਉਹਨਾਂ ਦੇ ਹੱਕ ਨਹੀਂ ਪਛਾਣਦੇ, ਮੈਨੂੰ ਲੱਗਦਾ ਵੀ ਕੋਈ ਵੀ ਸਿਸਟਮ ਜਿਹੜਾ ਇਸ ਚੀਜ਼ ਤੋਂ ਪਾਸੇ ਅੱਖਾਂ ਫੇਰਦਾ ਹੈ ਤਾਂ ਉਹ ਨੁਕਸਾਨ ਹੀ ਕਰੇਗਾ, ਤਾਂ ਨੁਕਸਾਨ ਕਰ ਵੀ ਰਿਹਾ। ਬਿਲਕੁਲ ਬਿਲਕੁਲ। ਤਾਂ ਜੇ ਮੈਂ ਹੁਣ ਦੂਜੇ ਸ਼ਬਦਾਂ 'ਚ, ਕਿਉਂਕਿ ਅਸੀਂ ਮੀਡੀਆ ਨਾਲ ਜੁੜੇ ਹੋਏ ਬੰਦੇ ਆ, ਕੁਛ
ਦਹੀਂ 20 ਦਿਨੀ ਬਾਅਦ ਕੁਝ ਟੋਲੇ ਆ ਦੁਆਬੇ 'ਚ ਖਾਸ ਕਰਕੇ ਆ, ਉਹ ਕਦੇ ਸੰਗਲ ਪਾ ਲੈਂਦੇ ਗੱਲ 'ਚ, ਕਦੇ ਆਉਂਦੇ ਵੀ ਅਸੀਂ ਗੁਲਾਮ ਆ, ਪੰਜਾਬ ਦਾ ਹਿੰਦੂ ਗੁਲਾਮ ਆ। ਹਾਲਾਂਕਿ ਬਹੁਤ ਸਾਰੇ ਭਲੇ ਜਿਹੜੇ ਹਿੰਦੂ ਆ ਉਹ ਉਹਨਾਂ ਵੱਲ ਦੇਖ ਕੇ ਵੀ ਹੱਸਦੇ ਵੀ ਪਤਾ ਨਹੀਂ ਕਿਹੜੀ ਇਹਨਾਂ ਨੂੰ ਗੁਲਾਮੀ ਖਾਂਦੀ, ਵੱਖਰੀ ਖਾਂਦੀ ਆ। ਅਤੇ ਤੁਹਾਨੂੰ ਲੱਗਦਾ ਵੀ ਸ਼ਾਇਦ ਹੁਣ ਪਰਖ ਦੀ ਘੜੀ ਆ ਵੀ ਜੇ ਉਹ ਪੰਜਾਬ ਦੇ ਬੜੇ ਪਿਆਰੇ ਆ, ਬੜੀ ਚਿੰਤਾ ਉਹਨਾਂ ਨੂੰ ਪੰਜਾਬ ਦੀ, ਤਾਂ ਵੇਖੋ ਪੰਜਾਬ ਦਾ ਹੱਕ ਹੋਣ ਲੱਗੇ ਆ। ਜਿਹੜਾ ਭਾਖੜਾ ਬੋਰਡ ਦੇ ਉੱਤੇ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ, ਤੇ ਉਹਨਾਂ ਨੂੰ ਉੱਥੇ ਜਾ ਕੇ ਜਾਂ ਇੱਥੇ ਖਲੋ ਕੇ ਕਿਸੇ ਤਰੀਕੇ ਨਾਲ ਭਾਰਤੀ ਹਕੂਮਤ ਦੀ ਵਿਰੋਧਤਾ ਕਰਨੀ ਚਾਹੀਦੀ ਜੇ ਸੱਚਮੁੱਚ ਉਹ ਪ੍ਰੋ ਪੰਜਾਬ ਆ, ਜੇ ਪੰਜਾਬ ਦੇ ਪਿਆਰੇ ਹੈਗੇ। ਤੇ ਦੇਖੋ ਇਹ ਤਾਂ ਉਹਨਾਂ ਨੂੰ ਚਾਹੀਦਾ ਹੀ ਹੈ ਵੀ ਹੁਣ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਆ ਗਿਆ ਵੀ ਉਹ ਜਾ ਕੇ ਵਿਰੋਧ ਕਰਨ, ਸਰਕਾਰ ਦਾ ਵਿਰੋਧ ਕਰਨ। ਹੁਣ ਨਾ ਬੋਲਣ ਵੀ ਇਹ ਇੱਦਾਂ ਨਹੀਂ ਹੋਣਾ ਚਾਹੀਦਾ। ਉਹ ਜਿਹੜੇ ਬੰਦੇ ਪੰਜਾਬ ਦੇ ਪਾਣੀਆਂ ਦੇ ਵਿੱਚੋਂ ਦੂਸਰਿਆਂ ਦਾ ਹੱਕ ਦੇਖ ਰਹੇ ਹੈ, ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਕੱਲ੍ਹ ਨੂੰ ਵੀ ਸਾਡੇ ਬੱਚੇ ਵੀ ਇੱਥੇ ਹੀ ਰਹਿਣੇ। ਮੈਨੂੰ ਲੱਗਦਾ ਵੀ ਜਾਂ ਤਾਂ ਉਹਨਾਂ ਨੇ ਬੱਚੇ ਤੇ ਆਪਣੇ ਘਰ ਦਿੱਲੀ ਵੀ ਪਾ ਕੇ ਰੱਖੇ ਹੋਣੇ, ਜਾਂ ਅੰਬਾਲੇ ਤੋਂ ਅੱਗੇ ਵੀ ਕੋਈ ਨਾ ਘਰ ਪਾ ਕੇ ਰੱਖਿਆ ਹੋਊਗਾ। ਉਹੀ ਬੰਦੇ ਹੈ ਜਿਹੜੇ ਪੰਜਾਬ 'ਚ ਗੱਲ ਕਰਦੇ ਜੀ ਸਾਡੀ ਬੋਲੀ ਹਿੰਦੀ ਹੈ, ਉਹ ਜਦੋਂ ਉਹ ਹਰਿਆਣੇ 'ਚ ਚਲੇ ਜਾਂਦੇ ਉਹ ਕਹਿ ਦਿੰਦੇ ਆ ਜੀ ਸਾਡੀ ਬੋਲੀ ਜੀ ਪੰਜਾਬੀ ਹੈ, ਅਸੀਂ ਪੰਜਾਬੀ ਪੜ੍ਹਨਾ ਚਾਹੁੰਦੇ ਹਾਂ। ਉਹ ਆਪਣੇ ਆਪ ਨੂੰ ਪੰਜਾਬੀ ਭਾਈਚਾਰਾ ਲਿਖਾਉਂਦੇ ਆ। ਤੁਸੀਂ ਇਹ ਦੇਖ ਲੈਣਾ ਪੰਜਾਬ ਦੇ ਵਿੱਚ ਕਿਤੇ ਕੋਈ ਪੰਜਾਬੀ ਭਾਈਚਾਰਾ ਦਿਖਦਾ ਨਾ ਦਾ ਕੋਈ ਸ਼ਬਦ ਹੈਗਾ। ਉਹ ਤਾਂ ਹੋਲ ਕਮਿਊਨਿਟੀ ਲਈ ਹੋ ਸਕਦਾ। ਉਹ ਯੂਪੀ 'ਚ ਜਾਂ ਹਰਿਆਣੇ ਦੇ ਵਿੱਚ ਕੌਣ ਹੈ, ਉਹ ਤੁਹਾਨੂੰ ਉਹੀ ਦਿਖਦਾ ਵੀ ਜਿਹੜਾ ਕਹਿ ਦਿੰਦਾ ਵੀ ਜੀ ਪੰਜਾਬ 'ਚ ਜੀ ਹਿੰਦੂ ਗੁਲਾਮ ਹੈ। ਸੋ ਦੂਸਰੀ ਗੱਲ ਇਹ ਆ ਵੀ ਉਹ ਅਟੈਂਸ਼ਨ ਸੀਕਰ ਹੁੰਦੇ ਆ ਬੰਦੇ, ਕੁਛ ਇੱਕ ਉਹਨਾਂ ਦਾ ਬੇਸ ਹੁੰਦਾ ਨਹੀਂ ਹੈ। ਬਾਕੀ ਜਿਹੜੀ ਮਤਲਬ ਸਾਨੂੰ ਲੱਗਦਾ ਵੀ ਚਲੋ ਹਿੰਦੂਆਂ ਦਾ ਜੋ ਹੱਕ ਹੈ ਉਹ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਉਹਨਾਂ ਨੂੰ ਹੱਕ ਜਤਾਉਣ ਦੀ ਇਸ ਸਟੇਟ ਦਾ ਵੀ ਹੋਣਾ ਪਊਗਾ, ਇਸ ਸਟੇਟ ਲਈ ਖੂਨ ਵੀ ਦੇਣਾ ਪਊਗਾ। ਦੂਸਰੀ ਗੱਲ ਇਹ ਹੈ ਵੀ ਇੱਥੇ ਉਹਨਾਂ ਦੇ ਜੇ ਕਹਿੰਦੇ ਆ ਕਿ 40% ਹੈ ਜਾਂ 38% ਹੈ, ਉਹਨਾਂ ਦੀ ਇੱਕ ਗਿਣਤੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਇੱਕ ਦੋ ਜਾਤਾਂ ਨੂੰ ਨਹੀਂ ਹਿੰਦੂ ਰੀਪ੍ਰਜੈਂਟੇਸ਼ਨ ਦੇ ਨਾਂ ਨਾਲ ਕੈਬਨਿਟ 'ਚ ਦੇ ਦੇਣਾ। ਪੰਜਾਬ ਦੇ ਵਿੱਚ ਜੇ ਉਹ 38 ਤੋਂ 40% ਕਹਿੰਦੇ ਆ, ਉਹਦੇ ਵਿੱਚੋਂ ਬਹੁਤ ਵੱਡੀ ਆਬਾਦੀ OBC ਕਮਿਊਨਿਟੀ ਦੀ ਹੈ। ਉਹਨਾਂ ਨੂੰ ਕਿੰਨਾ ਕੁ ਰੀਪ੍ਰਜੈਂਟੇਸ਼ਨ ਹਿੰਦੂ ਦੇ ਨਾਂ 'ਤੇ ਦਿੱਤਾ ਹੈ? ਵਿਦਿਨ ਉਹਦੇ ਵਿੱਚ ਹੀ ਜਿਹੜਾ ਹਿੰਦੂ ਦਲਿਤ ਵੀ ਹੈ, ਉਹਦੀ ਪੋਲੀਟੀਕਲ ਹਿੱਸੇਦਾਰੀ ਕਿੱਥੇ ਦਿਖਦੀ ਪਈ ਹੈ? ਸੋ ਜੇ ਉਹਨਾਂ ਨੂੰ ਲੱਗਦਾ ਹੈ ਵੀ ਹਿੰਦੂ ਜਿਹੜਾ, ਤਾਂ ਮੈਨੂੰ ਲੱਗਦਾ ਵੀ ਇਕਨੋਮਿਕ ਤੌਰ 'ਤੇ ਵੀਕ ਬੈਠਾ ਹੈ ਹਿੰਦੂ, ਜਿਹੜਾ SC ਹੈ, OBC ਹੈ ਜਾਂ ਪੋਲੀਟੀਕਲੀ ਸਾਈਡ ਲਾਈਨ ਹੈ, ਉਹਦਾ ਤਾਂ ਮੰਨ ਸਕਦੇ ਵੀ ਕੁਛ ਉਹਦਾ ਰਾਈਟ ਵੀ ਹੋਵੇ ਵੀ ਜੇ 38% ਕਹਿੰਦੇ ਆ ਵੀ 38% ਕੈਬਨਿਟ ਦੇ ਵਿੱਚੋਂ ਹੁਣ 2-4 ਜਾਤਾਂ ਦੇ ਕੁਛ ਇੱਕ ਬੰਦੇ ਕਹਿਣ ਵੀ ਸਾਰਾ ਕੁਝ ਸਾਡਾ ਹੀ ਹੈ। ਸੋ ਇਹ ਤਾਂ ਜਸਟੀਫਾਈ ਹੋਈ ਨਹੀਂ ਹੈ। ਦੂਸਰੀ ਗੱਲ, ਜੇ ਉਹਨਾਂ ਨੇ ਜਸਟੀਫਾਈ ਕਰਨਾ ਤਾਂ ਉਹਨਾਂ ਨੂੰ ਪੰਜਾਬ ਲਈ ਕੁਰਬਾਨੀ ਵੀ ਦੇਣੀ ਪੈਣੀ ਹੈ, ਅਤੇ ਪੰਜਾਬ ਲਈ ਡਟ ਕੇ ਹਿੰਦੂ ਜਾਂ ਸਿੱਖ ਦੇ ਰੋਲੇ ਜਾਂ ਮੁਸਲਮਾਨ ਦੇ ਰੋਲੇ ਵਿੱਚੋਂ ਪਾਸੇ ਹੋ ਕੇ ਉਹਨਾਂ ਨੂੰ ਗੱਲ ਪੰਜਾਬ ਲਈ ਕਰਨੀ ਪੈਣੀ ਹੈ। ਜੇ ਨਹੀਂ ਕਰਨਗੇ ਫਿਰ ਉਹਨਾਂ ਦਾ ਕੋਈ ਦਾਵਾ ਨਹੀਂ ਬਣਦਾ। ਤਾਂ ਇਤਿਹਾਸ ਗਵਾਹ ਪੰਜਾਬ ਦੀ ਜਿਹੜੀ ਸਥਾਪਨਾ ਆ, ਪੰਜਾਬ ਦੀ ਹੋਂਦ ਜਿਹੜੀ, ਪੰਜਾਬ ਜਦੋਂ ਹੋਂਦ 'ਚ ਆਇਆ ਉਹ ਤਾਂ ਆਇਆ ਵੀ ਇੱਕ ਸਿੱਖਾਂ ਨੂੰ ਵੱਖਰਾ ਰਾਜ ਚਾਹੀਦਾ, ਜਿਹੜਾ ਵਾਅਦਾ ਕੀਤਾ ਸੀਗਾ। ਹਾਲਾਂਕਿ ਵਾਅਦਾ ਬਹੁਤ ਵੱਡਾ ਸੀ, ਪੰਜਾਬੀ ਸੂਬਾ ਵੀ ਨਹੀਂ ਬਲਕਿ ਪੰਜਾਬੀ ਸੂਬੀ ਮਿਲੀ। ਇਹਦੇ 'ਚ ਅਕਾਲੀਆਂ ਨੇ, ਕਾਂਗਰਸੀਆਂ ਨੇ, ਉਸ ਵਕਤ ਦੇ ਸੰਘੀਆਂ ਨੇ, ਕਿਸੇ ਨੇ ਵੀ ਘੱਟ ਨਾ ਕੀਤੀ। ਜੇ ਅਸੀਂ ਸਿੱਖ ਨਜ਼ਰੀਏ ਤੋਂ ਵੇਖੀਏ ਤਾਂ ਗੁਰੂ ਦੀ ਬਾਣੀ ਆਉਂਦੀ ਆ ਵੀ ਹਿੰਦੂ ਤੁਰਕ ਦੋ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋਰ। ਸਿੱਖ ਵੇਂਦੇ ਵੀ ਆ ਗੁਰੂ ਦਰਬਾਰ ਦੇ ਵਿੱਚ, ਗੁਰੂ ਮਰਿਆਦਾ ਦੇ ਵਿੱਚ ਸਿੱਖ ਫਲਸਫੇ ਕਿਤੇ ਵੀ ਕੋਈ ਵੰਡੀ ਹੰਡੀ ਹੈਗੀ ਨਹੀਂ। ਪਰ ਜੇ ਤੁਸੀਂ ਇਸ ਮੁਲਕ ਦੇ ਸਿਸਟਮ ਦੇ ਨਜ਼ਰੀਏ ਤੋਂ ਵੇਖੋਗੇ, ਔਰ ਖਾਸ ਕਰਕੇ ਜਿਹੜੇ ਕੁਛ ਲੋਕ ਬਹੁਤਾ ਰੌਲਾ ਪਾਉਂਦੇ ਵੀ ਚਿਹਰਾ ਆਹ ਚਾਹੀਦਾ, ਤਾਂ ਫਿਰ ਤੁਸੀਂ ਇਸ ਰਾਜ ਵਾਸਤੇ, ਇਸ ਖਿੱਤੇ ਵਾਸਤੇ ਕੁਛ ਕਰਕੇ ਵਿਖਾਓ, ਸਭ ਕੁਛ ਮਿਲੂ। ਜੀ ਹੋਰ ਦੱਸਦਾ, ਇਹ ਖਾਸ ਕਰ ਅਕਾਲੀ ਦਲ ਨੂੰ, ਹਾਲਾਂਕਿ ਇਲਜ਼ਾਮ ਇਹ ਲਾਏ ਹੁੰਦੇ ਆ ਜੀ ਅਕਾਲੀਆਂ ਨੇ ਸੂਬੀ ਲੈ ਲਈ, ਪਰ ਅਕਾਲੀ ਦਲ ਦਾ ਜਿਹੜਾ ਸਟੈਂਡ ਸੀਗਾ ਉਹ ਉਸ ਵੇਲੇ ਸਭ ਤੋਂ ਸ਼ਾਨਦਾਰ ਸੀਗਾ। ਅਕਾਲੀ ਦਲ ਨੇ ਜਿੱਥੇ ਤੱਕ ਦਾ ਅਨੰਦਪੁਰ ਸਾਹਿਬ ਸੂਬੇ ਵਿੱਚ ਖਿੱਤਾ ਕਲੇਮ ਕੀਤਾ ਹੋਇਆ ਹੈ, ਉਹਦੇ ਨਾਲ ਕਿਸੇ ਵੀ ਪਾਸੇ ਤੋਂ ਤੁਸੀਂ ਜੋੜ ਕੇ ਦੇਖ ਲਓ, ਚਾਹੇ ਉਹ ਕਾਂਗੜਾ ਹੈ ਜਾਂ ਊਨਾ ਹੈ ਜਾਂ ਸੋਲਨ ਹੈ ਜਾਂ ਗੰਗਾ ਨਗਰ ਹੈ ਜਾਂ ਹਰਿਆਣੇ ਦੇ ਕੁਛ ਇੱਕ ਨੌਰਥ ਹਿੱਸੇ ਹਨ, ਉਹਦੇ ਨਾਲ ਕਦੀ ਵੀ ਸਿੱਖ ਮੈਜੋਰਿਟੀ ਤਾਂ ਹੋਣੀ ਨਹੀਂ ਸੀ। ਠੀਕ ਹੈ, ਤਾਂ ਅਕਾਲੀਆਂ ਨੂੰ ਬੇਈਮਾਨ ਕਹਿਣ ਵਾਲਿਆਂ ਨੂੰ ਪਹਿਲਾਂ ਖੁਦ ਸੋਚਣਾ ਚਾਹੀਦਾ। ਉਸ ਵੇਲੇ ਦੇ ਅਕਾਲੀਆਂ ਦੇ ਜਿਹੜਾ ਉਹ ਸੀਗਾ, ਉਹਨਾਂ ਨੇ ਬਿਲਕੁਲ ਸੱਭਿਆਚਾਰਕ ਖਿੱਤੇ ਨੂੰ ਹੀ ਉਹਨਾਂ ਨੇ ਬੋਲਿਆ ਸੀ। ਜੇ ਅਕਾਲੀਆਂ ਨੇ ਸਿੱਖ ਸੂਬਾ ਲੈਣਾ ਹੁੰਦਾ ਤਾਂ ਸਿੱਖਸਤਾਨ ਦੀ ਗੱਲ ਕਰਦੇ, ਅਤੇ ਉਹ ਸਿੱਖ ਹੋਮਲੈਂਡ ਦੀ ਗੱਲ ਕਰਦੇ। ਉਹਨਾਂ ਦਾ ਹੱਕ ਵੀ ਸੀਗਾ ਇੱਥੇ ਬਣਦਾ, ਵਿਦਿਨ ਹਿੰਦੂ ਇੰਡੀਆ ਦੇ ਵਿੱਚ ਸਿੱਖ ਆਟੋਨੋਮਿਕ ਖਿੱਤਾ ਬਣਦਾ ਵੀ ਸੀਗਾ, ਉਹਨਾਂ ਦਾ ਹੱਕ ਬੋਲ ਵੀ ਸਕਦੇ ਸੀ, ਮੰਗ ਕਰ ਸਕਦੇ ਸੀ, ਕੋਈ ਉਹ ਨਹੀਂ। ਪਰ ਜੇ ਉਹਨਾਂ ਨੇ ਪੰਜਾਬੀ ਸੂਬਾ ਮੰਗਿਆ ਤਾਂ ਉਹਦੇ ਵਿੱਚ ਪੰਜਾਬੀ ਆਈਡੈਂਟੀਟੀ, ਪੰਜਾਬੀ ਕਲਚਰ ਅਤੇ ਪੰਜਾਬੀ ਬੋਲੀ ਦੇ ਬੇਸ 'ਤੇ ਖਿੱਤਾ ਮੰਗਿਆ, ਅਤੇ ਉਹਦੇ ਕਰਕੇ ਵੀ ਉਹਨਾਂ ਨੂੰ ਗਾਲਾਂ ਪੈ ਰਹੀਆਂ। ਸੋ ਇਸ ਗੱਲ ਨੂੰ ਹਮੇਸ਼ਾ ਮਤਲਬ ਧਿਆਨ ਰੱਖਣਾ ਚਾਹੀਦਾ ਵੀ ਉਸ ਦੌਰ ਦੇ ਅਕਾਲੀ ਦਲ ਨੂੰ ਮਾੜਾ ਨਹੀਂ ਕਹਿ ਸਕਦੇ, ਵੀ ਜਿਹੜਾ ਉਹਨਾਂ ਦਾ ਕਿੱਤਾ ਸੀਗਾ ਉਹ ਨੈਚੁਰਲ ਸੀਗਾ, ਉਹਨਾਂ ਨੇ ਕਲੇਮ ਕੀਤਾ। ਇਹ ਦੇਖਣਾ ਪਊਗਾ ਵੀ ਕਿਤੇ ਸੰਤ ਫਤਿਹ ਸਿੰਘ ਹੋਣੀ ਜਿਹੜੇ ਪੰਜਾਬੀ ਸੂਬਾ ਮੋਰਚੇ ਦੀ ਮੰਗ ਕਰਨ ਵਾਲੇ, ਉਹਨਾਂ ਨੇ ਬੜੀ ਲਹਿਰ ਵੀ ਤੋਰੀ, ਕਈ ਵਾਰ ਗ੍ਰਿਫਤਾਰੀਆਂ ਵੀ ਹੋਈਆਂ, ਭੁੱਖ ਹੜਤਾਲ ਵੀ ਹੋਈ, ਬੜਾ ਸਮਾਂ ਹੋਇਆ। ਅਤੇ ਇੱਕ ਅੱਜ ਦੇ ਅਕਾਲੀ ਹੈ
ਔਰ ਉਹ ਆ ਜਿਹੜੇ ਜਿਨ੍ਹਾਂ ਦੇ ਸਾਹਮਣੇ ਕਾਨੂੰਨ ਬਣਿਆ ਵੀ ਤੁਹਾਡਾ ਭਾਖੜਾ ਬੋਰਡ ਤੁਹਾਡੇ ਤੋਂ ਖੋਇਆ ਜਾ ਰਿਹਾ। ਅੱਜ ਦੇ ਕਾਂਗਰਸੀ ਆ ਜਿਹੜੇ ਕਹਿੰਦੇ ਪੰਜਾਬ ਦੀ ਆਵਾਜ਼ ਕੈਪਟਨ ਅਮਰਿੰਦਰ ਸਿੰਘ ਔਰ ਭਗਵੰਤ ਮਾਨ ਜਿਹੜੇ ਕਹਿੰਦੇ ਇੱਕ ਮੌਕਾ ਦੇ ਦਿਓ, ਔਰ ਮੌਕਾ ਤੁਸੀਂ ਇੱਕ ਮੰਗਦੇ ਹੋ। ਗੱਲ ਪੰਜਾਬ ਦੀ ਜਦੋਂ ਕਰਨੀ ਸੀ ਤੁਸੀਂ ਉੱਥੇ ਸੌਂ ਗਏ ਹੋ। ਦੇਖੋ ਜੀ, ਭਗਵੰਤ ਮਾਨ ਸਾਹਿਬ ਤਾਂ ਨੂੰ ਜੇ ਮੰਨ ਲਓ ਕਿ ਉਹਨਾਂ ਦੇ ਲੱਤਾਂ 'ਚ ਜ਼ੋਰ ਹੁੰਦਾ, ਮੈਨੂੰ ਲੱਗਦਾ ਹੈ ਵੀ ਜਿਸ ਦਿਨ ਅਰਵਿੰਦ ਕੇਜਰੀਵਾਲ ਨੇ ਲੁਧਿਆਣੇ ਆ ਕੇ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਹਿੰਦੂ ਖਤਰੇ ਵਿੱਚ ਹੈ, ਸਭ ਤੋਂ ਪਹਿਲਾਂ ਵਿਰੋਧ ਉਹਨਾਂ ਨੂੰ ਕਰਨਾ ਚਾਹੀਦਾ ਸੀ। ਹੁਣ ਹਿੰਮਤ ਹੈ ਨਹੀਂ ਉਹਨਾਂ 'ਚ ਬੋਲਣ ਜੋਗੀ। ਸੋ ਐਦੀ ਦੂਸਰੇ ਹਨ। ਹੁਣ ਜੇ ਕੈਪਟਨ ਸਾਹਿਬ ਹੈ, ਕੈਪਟਨ ਸਾਹਿਬ ਬੈਠੇ ਹਨ ਮੋਦੀ ਦੇ ਨਾਲ ਬੈਠ ਕੇ ਗੱਲ ਕਰਨ ਵੀ ਭਾਈ ਆ ਤੇਰਾ ਸਟੈਂਡ ਗਲਤ ਹੈ। ਢੀਂਡਸਾ ਸਾਹਿਬ ਬੈਠੇ ਹਨ, ਉਹਨਾਂ ਨਾਲ ਭਾਈਵਾਲ ਹੋ ਕੇ 100 ਵਾਰ ਭਾਈਵਾਲ ਬਣੋ। ਠੀਕ ਹੈ, ਸਾਡਾ ਖੇਤੀ ਕਾਨੂੰਨਾਂ ਨਾਲ ਲੈ ਕੇ ਵਿਰੋਧ ਸੀਗਾ, ਉਹ ਵਾਪਸ ਲੈ ਲਿਆ, ਚਲੋ ਠੀਕ ਹੈ। ਪਰ ਹੁਣ ਤਾਂ ਚਲੋ ਮੰਨ ਲਿਆ ਕਿ ਅਸੀਂ ਅਛੂਤ ਨਹੀਂ ਮੰਨਦੇ ਉਹਨਾਂ ਨੂੰ ਵੀ ਠੀਕ ਹੈ ਤੁਸੀਂ ਪ੍ਰਚਾਰ ਆਪਣਾ ਪੋਲੀਟੀਕਲ ਪ੍ਰਚਾਰ ਵੀ ਕਰਨਾ, ਪਰ ਪੋਲੀਟੀਕਲ ਨੈਗੋਸ਼ੀਏਸ਼ਨ ਦਾ ਵੀ ਦਮ ਰੱਖੋ। ਬਰਾਬਰ ਦੀ ਧਿਰ ਬਣ ਕੇ ਬੈਠਣਾ ਤਾਂ ਸਿੱਖੋ। ਜੇ ਤੁਸੀਂ ਬਣਨਾ ਹੀ ਸੇਵਕ ਹਨ ਤਾਂ ਮੈਨੂੰ ਲੱਗਦਾ ਹੈ ਵੀ ਇਹ ਤੋਂ ਚੰਗਾ ਤਾਂ ਮਤਲਬ ਇਹ ਆਪਣੇ ਜਿਹੜੇ ਰਿਆਸਤੀ ਖੂਨ ਸੀਗਾ ਜਾਂ ਉਹਨਾਂ ਦੇ ਨਾਮ ਨੂੰ ਵੀ ਇਹ ਦਾਗ ਲਾ ਰਹੇ ਹਨ। ਜੇ ਬੈਠ ਕੇ ਸਿੱਖਾਂ ਲਈ ਜਾਂ ਪੰਜਾਬ ਲਈ ਬਰਾਬਰ ਦੀ ਨੈਗੋਸ਼ੀਏਸ਼ਨ ਨਹੀਂ ਕਰ ਪਾਉਂਦੇ। ਐਦੀ ਗੱਲ ਅਕਾਲੀ ਦਲ 'ਤੇ ਆਉਂਦੀ ਹੈ। ਜਿਹੜੇ ਕਹਿੰਦੇ ਆ ਅਸੀਂ ਜਾਨ ਦੇ ਦੇਵਾਂਗੇ, ਉਹਨਾਂ ਨੇ ਹਾਲੇ ਤੱਕ ਦਿੱਤਾ ਨਹੀਂ ਕੁਛ। ਇਹਨਾਂ ਨੇ 2018 ਦੇ ਵਿੱਚ ਚੰਡੀਗੜ੍ਹ 'ਚ ਯੂਟੀ ਕੋਟਾ ਲਾਗੂ ਕਰਨ ਲੱਗੇ ਸੀ ਵੀ ਅੰਡੋਮਾਨ ਦੇ ਹੁੱਲ, ਉਦੋਂ ਅਕਾਲੀ ਦਲ ਨਹੀਂ ਬੋਲਿਆ। ਬੀਬੀ ਹਰਸਿਮਰਤ ਕੌਰ ਸੈਂਟਰ 'ਚ ਮਿਨਿਸਟਰ ਸੀਗੀ, ਉਦੋਂ ਉਹ ਨਹੀਂ ਬੋਲੀ। ਅਸੀਂ ਪੰਜਾਬ ਯੂਨੀਵਰਸਿਟੀ 'ਚ ਵੱਖ-ਵੱਖ ਜਥੇਬੰਦੀਆਂ ਨੇ, ਸਟੂਡੈਂਟ ਜਥੇਬੰਦੀਆਂ ਨੇ ਆਪਣੇ ਲੈਵਲ 'ਤੇ ਮੋਰਚਾ ਚਲਾਇਆ, ਰੌਲਾ ਪਾਇਆ, ਤਾਂ ਜਾ ਕੇ ਰਾਜਨਾਥ ਸਿੰਘ ਨੂੰ ਆ ਕੇ ਕਹਿਣਾ ਪਿਆ ਸੀ ਵੀ ਅਸੀਂ ਇਹ ਨਹੀਂ ਲਾਗੂ ਕਰਾਂਗੇ। ਅਤੇ ਹੁਣ ਉਹ ਗੱਲ ਕਰਦੇ ਵੀ ਅਸੀਂ ਪੰਜਾਬ ਨੂੰ ਬਚਾ ਲਾਂਗੇ। ਅਕਾਲੀ ਦਲ ਨੂੰ ਤਾਂ ਜੇ ਆਪਾਂ ਦੇਖੀਏ ਸਿੱਖ ਪੱਖ ਤੋਂ ਜਿਹੜਾ ਅਕਾਲੀਆਂ ਦਾ ਨੁਕਸਾਨ ਹੀ ਇਹ ਹੋਇਆ ਵੀ ਜਦੋਂ ਅਕਾਲੀ ਦਲ ਇੱਕ ਟੱਬਰ ਦੀ ਪ੍ਰਾਈਵੇਟ ਲਿਮਟਿਡ ਫਰਮ ਬਣ ਕੇ ਬੈਠ ਗਿਆ, ਉਹਦੇ ਵਿੱਚੋਂ ਤੁਸੀਂ ਅਨੰਦਪੁਰ ਸਾਹਿਬ ਮਤਾ ਹੈ, ਮੈਂ ਦਾਅਵੇ ਨਾਲ ਕਹਿ ਦਿੰਦਾ ਵੀ ਸੁਖਬੀਰ ਸਿੰਘ ਬਾਦਲ ਕੋਲੋਂ, ਹਰਸਿਮਰਤ ਕੌਰ ਭੈਣ ਜੀ ਹੁਣਾਂ ਕੋਲੋਂ ਪੁੱਛ ਲੈਣਾ ਵੀ ਇਹ ਹੈ ਕੀ ਹੈ, ਫੈਡਰਲਿਜ਼ਮ ਦਾ ਮਸਲਾ ਕੀ ਹੈ। ਸ਼ਰਤ ਲਾ ਕੇ ਰੱਖ ਦਿਓ, ਮੈਂ ਅੱਗੇ ਤੋਂ ਪਬਲਿਕ ਇਹ ਬੋਲੂੰਗਾ ਨਹੀਂ ਕੁਛ, ਇਹ ਐਕਸਪਲੇਨ ਕਰਕੇ ਦੱਸ ਦੇਣ। ਇਸ ਵਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਇੱਕ ਵਾਅਦਾ ਕੀਤਾ ਜੀ ਅਸੀਂ ਡਿਪਟੀ CM ਇੱਕ ਹਿੰਦੂ ਬਣਾਵਾਂਗੇ, ਇੱਕ ਡਿਪਟੀ CM ਦਲਿਤ ਬਣਾਵਾਂਗੇ। ਕਿ ਮਤਲਬ ਪੰਜਾਬ ਦੀ ਮੁੱਖ ਮੰਤਰੀ ਬਣਨ ਲਈ ਇਹ ਕੋਈ ਜਾਤੀਗਤ ਪਛਾਣ ਜਾਂ ਇੱਕ ਉਹ ਹੋਣੀ ਜ਼ਰੂਰੀ ਹੈ ਜੀ। ਕੀ ਹਰਿਆਣੇ ਨੇ ਕਿਹਾ ਵੀ ਕਦੀ ਉੱਥੇ ਡਿਪਟੀ CM ਦਲਿਤ ਹੋਊਗਾ? ਕੀ ਹਿਮਾਚਲ ਨੇ ਕਿਹਾ? ਹਿਮਾਚਲ 'ਚ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਦਲਿਤ ਆਬਾਦੀ ਹੈ, ਕੀ ਉੱਥੇ ਗੱਲ ਹੋਈ ਹੈ ਵੀ ਦਲਿਤਾਂ ਨੂੰ ਹੱਕ ਦੇਣਾ? ਕੀ UP ਨੇ ਕਿਹਾ ਵੀ ਅਸੀਂ ਮੁਸਲਿਮ ਉਪ ਮੁੱਖ ਮੰਤਰੀ ਦੇਵਾਂਗੇ? ਮੈਨੂੰ ਲੱਗਦਾ ਵੀ ਪੰਜਾਬ ਦਾ ਮੁੱਖ ਮੰਤਰੀ ਦਲਿਤ ਵੀ ਬਣ ਜਾਵੇ ਜਾਂ ਕੋਈ ਹਿੰਦੂ ਵੀ ਬਣਦਾ, ਜਿਹੜਾ ਮਰਜ਼ੀ ਬਣ ਜਾਵੇ, ਪਰ ਉਹਨੂੰ ਪਹਿਲਾਂ ਸਭ ਤੋਂ ਪਹਿਲੀ ਅਤੇ ਆਖਰੀ ਸ਼ਰਤ ਉਹਦੀ ਇਹੀ ਹੈ ਵੀ ਪੰਜਾਬ ਦੇ ਹਿੱਤਾਂ ਨਾਲ ਖੜੇ ਅਤੇ ਪੰਜਾਬੀਆਂ ਲਈ ਖੜੇ, ਇਸ ਧਰਤੀ ਲਈ ਖੜੇ, ਨਾ ਕਿ ਉਹਦੀ ਇਹ ਉਹ ਹੋ ਜਾਣਾ ਵੀ ਉਹ ਦਲਿਤ ਹੈ ਜਾਂ ਉਹ ਹਿੰਦੂ ਹੈ ਇਸ ਕਰਕੇ ਉਹ ਉਪ ਮੁੱਖ ਮੰਤਰੀ ਦੀ ਦਾਅਵੇਦਾਰੀ ਦਾ ਦਾਅਵੇਦਾਰ ਹੋ ਗਿਆ। ਇਹ ਮੈਨੂੰ ਲੱਗਦਾ ਸਭ ਤੋਂ ਮਾੜੀ ਪਹੁੰਚ ਸੀਗੀ। ਅਤੇ ਅਕਾਲੀ ਦਲ ਇੱਕ ਆਪਣੇ ਆਪ ਨੂੰ ਅਕਾਲੀ ਕਹਿੰਦੇ ਹੋਏ ਮੈਨੂੰ ਲੱਗਦਾ ਵੀ ਅਕਾਲੀ ਦਲ ਦੇ ਸਿਧਾਂਤਾਂ ਤੋਂ ਹੀ ਭਟਕਣ ਵਾਲੀ ਗੱਲ ਸੀਗੀ, ਅਤੇ ਉਹਨਾਂ ਦਾ ਜੋ ਬੀਜਿਆ ਹੋਇਆ ਉਹੀ ਇਸ ਵਾਰ ਵੱਢ ਰਹੇ ਆ ਉਹ। ਅਤੇ ਤੁਹਾਨੂੰ ਪਤਾ ਹੀ ਹੈ ਵੀ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਜਿਹੜੇ 2017 ਤੋਂ ਬਾਅਦ ਮੈਨੂੰ ਲੱਗਦਾ ਜੇ ਇਹਨਾਂ ਕੋਲੋਂ 50% ਲੋਕ ਰੁੱਸੇ ਸਨ, 50% ਦੇ ਵਿੱਚੋਂ ਇਹਨਾਂ ਨੇ 10% ਲੋਕ ਵੀ ਮਨਾਉਣ ਨਹੀਂ ਗਏ ਰੁੱਸੇ ਹੋਇਆਂ ਨੂੰ, ਵੀ ਕਿਸ ਕਰਕੇ ਉਹ ਰੁੱਸੇ ਸੀ, ਜਾਇਜ਼ ਗੱਲੋਂ ਉਹਨਾਂ ਨੂੰ ਸ਼ਾਂਤ ਹੀ ਨਹੀਂ ਕਰ ਪਾਏ। ਸੋ ਉਹਦੇ ਵਿੱਚੋਂ ਆਹੀ ਜਿਹੜੇ ਛਲ ਕਪਟ ਨਿਕਲਦੇ ਪਏ ਆ ਜੀ, ਅਸੀਂ ਆ ਜੀ ਇੱਕ ਦਲਿਤ ਨੂੰ ਉਹ ਦੇ ਦਾਂਗੇ, ਆ ਇੱਕ ਉਹ ਡਿਪਟੀ CM ਦੂਜਾ ਬਣਾ ਦਾਂਗੇ, ਤੀਜਾ ਆਹ ਬਣਾ ਲਾਂਗੇ, ਜਾਂ ਫਿਰ ਅਸੀਂ ਸਭ ਕੁਛ ਆਹ ਫ੍ਰੀ ਦੇ ਦੇਵਾਂਗੇ। ਉਹਦੇ ਵਿੱਚ ਕੋਈ ਸਟੇਟਸਮੈਨਸ਼ਿਪ ਵਾਲੀ ਕੋਈ ਗੱਲ ਹੈ ਨਹੀਂ ਗੀ। ਸੋ ਇਹੀ ਦੁਖਾਂਤ ਹੈ ਪੰਜਾਬ ਦਾ। ਬਿਲਕੁਲ ਬਿਲਕੁਲ। ਤਾਂ ਭਾਖੜਾ ਬੋਰਡ ਦੇ ਵਿੱਚੋਂ ਜਿਹੜਾ ਕਿ ਸੈਂਟਰ ਸਰਕਾਰ ਨੇ ਪੰਜਾਬ ਦੀ ਜਿਹੜੀ ਸ਼ਰਤੀਆ ਦਾਅਵੇਦਾਰੀ ਸੀ ਉਹ ਜਿਹੜਾ ਹੱਕ ਹੈਗਾ ਉਹ ਦੱਬ ਲਿਆ ਹੈਗਾ। ਉਸ ਤੋਂ ਬਾਅਦ ਜਿਹੜੀ ਚਰਚਾ ਬੜੀ ਤੇਜ਼ ਹੋ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਵੀ ਕੱਲ੍ਹ ਨੂੰ ਜਿਹੜਾ ਐਲਾਨ ਕੀਤਾ ਹੋਇਆ ਵੀ ਅਸੀਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਉਹ ਪਿੱਟ ਸਿਆਪਾ ਕਰਨਾ ਹੈ। ਔਰ ਸਿਆਸੀ ਪਾਰਟੀਆਂ ਵੀ ਇਹ ਦਾਅਵੇ ਪੇਸ਼ ਕਰ ਰਹੀਆਂ ਵੀ ਅਸੀਂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਭਾਈ, ਬਿਲਕੁਲ ਨਹੀਂ, ਹਰਗਜ਼ ਨਹੀਂ ਹੋਣ ਦਿਆਂਗੇ। ਉਹ ਤਾਂ ਹੋ ਗਿਆ, ਜਦੋਂ ਹੋਇਆ ਸੀ ਤੁਹਾਡੇ ਸਾਹਮਣੇ ਹੋਇਆ।
2019 ਦੀ ਗੱਲ ਜਿਹੜੀ ਹੈਗੀ ਹੈ, ਜਦੋਂ ਇਹ ਬਿੱਲ ਪੇਸ਼ ਹੋਇਆ, ਕਾਨੂੰਨ ਹੋਇਆ, ਹੁਣ ਲਾਗੂ ਹੋ ਗਿਆ, ਹੁਣ ਤਾਂ ਉੱਥੇ ਜਿਹੜੀ ਫੌਜ ਹੈਗੀ ਹੈ CSF, ਉਹ ਵੀ ਉਹਨਾਂ ਦੀ ਆਪਣੀ ਲੱਗੇਗੀ ਉੱਥੇ। ਪੰਜਾਬ ਦੀ ਪੁਲਿਸ, ਅਸੀਂ ਵੀ ਭਾਖੜਾ ਡੈਮ ਤੇ ਗਏ ਸੀ 3 ਸਾਲ ਹੋ ਗਏ, ਉਹ ਪਹਿਲਾਂ ਚੈੱਕ ਕਰਦੀ ਉਰਲੇ ਪਾਸੇ ਪੰਜਾਬ ਪੁਲਿਸ ਆ, ਫਿਰ ਅੱਗੇ ਜਾ ਕੇ ਜਿਹੜਾ ਹਿਮਾਚਲੀ ਏਰੀਆ ਆ ਜਾਂਦਾ ਉੱਥੇ ਉਹ ਵੀ ਹੈਗਾ, ਉਹ ਵੀ ਅਧਿਕਾਰ ਖੋਲ੍ਹਿਆ ਹੈਗਾ। ਤਾਂ ਇੱਕ ਹੁਣ ਅਸੀਂ ਜਾਂਦੇ ਜਾਂਦੇ ਜੇ ਗੱਲ ਕਰੀਏ ਪੰਜਾਬ ਦੀ ਨੌਜਵਾਨੀ, ਉਹ ਕੁੜੀਆਂ ਹੋਣ ਜਾਂ ਮੁੰਡੇ ਹੋਣ, ਯੂਨੀਵਰਸਿਟੀਆਂ ਵਾਲੇ, ਕਾਲਜਾਂ ਵਾਲੇ ਹੋਣ, ਤਾਂ ਘੱਟੋ ਘੱਟ ਉਹਨਾਂ ਦਾ ਫਰਜ਼ ਕੀ ਬਣਦਾ ਹੈ? ਮਤਲਬ ਘੱਟੋ ਘੱਟ ਤੁਸੀਂ ਜਿੱਦਾਂ ਬੜੀ ਵਧੀਆ ਗੱਲ ਕਹੀ ਵੀ ਘੱਟੋ ਘੱਟ ਪੰਜਾਬ ਦਾ ਜਿਹੜਾ ਰਾਜਨੀਤਿਕ ਢਾਂਚਾ ਸੀ ਉਹ ਯੂਨੀਵਰਸਿਟੀਆਂ 'ਚੋਂ ਨਿਕਲਦਾ ਸੀਗਾ। ਖੁਦ ਉਹਨਾਂ ਨੇ 5-5 6-6 ਸਾਲ ਉੱਥੇ ਵਿਦਿਆਰਥੀ ਜਥੇਬੰਦੀਆਂ ਦੇ ਵਿੱਚ ਵਿਚਰੇ ਹੁੰਦੇ ਸੀ, ਕੋਈ ਦੁੱਖ ਸੁੱਖ ਵਿਦਿਆਰਥੀਆਂ ਦੇ, ਜਾਂ ਉਹ ਜਿਹੜੀ ਕਾਲਜਾਂ ਯੂਨੀਵਰਸਿਟੀਆਂ ਦੀ ਜਿਹੜੀ ਰਾਜਨੀਤੀ ਹੈ ਉਹ ਬੰਦੇ ਨੂੰ ਲਿਸ਼ਕਾ ਦਿੰਦੀ ਆ, ਉਹਨੂੰ ਦੁੱਖ ਵੀ ਸਿਖਾਉਂਦੀ, ਸੁੱਖ ਵੀ ਸਿਖਾਉਂਦੀ ਆ, ਮਿਹਨਤ ਕਰਨਾ ਸਿਖਾਉਂਦੀ ਆ। ਤਾਂ ਹੁਣ ਪੰਜਾਬ ਦੀ ਜਵਾਨੀ ਦਾ ਫਰਜ਼ ਕੀ ਬਣਦਾ ਹੈ? ਕਿਸਾਨ ਸੰਘਰਸ਼ ਦੇ ਵਿੱਚ ਅਗਵਾਈ ਬਜ਼ੁਰਗਾਂ ਨੇ ਕੀਤੀ ਹੈ, ਬੜੇ ਥਾਈਂ ਥਿੜਕੇ ਵੀ ਆ, ਅਖੀਰ ਨੂੰ ਨੌਜਵਾਨੀ ਧੱਕ ਕੇ ਲੈ ਗਈ, ਚਲੋ ਦਿੱਲੀ ਜਾਣਾ ਪਿਆ ਉਹਨਾਂ ਨੂੰ, ਅਖੀਰ ਨੂੰ ਭਾਰਤੀ ਸਰਕਾਰ ਝੁਕੀ ਹੈਗੀ ਆ। ਹੁਣ ਫਰਜ਼ ਨੌਜਵਾਨੀ ਦਾ ਕੀ ਬਣਦਾ? ਘੱਟੋ ਘੱਟ ਸੁਚੇਤ ਹੋਣ। ਅੱਜ ਅਸੀਂ ਬੈਠੇ ਹਾਂ, ਪਤਾ ਨਹੀਂ ਗਾਂ ਇਹ ਲਹਿਰ ਨੇ ਕਿੱਧਰ ਨੂੰ ਤੁਰਨਾ ਹੈ। ਜਿਹੜਾ ਭਾਖੜਾ ਬੋਰਡ ਦੇ ਖਿਲਾਫ ਜਿਹੜੀ ਇੱਕ ਪੰਜਾਬ ਦੇ ਵਿੱਚ ਹੁਣ ਆਵਾਜ਼ ਉੱਠ ਰਹੀ ਹੈ, ਪਤਾ ਨਹੀਂ ਕਿੱਡਾ ਕੁ ਵੱਡਾ ਸੰਘਰਸ਼ ਅੱਜ ਤੋਂ ਮਹੀਨੇ ਬਾਅਦ ਹੋਵੇ, 2 ਮਹੀਨਿਆਂ ਬਾਅਦ ਹੋਵੇ, ਸ਼ਾਇਦ ਸਾਡੀ ਇਹ ਪਹਿਲੀ ਚਰਚਾ ਆ, ਕਿਸੇ ਹੋਰ ਮੀਡੀਆ ਨੇ ਨਾ ਕੀਤੀ ਹੋਵੇ, ਸ਼ਾਇਦ ਕੀਤੀ ਹੋਵੇ ਕਿਸੇ ਨੇ। ਖੈਰ, ਤਾਂ ਪੰਜਾਬ ਦੀ ਜਵਾਨੀ ਦਾ ਘੱਟੋ ਘੱਟ ਕੀ ਫਰਜ਼ ਬਣਦਾ? ਕਿਵੇਂ ਜਾਗਰੂਕ ਹੋਣ? ਬਹੁਤਿਆਂ ਨੂੰ ਤਾਂ ਇਹ ਨਹੀਂ ਸੀ ਪਤਾ ਵੀ ਸਾਨੂੰ ਇਹਦਾ ਫਾਇਦਾ ਕੀ ਹੈ, ਇਹਦਾ ਨੁਕਸਾਨ ਕੀ ਹੈ। ਦੇਖੋ, ਪੰਜਾਬ ਦੀ ਜਵਾਨੀ ਲਈ ਤਾਂ ਸਭ ਤੋਂ ਪਹਿਲਾਂ ਜਿਹੜਾ ਮੌਕੇ ਦੀ ਲੋੜ ਹੈ ਕਿ ਉਹਨਾਂ ਨੂੰ ਇਸ ਮਸਲੇ 'ਤੇ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ ਹੈ, ਆਪਣੇ ਸਰਕਲ ਦੇ ਵਿੱਚ ਇਹ ਗੱਲਾਂ ਛੇੜਨੀਆਂ ਚਾਹੀਦੀਆਂ। ਦੂਸਰੀ ਗੱਲ, ਮੈਨੂੰ ਲੱਗਦਾ ਹੈ ਕਿ ਜਿਹੜਾ ਫੈਡਰਲਿਜ਼ਮ ਦੇ ਮਸਲੇ 'ਤੇ ਹੈ ਜਾਂ ਸੂਬਿਆਂ ਨੂੰ ਵੱਧ ਅਧਿਕਾਰਾਂ ਦੇ ਮਸਲੇ 'ਤੇ ਹੈ, ਜਿਵੇਂ ਸ਼ੰਭੂ ਬਾਰਡਰ 'ਤੇ ਵੀ ਜਿਹੜਾ ਮੋਰਚਾ ਲੱਗਾ ਸੀ, ਸ਼ੰਭੂ ਮੋਰਚਾ, ਉਹ ਜਦੋਂ ਸ਼ੁਰੂਆਤ ਉਹਦੀ ਵਿੱਚ ਮੂਲ ਭਾਵਨਾ ਫੈਡਰਲਿਜ਼ਮ ਦੀ ਭਾਵਨਾ ਹੀ ਸੀਗੀ, ਤਾਂ ਕੁਝ ਬਦਨਾਮ ਸਿਆਸੀ ਟਿੱਪਣੀਕਾਰਾਂ ਨੇ, ਜਿਹੜੇ ਕਿ ਨਿੱਜੀ ਉਹਨਾਂ ਦੇ ਹਿੱਤ ਜੁੜੇ ਹੋਏ ਸੀ, ਉਹਨਾਂ ਨੇ ਉਸ ਚੀਜ਼ ਨੂੰ ਹੀ ਸੈਪਰੇਟਿਜ਼ਮ ਦੇ ਨਜ਼ਰੀਏ ਤੋਂ ਪੇਸ਼ ਕੀਤਾ ਜਾਂ ਪ੍ਰਚਾਰਿਆ ਜਾਂ ਭੰਡਿਆ। ਹੁਣ ਸਾਨੂੰ ਲੋੜ ਇਹੀ ਹੈ ਵੀ ਇਹ, ਜੇ ਆਪਾਂ ਅੱਜ ਦੀਪ ਦੀ ਗੱਲ ਕਰਦੇ ਹਾਂ ਜਾਂ ਦੀਪ ਚਲਾ ਗਿਆ, ਪਰ ਜਿਹੜੀ ਉਹ ਗੱਲ ਸੀਗੀ ਫੈਡਰਲਿਜ਼ਮ ਦੀ, ਜੇ ਮੂਲ ਭਾਵਨਾ ਸੀਗੀ, ਉਹ ਸਾਨੂੰ ਬੈਠ ਕੇ ਉਹ ਕਰਨੀ ਪੈਣੀ ਹੈ। ਦੀਪ ਦੇ ਜਾਣ ਤੋਂ ਬਾਅਦ ਜਿਹੜਾ ਇੱਕ ਨੌਜਵਾਨੀ ਖੜੀ ਹੋਈ ਵੀ ਜਿਸ ਤਰ੍ਹਾਂ ਦਾ ਉਭਾਰ ਆਇਆ, ਜੇ ਉਹ ਨੌਜਵਾਨੀ ਚੇਤਨਤਾ ਜਿਹੜੀ ਹੈ ਉਹ ਪੰਜਾਬ ਦੇ ਅਸਲ ਮਸਲਿਆਂ ਵੱਲ ਨੂੰ ਜਾ ਜੁੜਦੀ ਹੈ, ਤਾਂ ਮੈਨੂੰ ਲੱਗਦਾ ਵੀ ਅਸੀਂ ਉਹਦਾ ਪੋਜ਼ੀਟਿਵ ਫਾਇਦਾ ਲੈ ਲਵਾਂਗੇ। ਕਿਉਂਕਿ ਸਾਡੇ ਜਿਹੜੇ ਇੱਥੇ ਰਹਿਣ ਦੇ ਜਾਂ ਇੱਥੇ ਬੈਠਣ ਦੇ ਕਈ ਮਸਲੇ ਹਨ, ਜਿਵੇਂ ਕਿ ਅੱਜ ਪੰਜਾਬ ਦਾ ਜਿਹੜਾ ਯੂਥ ਹੈ ਮਾਈਗ੍ਰੇਟ ਹੋ ਰਿਹਾ ਹੈ। ਮੈਨੂੰ ਲੱਗਦਾ ਵੀ ਜੋ ਮੌਜੂਦਾ ਗਲੋਬਲ ਹਾਲਾਤ ਹੈ ਵੀ ਚਲੋ ਮਾਈਗ੍ਰੇਸ਼ਨ ਇੱਕ ਆਮ ਜੀ ਗੱਲ ਵੀ ਬਣ ਗਈ ਹੈ, ਪਰ ਮੈਨੂੰ ਲੱਗਦਾ ਵੀ ਕਿਤੋਂ ਨਾ ਕਿਤੋਂ ਉਸ ਪੰਜਾਬ ਦਾ ਜਿਹੜਾ ਮਾਈਗ੍ਰੇਟ ਹੋਇਆ ਯੂਥ ਹੈ ਉਹਨੂੰ ਇੱਕ ਵਧੀਆ ਅਤੇ ਬਿਹਤਰ ਘਰ ਪੰਜਾਬ 'ਚ ਹੋਣਾ ਚਾਹੀਦਾ। ਉਹਦੀ ਜਿਹੜੀ ਜੁੜਾਵ ਹੈ ਉਹਦਾ ਇਸ ਧਰਤੀ ਨਾਲ ਰਹਿਣਾ ਚਾਹੀਦਾ ਵੀ ਦੁਨੀਆ ਭਰ ਦੇ ਵਿੱਚ ਕਾਰੋਬਾਰ ਕਰੇ ਅਤੇ ਪੰਜਾਬ ਆ ਕੇ ਰਵੇ। ਉਹਦੇ ਲਈ ਤਾਂ ਹੀ ਉਹ ਕਰ ਸਕਦੇ ਹਾਂ ਵੀ ਜ਼ਿਆਦਾ ਆਪਾਂ ਆਪਣੇ ਮਸਲਿਆਂ 'ਤੇ ਵਿਚਾਰ ਨਾ ਕਰੀਏ, ਉਹਨਾਂ ਨਾਲ ਆਪਾਂ ਜੁੜੀਏ, ਉਹਨਾਂ ਨਾਲ ਜੁੜ ਕੇ ਫਿਰ ਲਾਮਬੰਦੀ ਕਰੀਏ, ਕਾਲਜਾਂ ਦੇ ਵਿੱਚੋਂ ਆਪਾਂ ਲੀਡਰਸ਼ਿਪ ਪੰਜਾਬ 'ਚੋਂ ਕੱਢੀਏ ਅਤੇ ਉਹ ਮਸਲਿਆਂ 'ਤੇ ਖੜ੍ਹੇ। ਅਤੇ ਈਵਨ ਹਰ ਜਗ੍ਹਾ ਜਿੰਦਾਬਾਦ ਮੁਰਦਾਬਾਦ ਕਰਨ ਨਾਲ ਵੀ ਨਹੀਂ ਕੋਈ ਫਾਇਦਾ ਹੁੰਦਾ। ਉਹਨਾਂ 'ਚ ਇੱਕ ਨੈਗੋਸ਼ੀਏਸ਼ਨ ਕਰਨ ਦੀ ਇੱਕ ਕੈਪੇਬਿਲਿਟੀ ਡਿਵੈਲਪ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਉਹਨਾਂ ਦੀ ਗੱਲ ਹੋਣੀ ਚਾਹੀਦੀ ਹੈ ਵੀ ਅੱਖਾਂ ਮੀਚ ਕੇ ਕਿਸੇ ਦਾ ਵਿਰੋਧ ਨਹੀਂ ਕਰਨਾ, ਅੱਖਾਂ ਮੀਚ ਕੇ ਕਿਸੇ ਦੀ ਸ਼ਖਸੀਅਤ ਪ੍ਰਸਤੀ ਨੂੰ ਸਿਰ 'ਤੇ ਨਹੀਂ ਬਿਠਾਉਣਾ, ਠੀਕ ਹੈ ਨਾ। ਅਤੇ ਇਹੀ ਪੰਜਾਬ ਦੇ ਨੌਜਵਾਨ ਦੀ ਅੱਜ ਸਭ ਤੋਂ ਵੱਡੀ ਲੋੜ ਹੈ ਅਤੇ ਇੱਕ ਲਾਮਬੰਦ ਹੋਣਾ ਸਾਡੀ ਮੌਕੇ ਦੀ ਜ਼ਰੂਰਤ ਹੈ। ਸਾਨੂੰ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਜਿਹੜੇ ਕਾਲਜਸ ਹਨ, ਸਾਰੇ ਕਿਤੇ ਪੰਜਾਬ ਦੇ ਜਿਹੜੇ ਜੋ ਕ੍ਰਾਈਸਿਸ ਆ, ਜੋ ਦੁਖਾਂਤ ਆ, ਜੋ ਮਸਲੇ ਹਨ, ਉਹਨਾਂ 'ਤੇ ਓਪਨ ਡਿਬੇਟ ਕਰਨੀ ਚਾਹੀਦੀ ਹੈ, ਗੱਲਬਾਤ ਕਰਨੀ ਚਾਹੀਦੀ ਹੈ ਅਤੇ ਆਪਸ 'ਚ ਸਾਨੂੰ ਜੁੜਨਾ ਚਾਹੀਦਾ। ਅਸੀਂ ਹੋ ਸਕਦਾ ਵੀ ਵੱਖ-ਵੱਖ ਪਾਰਟੀਆਂ ਨਾਲ ਖੜ੍ਹੇ ਹੋਈਏ, ਪਰ ਜਿੱਥੇ ਪੰਜਾਬ ਦਾ ਮਸਲਾ ਹੈ ਉੱਥੇ ਹਰੇਕ ਨੌਜਵਾਨ ਨੂੰ ਪੰਜਾਬ ਦੇ ਨਾਲ ਖੜ੍ਹਨਾ ਚਾਹੀਦਾ, ਕਿਉਂਕਿ ਰੋਟੀ ਸਾਨੂੰ ਪੰਜਾਬ ਨੇ ਦੇਣੀ ਹੈ, ਇਸ ਧਰਤੀ ਨੇ ਆਸਰਾ ਦੇਣਾ ਹੈ, ਸਾਨੂੰ ਪਾਰਟੀਆਂ ਨੇ ਕੱਖ ਨਹੀਂ ਦੇਣਾ। ਕਿਉਂਕਿ ਕੀ ਕਰਦੇ ਆ, ਤੁਸੀਂ ਇਹ ਦੇਖ ਲੈਣਾ ਵੀ ਜੇ ਅੱਜ ਰਾਹੁਲ ਗਾਂਧੀ ਜੀ ਗੱਲ ਕਰਦੇ ਆ ਜੀ ਮੋਦੀ ਨੇ ਜੀ ਫੈਡਰਲ ਹੱਕਾਂ 'ਤੇ ਡਾਕਾ ਮਾਰ ਲਿਆ ਜੀ, ਉਹ ਕਰ ਲਿਆ ਵੀ ਉਹ ਤਾਂ ਫਿਰ ਉਹਨੂੰ ਇਸ ਗੱਲ ਨੂੰ ਆਪਣੀ ਦਾਦੀ ਜੀ ਕੋਲੋਂ ਵੀ ਦੇਖਣਾ ਚਾਹੀਦਾ। ਉਹਨੂੰ ਕਹਿਣਾ ਚਾਹੀਦਾ ਵੀ ਜਿਹੜਾ ਭਾਰਤ ਦੇ ਵਿੱਚ ਫੈਡਰਲਿਜ਼ਮ 'ਤੇ ਡਾਕਾ ਸਭ ਤੋਂ ਪਹਿਲਾਂ ਨਹਿਰੂ ਉਹਨਾਂ ਨੇ ਮਾਰਿਆ ਸੀਗਾ, ਜਦੋਂ ਪੰਜਾਬੀ ਸੂਬਾ ਨਾਅਰਾ ਲਾਂਤੀ ਜੇਲ੍ਹ 'ਚ ਪਾ ਦਿੰਦੇ ਸੀ। ਉਸ ਤੋਂ ਬਾਅਦ ਬੀਬੀ ਇੰਦਰਾ ਗਾਂਧੀ ਨੇ ਪਾਇਆ, ਜਿਹਨੇ ਪੰਜਾਬ ਦਾ ਪਾਣੀ ਅਤੇ ਪੰਜਾਬ ਦੀ ਰਾਜਧਾਨੀ ਬਾਹਰ ਰੱਖੀ। ਤੀਜਾ ਉਹਦੇ ਆਪਣੇ ਪਿਓ ਨੇ ਪਾਇਆ ਵੀ ਜਿਹੜਾ ਲੌਂਗੋਵਾਲ ਨਾਲ ਨਜਾਇਜ਼ ਇੱਕ ਸਮਝੌਤਾ ਕਰਕੇ ਪੰਜਾਬ ਕੋਲੋਂ ਜੋ ਰਹਿੰਦਾ ਖੂੰਹਦਾ ਪਾਣੀ ਸੀ ਉਹ ਵੀ ਖੋਹਣ ਦੀ ਉਹਨੇ ਕੋਸ਼ਿਸ਼ ਕੀਤੀ। ਹੁਣ ਜੇ ਵਿਰੋਧ ਸਿਰਫ ਮੋਦੀ ਨਾਲ ਜਾਂ ਉਹਦੀ ਪਾਰਟੀ ਕਰਕੇ ਆ, ਇਹ ਤਾਂ ਮੈਨੂੰ ਲੱਗਦਾ ਫਿਰ ਇੱਕ ਮੌਕੇ ਦੀ ਸਿਆਸਤ ਹੈ। ਵੀ ਜਿਵੇਂ ਹੁੰਦਾ ਨਾ ਹਰਿਆਣੇ 'ਚ ਜਾ ਕੇ ਅੱਧਿਆਂ ਨੂੰ ਹੁੰਦਾ ਜੀ ਹਮਕੋ SYL ਚਾਹੀਏ, ਜਦੋਂ ਆਪਾਂ ਸ਼ੰਭੂ ਟੱਪਦੇ ਹਾਂ
नहीं जी, हम पंजाब के हकों के साथ खड़े हैं। सो ਦਿੱਲੀ ਦੀ ਸਿਆਸਤ ਦਾ ਇਹੀ ਹਮੇਸ਼ਾ ਹੋ ਰਿਹਾ। ਪਰ ਇੱਥੇ ਜਿਹੜੀ ਸਾਡੀ ਸਥਾਨਕ ਸਿਆਸਤ ਖੜੀ ਹੋਣੀ ਚਾਹੀਦੀ ਸੀ, ਉਹ ਵੀ ਮਤਲਬ ਸਿਆਸਤ ਕਰਨ ਦੀ ਥਾਂ ਪ੍ਰੋਪਰਟੀਆਂ ਬਣਾਉਣ 'ਚ ਜ਼ਿਆਦਾ ਜੁੜ ਗਏ। ਉਹ ਸੋਚਣ ਲੱਗੇ ਵੀ ਸਾਡੀ 100 ਪੀੜ੍ਹੀਆਂ ਕੀ ਕਰਨਗੀਆਂ। ਹੁਣ ਤੁਹਾਨੂੰ ਪਤਾ ਵੀ ਬੱਸਾਂ ਕਿਹਦੀਆਂ ਚੱਲਦੀਆਂ ਜਾਂ ਢਾਬੇ ਉਹ ਹੋ ਗਏ ਵੀ ਉਹਨਾਂ ਨੇ ਤੁਹਾਨੂੰ ਤਾਂ ਅਸੀਂ ਗੱਦੀ ਦਿੱਤੀ ਸੀਗੀ ਵੀ ਸਿੱਖਾਂ ਦੇ ਮਸਲਿਆਂ 'ਤੇ ਨੈਗੋਸ਼ੀਏਟ ਕਰਨਾ, ਤੁਸੀਂ ਗੱਲ ਕਰਨੀ ਹੈ, ਤੁਸੀਂ ਅੱਗੇ ਮੂੰਹਤਵਾਰ ਬਣਨਾ, ਪਰ ਤੁਸੀਂ ਕਿਹੜੇ ਰਾਹ ਚੱਲ ਪਏ। ਸੋ ਕ੍ਰਾਈਸਿਸ ਇਹੀ ਹੈ। ਨੌਜਵਾਨੀ ਦੀ ਜ਼ਿੰਮੇਵਾਰੀ ਵੀ ਹੈ, ਨੌਜਵਾਨੀ 'ਚੋਂ ਕੱਲ੍ਹ ਦੀ ਲੀਡਰਸ਼ਿਪ ਵੀ ਕੱਢਣੀ ਹੈ, ਕਿਉਂਕਿ ਆਹ ਜਿੰਨੀਆਂ ਟੱਬਰਾਂ ਦੀਆਂ ਜਿਹੜੀਆਂ ਇਹ ਸਮਝਦੇ ਆ ਨਾ, ਜਗੀਰ ਸਮਝਦੇ ਆ ਪੰਜਾਬ ਨੂੰ। ਚੰਡੀਗੜ੍ਹ ਰਹਿੰਦੇ ਆ, ਵੋਟਾਂ ਦੇ ਟਾਈਮ ਆ ਜਾਂਦੇ ਆ, ਉਹ ਕਹਿ ਦਿੰਦੇ ਆ ਵੀ ਹਾਂਜੀ ਅਸੀਂ ਤੁਹਾਨੂੰ ਮੁਫਤ ਦੇ ਦੇਵਾਂਗੇ ਜਾਂ ਅਸੀਂ ਤੁਹਾਡੇ ਹਾਂ, ਮੁੜ ਕੇ ਪੰਜਾਬ ਦੀ ਸਾਰ ਨਹੀਂ ਲੈਂਦੇ। ਉਹਦੀ ਰਿਪਲੇਸਮੈਂਟ ਪੰਜਾਬ ਦੀ ਨੌਜਵਾਨੀ ਵਿੱਚੋਂ ਹੀ ਆਵੇਗੀ ਅਤੇ ਆਉਣੀ ਚਾਹੀਦੀ ਹੈ। ਇਹੀ ਨੌਜਵਾਨਾਂ ਨੂੰ ਅਪੀਲ ਹੈ ਮੇਰੀ। ਜੀ ਬਿਲਕੁਲ। ਤਾਂ ਇਹ ਸੀ ਗੰਗਵੀਰ ਰਾਠੌਰ, ਚਿੰਤਕ ਨੇ ਪੰਜਾਬ ਦੇ, ਬੜੀ ਸਮਝ ਰੱਖਦੇ ਆ। ਤਾਂ ਅੱਜ ਜਿਹੜੇ ਅਸੀਂ ਸਮਿਆਂ ਦੇ ਵਿੱਚ ਹੈਗੇ ਆ, ਵਿਚਰ ਰਹੇ ਹਾਂ, ਦੀਪ ਸਿੱਧੂ ਦੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਜਲਾਅ ਪੈਦਾ ਹੋਇਆ। ਉਹ ਜਲਾਅ ਜਿਹੜਾ ਮਤਲਬ ਚਿਤਵਿਆ ਵੀ ਨਹੀਂ ਸੀ ਕਿਸੇ ਨੇ। ਉਹਦੇ ਵਿਛੋੜੇ ਤੋਂ ਬਾਅਦ, ਸਰੀਰਕ ਵਿਛੋੜੇ ਤੋਂ ਬਾਅਦ ਅਸੀਂ ਹਰ ਅੱਖ ਰੋਂਦੀ ਵੇਖੀ ਆ। ਉਹ ਤਾਂ ਰੋਂਦੀ ਵੇਖੀ ਆ, ਉਹਦੀਆਂ ਗੱਲਾਂ ਲੋਕ ਵਾਰ-ਵਾਰ ਸੁਣ ਰਹੇ ਆ। ਸ਼ੰਭੂ ਮੋਰਚੇ ਦੀ ਗੱਲ ਗੰਗਵੀਰ ਜੀ ਨੇ ਕੀਤੀ ਹੈ। ਜਦੋਂ ਸ਼ੰਭੂ ਮੋਰਚਾ ਸ਼ੁਰੂਆਤੀ ਦਿਨਾਂ ਦੇ ਵਿੱਚ, ਅਸੀਂ ਵੀ KTV ਤੋਂ ਰੋਜ਼ਾਨਾ ਰਾਤ ਨੂੰ 2-2 ਘੰਟੇ ਗੱਲਾਂ ਦੀਪ ਸਿੱਧੂ ਦੇ ਨਾਲ, ਉੱਥੇ ਜਿਹੜੇ ਹੋਰ ਨੌਜਵਾਨ ਹੁੰਦੇ ਸੀ ਉਹਨਾਂ ਨਾਲ ਕਰਦੇ ਰਹੇ ਹਾਂ। ਔਰ ਗੱਲ ਇਹੀ ਹੁੰਦੀ ਸੀ ਵੱਧ ਅਧਿਕਾਰਾਂ ਦੀ ਲੜਾਈ ਭਾਰਤੀ ਹਕੂਮਤ ਦੇ ਨਾਲ, ਚਾਹੇ ਉਹ ਅੱਜ ਮੋਦੀ ਸਰਕਾਰ ਹੈ ਸੈਂਟਰ ਦੇ ਵਿੱਚ, ਜਾਂ ਕੋਈ ਹੋਰ ਹੋਵੇ ਜਾਂ ਕੋਈ ਹੋਰ ਹੁੰਦਾ, ਤਾਂ ਲੜਾਈ ਉੱਥੇ ਇਕੱਲੇ 3 ਕਾਨੂੰਨ ਵਾਪਸ ਕਰਾਉਣ ਦੀ ਨਹੀਂ ਸੀ, ਦੀਪ ਸਿੱਧੂ ਕਹਿੰਦਾ ਸੀ। ਔਰ ਇਕੱਲੀ ਕਣਕ ਤੇ ਝੋਨੇ ਦਾ ਭਾਅ ਵਧਾਉਣ ਦੀ ਵੀ ਨਹੀਂ ਸੀ। ਔਰ ਇਕੱਲਾ ਪੰਜਾਬ ਦਾ ਕਰਜ਼ਾ ਮਾਫ ਕਰਾਉਣ ਦੀ ਵੀ ਨਹੀਂ ਸੀ। ਲੜਾਈ ਵੱਧ ਅਧਿਕਾਰਾਂ ਦੀ ਸੀ, ਲੜਾਈ ਫੈਡਰਲ ਢਾਂਚੇ ਦੀ ਸੀ, ਘੱਟੋ ਘੱਟ ਲੜਾਈ ਹੋਂਦ ਦੀ ਸੀ। ਔਰ ਪੰਜਾਬ ਦੀ ਹੋਂਦ ਹੀ ਇਹ ਆ, ਇੱਕ ਪੰਜਾਬੀ ਬੋਲਦਾ ਸੂਬਾ ਉਹ ਤਾਂ ਲਿਆ ਵੀ ਜਿੱਥੇ ਪੰਜਾਬੀ ਜਿਹੜੇ ਹੈਗੇ ਆ, ਸਿੱਖ ਹੈਗੇ ਆ, ਉਹ ਸੋਹਣਾ ਆਪਣਾ ਜਿਹੜਾ ਮਾਹੌਲ ਆ ਉਹ ਸਿਰਜ ਸਕਣ। ਔਰ ਅੱਜ ਜਦੋਂ ਅਸੀਂ ਪਿਛਲੇ ਅਕਤੂਬਰ ਮਹੀਨੇ ਦੇ ਵਿੱਚ ਅਸੀਂ ਵੀ ਜਿਹੜਾ ਕਿ ਸ਼ਹੀਦ ਬੱਚਾ ਪੰਜਾਬੀ ਸੂਬਾ ਖਾਤਰ ਜਿਹੜਾ ਕਰਨਾਲ ਦੇ ਵਿੱਚ ਹੋਇਆ, ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਦੋਂ, ਤਾਂ ਉਹ ਸ਼ਹੀਦੀਆਂ ਤਾਂ ਹੋਈਆਂ ਕਿ ਇੱਕ ਅਜਿਹਾ ਸੂਬਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿੱਥੇ ਪੰਜਾਬ ਦਾ ਉਹ ਮਾਹੌਲ ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਸਾਂਝੀਵਾਲਤਾ ਦਾ ਮਾਹੌਲ ਸੀ, ਔਰ ਇੱਕ ਵੱਖਰਾ ਸੂਬਾ ਹੋਵੇ। ਔਰ ਲਗਾਤਾਰ ਸਮਾਂ ਬਦਲਦਾ ਗਿਆ, ਕਈ ਸਰਕਾਰਾਂ ਆਈਆਂ, ਕਈ ਹਕੂਮਤਾਂ ਆਈਆਂ, ਲਗਾਤਾਰ ਹਮਲੇ ਹੁੰਦੇ ਰਹੇ। ਔਰ ਪੰਜਾਬ ਦੀ ਅੱਜ ਜਿਹੜੀ ਦੁਰਦਸ਼ਾ ਆ ਉਹ ਇੰਨੀ ਕੁ ਜਿਹੜੀ ਆ ਉਹ ਹਾਸੋਹੀਣੀ ਬਣ ਕੇ ਰਹਿ ਗਈ। ਜਿਸ ਦਾ ਗੰਗਵੀਰ ਜੀ ਨੇ ਕਿਹਾ ਵੀ ਇੱਕ ਰਾਜਧਾਨੀ ਜਿਹੜੀ ਪੰਜਾਬ ਦੇ ਮਾਹੌਲ ਦੀ ਕਦੇ ਵੀ ਪਰਛਾਵਾਂ ਵੀ ਨਹੀਂ ਛੱਡਦੀ, ਉਹ ਰਾਜਧਾਨੀ ਜਿੱਥੇ ਕੋਠੀਆਂ ਦਾ ਸ਼ਹਿਰ ਜਿਹਨੂੰ ਚੰਡੀਗੜ੍ਹ ਕਿਹਾ ਜਾਂਦਾ, ਉੱਥੋਂ ਆਉਂਦੇ ਆ 5 ਸਾਲਾਂ ਬਾਅਦ ਮਹਿੰਗੀਆਂ ਗੱਡੀਆਂ 'ਚ, ਔਰ ਆ ਕੇ ਕਹਿੰਦੇ ਪੰਜਾਬ ਦੇ ਵਾਰਸ ਅਸੀਂ ਹਾਂ। ਜੇ ਤੁਸੀਂ ਪੰਜਾਬ ਦੇ ਵਾਰਸ ਹੋ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਰਹਿ ਕੇ ਜਿਉਣਾ ਸਿੱਖੋ। ਅੱਜ ਪੰਜਾਬ ਦੇ ਹੱਕਾਂ 'ਤੇ ਡਾਕਾ ਵੱਜਿਆ। ਜੇ ਤੁਸੀਂ ਪੰਜਾਬ ਦੇ ਵਾਰਸ ਹੋ, ਅੱਜ ਉਹ ਪੰਜਾਬ ਦੇ ਹੱਕਾਂ ਦੇ ਵਿੱਚ ਨਿੱਤਰੋ। ਕੋਈ ਵੀ ਸੱਜਣ ਪੰਜਾਬ ਦਾ ਵਸਨੀਕ, ਉਹ ਹਿੰਦੂ ਘਰਾਣੇ 'ਚ ਹੋਵੇ, ਮੁਸਲਿਮ ਘਰਾਣੇ 'ਚ ਹੋਵੇ, ਉਹ ਦਲਿਤ ਘਰਾਣੇ 'ਚ ਹੋਵੇ, ਅਨੁਸੂਚਿਤ ਜਾਤੀਆਂ 'ਚ ਹੋਵੇ, ਜੱਟਾਂ 'ਚ ਹੋਵੇ, ਕੋਈ ਵੀ ਹੋਵੇ, ਜੇ ਤੁਸੀਂ ਪੰਜਾਬ ਦੇ ਵਾਰਸ ਕਹਾਉਣ ਦਾ ਦਾਅਵਾ ਕਰਦੇ ਹੋ ਤਾਂ ਆਓ। ਭਾਰਤੀ ਹਕੂਮਤ ਨੇ ਭਾਖੜਾ ਡੈਮ ਦੇ ਜਿਹੜਾ ਕਿ ਪੰਜਾਬ ਦਾ ਅਧਿਕਾਰ ਆ ਉਹਨੂੰ ਹੋਰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੱਖਰੇ ਤਰੀਕੇ ਨਾਲ, ਕਿਸੇ ਹੋਰ ਤਰੀਕੇ ਨਾਲ ਕਿਤੇ 4 ਸਿਰ ਜੋੜ ਕੇ ਤੇ ਬੈਠੇ, ਵੋਟਾਂ 'ਚ ਹੀ ਸਿਰ ਜੋੜਨੇ ਆਉਂਦੇ ਆ। ਲੋਕ ਖਰੀਦਣੇ ਕਿਵੇਂ ਆ, ਦਾਰੂ ਕਿੱਥੇ ਵੰਡਣੀ ਆ, ਕਿੱਧਰ ਵੋਟ ਵਧਾਉਣੀ ਆ ਘਟਾਉਣੀ ਆ, ਕਿੱਧਰ ਸਮਝੌਤੇ ਕਰਨੇ ਆ, ਉਦੋਂ ਹੀ ਸਿਰ ਜੋੜਨੇ ਆਉਂਦੇ। ਆਓ ਅੱਜ ਵੀ ਸਿਰ ਜੋੜੋ। ਜੇ ਤੁਸੀਂ ਸੱਚੀ ਮੁੱਚੀ ਪੰਜਾਬ ਦੇ ਹਮਾਇਤੀ ਹੋ, ਪੰਜਾਬ ਦੇ ਹਤੈਸ਼ੀ ਹੋ, ਜੇ ਤੁਸੀਂ ਪ੍ਰੋ ਪੰਜਾਬ ਹੋ, ਜੇ ਤੁਸੀਂ ਪੰਜਾਬ ਦੀ ਜਿਹੜੀ ਪ੍ਰਸਤੀ ਦੀ ਗੱਲ ਕਰਦੇ ਹੋ, ਇਹੀ ਜਿਹੜੀ ਸਭ ਤੋਂ ਵੱਡੀ ਹੂਕ ਆ। ਵਿਦੇਸ਼ਾਂ 'ਚ ਬੈਠੇ ਸੱਜਣਾਂ ਨੂੰ ਬੜੀ ਸੋਹਣੀ ਗੱਲ ਗੰਗਵੀਰ ਨੇ ਕਹੀ ਵੀ ਤੁਸੀਂ ਜਾਓ, ਜਿਹੜਾ ਹੋ ਰਿਹਾ ਪ੍ਰਵਾਸ ਹੋ ਰਿਹਾ ਬਾਹਰ ਜਾ ਕੇ, ਕਾਰੋਬਾਰ, ਬਹੁਤ ਸਾਰੀਆਂ ਕਮੀਆਂ ਹੈ ਇੱਥੇ, ਇਸ ਖਿੱਤੇ ਦੇ ਵਿੱਚ ਵੀ ਕਮੀਆਂ ਹੈਗੀਆਂ ਕਿਉਂਕਿ ਸਰਕਾਰਾਂ ਨੇ ਸਭ ਕੁਝ ਕੀਤਾ ਹੈ ਨਾ, ਹੈਗੀਆਂ ਕਮੀਆਂ। ਪਰ ਤੁਸੀਂ ਪੰਛੀ ਚੋਗਾ ਚੁੱਕ ਕੇ ਸ਼ਾਮ ਨੂੰ ਆਪਣੇ ਆਲ੍ਹਣੇ 'ਚ ਆਉਂਦਾ। ਤੁਸੀਂ ਆਓ ਜ਼ਰੂਰ, ਆਪਣੇ ਆਲ੍ਹਣੇ ਕਾਇਮ ਰੱਖੋ ਪੰਜਾਬ ਦੇ ਵਿੱਚ, ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹਨੂੰ ਬੜੀ ਘਾਲਣਾ ਦੇ ਕੇ ਪੰਜਾਬ ਨੂੰ ਸਿਰਜਿਆ, ਇਸ ਖਿੱਤੇ ਨੂੰ ਬਚਾਇਆ ਸਾਡੇ ਵੱਡ ਵਡੇਰਿਆਂ ਨੇ, ਤੁਸੀਂ ਦੱਸ ਤੇ ਸਕੋ ਵੀ ਅਸੀਂ ਕਮਾਈਆਂ ਵਿਦੇਸ਼ਾਂ 'ਚ ਕੀਤੀਆਂ, ਪਰ ਆਹ ਕਮਾਈ ਜਿਹੜੀ ਸਾਡੇ ਵੱਡ ਵਡੇਰਿਆਂ ਨੇ ਕੀਤੀ ਅਸੀਂ ਉਹਨੂੰ ਬਚਾਇਆ ਜ਼ਰੂਰ ਆ। ਜੇ ਤੁਸੀਂ ਬਾਹਰ ਚੱਲ ਗਏ, ਪਾਣੀ ਤੁਹਾਡਾ ਖੋਲ੍ਹਿਆ, ਬਾਣੀ ਤੁਹਾਡੀ ਖੋਲ੍ਹੀ, ਪੰਜਾਬੀ ਬੋਲੀ ਤੁਹਾਡੀ ਖੋਲ੍ਹੀ, ਪੰਜਾਬ ਦੀ ਪਛਾਣ ਨਹੀਂ ਰਹੂਗੀ। ਤਾਂ ਅੱਜ ਸ਼ੁਰੂਆਤੀ ਦਿਨ ਆ, ਇਹ ਜਿਹੜੀ ਲਹਿਰ ਖੜੀ ਹੋ ਰਹੀ ਆ, ਮਾਰਚ ਦਾ ਪਹਿਲਾ ਹਫ਼ਤਾ ਅਸੀਂ ਜਦੋਂ ਗੱਲਬਾਤ ਕਰ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਆਸ ਜ਼ਰੂਰ ਹੈ ਕਿ ਭਾਖੜਾ ਬੋਰਡ ਦੇ ਬਾਰੇ ਜਿਹੜਾ ਸੈਂਟਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ, ਇਹਨੂੰ ਲੈ ਕੇ ਪੰਜਾਬ ਦੇ ਚਿੰਤਕ ਲੋਕ ਜਾਂ ਬਾਕੀ ਰਾਜਾਂ ਦੇ ਵੀ ਚਿੰਤਕ ਲੋਕ ਜਿਹੜੇ ਚਾਹੁੰਦੇ ਨੇ ਉਹਨਾਂ ਦੇ ਰਾਜਾਂ ਦੇ ਵੱਧ ਅਧਿਕਾਰ ਸੈਂਟਰ ਸਰਕਾਰ ਨਾ ਖੋਵੇ। ਇਕੱਲੇ ਪੰਜਾਬ ਦੀ ਵੀ ਨਹੀਂ, ਸਾਰਿਆਂ ਰਾਜਾਂ ਦੇ ਅਧਿਕਾਰ ਖੋਏ ਜਾ ਰਹੇ ਆ, ਉਹ ਵੀ ਆਪਣੇ ਰਾਜਾਂ ਦੇ ਹੱਕ 'ਚ ਨਿਤਰਨਗੇ। ਜੀ ਮੈਂ ਕਹਿਣਾ ਚਾਹੁੰਦਾ ਹਾਂ, ਦੇਖੋ ਸਾਡਾ ਤਾਂ ਜਿਹੜਾ ਪੰਜਾਬ ਦਾ ਅਸਲ ਮਸਲਾ ਹੈ ਨਾ, ਪੰਜਾਬ ਦਾ ਤਾਂ ਮਸਲਾ BBMP ਦਾ ਕੰਟਰੋਲ ਸੈਂਟਰ ਦਾ ਨਹੀਂ ਹੈ, ਦੇ ਹੱਥ ਚਲੇ ਜਾਣਾ ਨਹੀਂ।
ਸਾਡਾ ਮਸਲਾ ਇਹ ਹੈ ਵੀ ਜਿਹੜਾ BBMB ਹੈ ਉਹਦੇ ਵਿੱਚ ਨੌਨ ਰਾਈਪੇਰੀਅਨ ਸਟੇਟ ਦਾ ਕੋਈ ਹਿੱਸਾ ਹੀ ਨਹੀਂ ਬਣਦਾ ਪਿਆ, ਉਹ ਤੋਂ ਉਹ ਬਾਹਰ ਹੋਣੇ ਚਾਹੀਦੇ ਆ। ਜਿੱਥੇ ਸੈਂਟਰ ਸਰਕਾਰ ਨੂੰ ਇੱਥੇ ਦਾ ਜਿਹੜਾ ਕੰਟਰੋਲ ਹੈ ਉਹ ਪੰਜਾਬ ਨੂੰ ਦੇਣਾ ਚਾਹੀਦਾ, ਨਾਲ ਜੇ ਹਿਮਾਚਲ ਦੀ ਹਿੱਸੇਦਾਰੀ ਜਿੰਨੀ ਕੁ ਉਹਨਾਂ ਨੂੰ ਦੇਣਾ ਚਾਹੀਦਾ, ਉੱਥੇ ਨੌਨ ਰਾਈਪੇਰੀਅਨ ਸਟੇਟਾਂ ਦਾ ਜਿਹੜਾ ਹਿੱਸਾ ਬਾਹਰ ਕਰਨਾ ਚਾਹੀਦਾ। ਮੈਨੂੰ ਲੱਗਦਾ ਵੀ ਜੇ ਕੋਈ ਡੈਮ ਜਿਹੜਾ ਹੈ ਹਰਿਆਣੇ 'ਚ ਬਣਿਆ ਹੋਇਆ, ਜਿੱਦਾਂ ਯਮੁਨਾ ਹੈ, ਯਮੁਨਾ ਦੇ ਵਿੱਚ ਹਰਿਆਣੇ ਦੀ ਹਿੱਸੇਦਾਰੀ ਹੈ ਤੇ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਸਤਲੁਜ ਬਿਆਸ ਰਾਵੀ ਦੇ ਵਿੱਚ ਨੌਨ ਰਾਈਪੇਰੀਅਨ ਸਟੇਟਾਂ ਦੀ ਕੋਈ ਹਿੱਸੇਦਾਰੀ ਨਹੀਂ ਹੈ। ਅਤੇ ਸਾਡਾ ਮਸਲਾ ਇਹ ਨਹੀਂ ਹੈ ਵੀ ਉਹ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਉਹ ਪਹਿਲਾਂ ਵਾਲੀ ਸਥਿਤੀ 'ਤੇ ਲਿਆਵੇ। ਸਾਡਾ ਰੌਲਾ ਤਾਂ ਵੀ ਉਹੀ ਖੜਾ ਹੁੰਦਾ। ਸਾਡਾ ਮਸਲਾ ਤਾਂ ਇਹੀ ਹੈ ਵੀ BBMB ਜਿਹੜੀ ਹੈ ਇਹ ਇਲੀਗਲ ਅਤੇ ਗੈਰ ਕੌਨਸਟੀਟਿਊਸ਼ਨਲ ਬੋਡੀ ਹੈ। ਇਸ ਨੂੰ ਕੌਨਸਟੀਟਿਊਸ਼ਨ ਦੇ ਹਿਸਾਬ ਨਾਲ ਬਹਾਲ ਕਰਨਾ ਚਾਹੀਦਾ ਅਤੇ ਪੰਜਾਬ ਦੇ ਜਿਹੜਾ ਹੈ ਰੀਆਰਗਨਾਈਜੇਸ਼ਨ ਐਕਟ ਵਿੱਚੋਂ ਧਾਰਾ 78, 79, 80 ਜਿਹੜੀ ਹੈ ਹਟਾਉਣੀ ਚਾਹੀਦੀ ਹੈ ਅਤੇ ਇਹੀ ਸੰਵਿਧਾਨਕ ਤੌਰ 'ਤੇ ਪੰਜਾਬ ਨਾਲ ਹੋਣਾ ਚਾਹੀਦਾ, ਕਿਉਂਕਿ ਸੰਵਿਧਾਨ ਇਹ ਕਹਿੰਦਾ। ਸੋ ਇਹ ਚੀਜ਼ਾਂ ਪੰਜਾਬ 'ਚ ਲਾਗੂ ਹੋਣੀਆਂ ਚਾਹੀਦੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਲਾਮਬੰਦੀ ਕਰਨੀ ਚਾਹੀਦੀ ਹੈ। ਤਾਂ ਜਦੋਂ ਕੋਈ ਵੀ ਮੰਤਰੀ, ਕੋਈ ਵੀ ਨੇਤਾ ਸਹੁੰ ਚੁੱਕਦਾ, ਸੰਵਿਧਾਨ ਦੀ ਸਹੁੰ ਚੁੱਕਦਾ, ਉਹ ਆਂਦਾ ਸੰਵਿਧਾਨ ਦੀ ਮੈਂ ਸਹੁੰ ਖਾਨਾ, ਮੈਂ ਇਹਨਾਂ ਲੋਕਾਂ ਦੀ ਰੱਖਿਆ ਕਰਾਂਗਾ, ਮੈਂ ਦੇਸ਼ ਦਾ ਜਿਹੜਾ ਵਫਾਦਾਰ ਹੋਊਂਗਾ। ਔਰ ਪੰਜਾਬ ਦੇ MP ਵੀ ਜਿਨ੍ਹਾਂ ਦੇ ਸਾਹਮਣੇ ਕਾਨੂੰਨ ਬਣਿਆ ਉਹਨਾਂ ਨੇ ਵੀ ਸਹੁੰ ਖਾਧੀ ਹੋਊਗੀ। ਜਿੰਨੇ ਪੰਜਾਬ ਦੇ 13 MP ਹਰ ਪਾਰਟੀ 'ਚੋਂ ਨੇ, ਭਾਜਪਾ ਦੇ ਵੀ ਹੈਗੇ ਆ, ਅਕਾਲੀਆਂ ਦੇ ਵੀ ਹੈਗੇ, ਕਾਂਗਰਸ ਦੇ ਵੀ ਹੈਗੇ, ਔਰ ਜਿਹੜੇ ਆਂਦੇ ਸਾਨੂੰ ਇੱਕ ਵਾਰ ਮੌਕਾ ਦੇ ਦਿਓ, ਆਮ ਆਦਮੀ ਪਾਰਟੀ ਦੇ ਵੀ ਹੈਗੇ ਆ। ਹਰ ਪਾਰਟੀ ਦੇ ਹੈਗੇ ਆ ਜਿਨ੍ਹਾਂ ਨੇ ਸਹੁੰ ਖਾਧੀ ਸੰਵਿਧਾਨ ਦੀ। ਉਹ ਸੰਵਿਧਾਨ ਜਿੰਦੀ ਜਿਹੜੀ ਉਹ ਬਰਖਲਾਫਤ ਕਰਕੇ ਇਹ ਬੋਰਡ ਬਣਾਇਆ ਗਿਆ। ਔਰ ਅਸਲ ਜਿਹੜੀ ਸਾਡੀ ਲੜਾਈ ਹੈ ਉਹ ਆ, ਜਿੱਦਾਂ ਗੰਗਵੀਰ ਜੀ ਨੇ ਦੱਸਿਆ। ਦੇਖਦੇ ਰਹੋ KTV UK। ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।